दिल्ली वालों डॉक्टर पाली भुपिंदर जी का स्वागत करदा और दलविंदर मुल्तान जिहड़े साडे अज दे मेहमान है उन्हां दा स्वागत करदा। ये ऑनलाइन जिहड़ी आपां टॉक कर रहे हैं ये आपां शुरू की सी लगभग 13 अप्रैल तो और ये पंजाबी मंच की गल करते रहे। पहला पली की गल की, फिर हिमाचल की गल की, फिर हरियाणा की गल की, फिर जम्मू कश्मीर गल की, पंजाब की हुई। आहिस्ता आहिस्ता आप अगे बढ़ते गए। पंजाबी रंगमंच की क्या चुनौतियां आ रही हैं और किहड़े किरदार आ रहे हैं, किहड़े ने काम किया, रंग कर्मियों ने किया, आपां उन्हां दी करते रहे। और इस दौरान लगभग आपां आलमोस्ट सारे जिहड़े है पंजाबी रंगकर्मी उन्हां नाल बात कर चुके हैं, उन्हां दी रंग यारां नूं आपां सुन चुके हैं। और हम थोड़ा हुण दिल्ली तो बाहर हिंदुस्तान तो बाहर निकले ਤਾਂ ਕੈਨੇਡਾ ਵਿੱਚ ਸਾਡੇ ਨਾਲ ਅਰੋੜਾ ਸਾਹਿਬ ਜੁੜੇ ਹੋਏ ਸੀ, ਉਹਨਾਂ ਦੀ ਗੱਲਬਾਤ ਵੀ ਸਾਡੇ ਨਾਲ। ਤੇ ਮੁਲਤਾਨੀ ਸਾਹਿਬ ਜਿਹੜੇ ਕਿ ਅਮਰੀਕਾ ਵਿੱਚ ਲਾਇਕ ਪੰਜਾਬੀ ਰੰਗਮੰਚ ਕਰ, ਹਿੰਦੀ ਰੰਗਮੰਚ ਕਰ ਰਹੇ ਔਰ ਕਿਸ ਹਿੰਮਤ ਨਾਲ ਰਹੇ, ਕਿੱਦਾਂ ਕਿਹੜੇ ਸੰਘਰਸ਼ ਨਾਲ ਰਹੇ ਔਰ ਕਿੰਨਾ ਇੰਜੋਏ ਕਰ ਰਹੇ ਆ। ਇਹ ਸਾਰੀਆਂ ਗੱਲਾਂ ਆਪਾਂ ਸੁਣਾਂਗੇ, ਕਿੱਦਾਂ ਉਹ ਉੱਥੇ ਕਰਦੇ ਆ, ਕਿਆ ਉੱਥੇ ਉਹੀ ਪ੍ਰੋਬਲਮ ਹੈ ਜਿਹਨੂੰ ਹਿੰਦੁਸਤਾਨ ਵਿੱਚ ਵੇਖ ਮਿਲਦੀ ਆ, ਜਾਂ नाटक करते वक्त भी उदा भी कलाकारी प्रॉब्लम आ रही है, या उन्होंने अपनी यात्रा किद्दां शुरू हुई तो 30 साल पहला तुसीं शुरू की जब पंजाब से अमेरिका पहुंचे। तो तुहाडी सारी यात्रा बारे आपां गल करांगे और एक बारी तुहाडा फिर दा मैं स्वागत है होया। मैं रवि कॉलेज ड्रामा सोसाइटी दिल्ली वालों मैं माइक दे रहे हैं साडे पाली भुपिंदर साहब कि वो इस गलबात दा रंगा दा सिलसिला शुरू करें। हाँ जी, भूपिंदर साहब बहुत बहुत शुक्रिया तनेजा साहब और वेलकम मुल्तानी साहब। मुल्तानी दलविंदर मुल्तानी हुण तां जस्ट मैं कहूँगा कि मेरे निजी दोस्त ने अमेरिका दे विच, और मैं उन्हां कोले गया। बहुत वधिया मेजबान ने, बहुत वधिया कुक ने। मैं उन्हां दा एज डायरैक्टर हजे काम नहीं देखिया, पर एज कुक काम देखिया। बहुत वधिया कुक ने और बहुत वधिया होस्ट ने वो। ਇਹ ਮੈਂ ਵੀ ਕਈ ਵਾਰ ਫੇਸਬੁੱਕ ਤੇ ਵੇਖਦਾ ਰਿਹਾ ਤੇ ਮੇਰੇ ਉਹ ਨਾਟਕ ਖੇਡਦੇ ਨੇ, ਉਹਨਾਂ ਨੇ ਟ੍ਰਾਂਸਲੇਟ ਕੀਤੇ ਨੇ। ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਜਾਣਦਾ ਔਰ ਉਹਨਾਂ ਦੀ ਪੂਰੀ ਬਹੁਤ ਵੱਡਾ ਗਰੁੱਪ ਹੈ ਨਾਟਿਆ ਭਾਰਤੀ ਦਾ। ਮੈਂ ਸਾਰਾ ਉਹਨਾਂ ਨੂੰ ਮਿਲਿਆ। ਦੇ ਆਲ ਆਰ ਵੈਰੀ ਨਾਈਸ ਪੀਪਲ ਔਰ ਬੜੇ ਸਟਰਗਲ ਕਰ ਰਹੇ। ਸੋ ਤਨੇਜਾ ਸਾਹਿਬ, ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੁਲਤਾਨੀ ਸਾਹਿਬ ਨੂੰ ਔਰ ਫਾਰ ਜਿਹੜੇ ਬਹੁਤ ਦੂਰ ਬੈਠੇ ਹਿੰਦੁਸਤਾਨ ਨਾਲ ਤੇ ਥੀਏਟਰ ਨਾਲ ਜੁੜੇ, ਹਿੰਦੀ ਪੰਜਾਬੀ ਦੇ ਥੀਏਟਰ ਨਾਲ ਜੁੜੇ ਲੋਕਾਂ ਨੂੰ ਜਿਹੜੇ ਕੰਮ ਕਰ ਰਹੇ ਨੇ ਲੇਕਿਨ ਉਹਨਾਂ ਦਾ ਕੰਮ ਸਾਡੇ ਲੋਕਾਂ ਤੱਕ ਪਹੁੰਚ ਨਹੀਂ ਰਿਹਾ, ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਅੱਜ ਮੁਲਤਾਨੀ ਸਾਹਿਬ ਨੂੰ ਲੈ ਕੇ ਆਏ, ਪਹਿਲਾਂ ਅਰੋੜਾ ਸਾਹਿਬ ਨੂੰ ਲੈ ਕੇ ਆਏ। ਔਰ ਮੁਲਤਾਨੀ ਸਾਹਿਬ ਦੇ ਕੰਮ ਨੂੰ ਸੱਚੀ ਮੁੱਚੀ ਇੱਕ ਰਜਿਸਟ੍ਰੇਸ਼ਨ ਦੀ ਲੋੜ ਸੀ। ਮੈਂ ਵੀ ਕਈ ਵਾਰੀ ਕੋਸ਼ਿਸ਼ ਕੀਤੀ, ਗਾਏ ਬਗਾਏ ਨਿੱਜੀ ਤੌਰ ਤੇ ਮੈਂ ਲਿਖਦਾ ਰਿਹਾ, ਪਰ ਹਕੀਕਤ ਦੇ ਵਿੱਚ ਮੁਲਤਾਨੀ ਸਾਹਿਬ ਦਾ ਤੇ ਉਹਨਾਂ ਦੇ ਗਰੁੱਪ ਦਾ ਕੰਮ, ਉਹਨਾਂ ਦੇ ਦੋਸਤਾਂ ਦਾ ਕੰਮ ਕਿਤੇ ਵੱਡਾ ਹੈ। ਕਿਉਂਕਿ ਮੈਂ ਆਪ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਥੀਏਟਰ ਕੀਤਾ, ਮੈਨੂੰ ਪਤਾ ਕਿ ਉੱਥੇ ਬਹੁਤ ਡਿਫਿਕਲਟ ਹੈ ਥੀਏਟਰ ਕਰਨਾ। ਸਾਡੇ ਇੰਡੀਆ ਦੇ ਵਿੱਚ ਲੋਕਾਂ ਦੇ ਕੋਲੇ ਬਹੁਤ ਟਾਈਮ ਹੈ ਔਰ ਇੱਥੇ ਇੱਦਾਂ ਕਹੋ ਕਿ ਸੋਰਸਿਸ ਜਿਹੜੇ ਨੇ ਕਾਫੀ ਨੇ ਸਾਡੇ ਕੋਲੇ, ਔਰ ਸਾਡੇ ਕੋਲ ਇੱਕ ਆਡੀਅੰਸ ਮੰਡਲੀ ਹੈ ਔਰ ਸਾਡੇ ਕੋਲੇ ਸਪਾਂਸਰਸ਼ਿਪ ਮਿਲ ਜਾਂਦੀ ਹੈ। ਲੇਕਿਨ ਅਨਫੋਰਚੂਨੇਟਲੀ ਆਪਾਂ ਅਗਾਂਹ ਚੱਲ ਕੇ ਸਾਰੀਆਂ ਗੱਲਾਂ ਮੁਲਤਾਨੀ ਸਾਹਿਬ ਨਾਲ ਕਰਾਂਗੇ, ਉੱਥੇ ਅਜਿਹਾ ਕੁਛ ਵੀ ਨਹੀਂ ਹੈ। ਬਹੁਤ ਸਟਰਗਲ ਦੇ ਵਿੱਚ ਜਿਹੜੇ ਲੋਕ ਉੱਥੇ ਥੀਏਟਰ ਕਰਦੇ ਨੇ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ, ਉਹ ਬਹੁਤ ਮੁਸ਼ਕਲਾਂ ਵਿੱਚੋਂ ਲੰਘਦੇ ਨੇ। ਡਿਟੇਲ ਦੇ ਵਿੱਚ ਮੁਲਤਾਨੀ ਸਾਹਿਬ ਦੱਸਣਗੇ ਔਰ ਨਾਲੇ ਆਪਾਂ ਮੁਲਤਾਨੀ ਸਾਹਿਬ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤਨੇਜਾ ਸਾਹਿਬ ਕਿ ਉੱਥੋਂ ਦਾ ਥੀਏਟਰ ਤੇ ਸਾਡੇ ਇੱਥੋਂ ਦਾ ਥੀਏਟਰ ਸਕ੍ਰਿਪਟ ਦੇ ਪੱਖੋਂ ਤੇ ਪ੍ਰੋਡਕਸ਼ਨ ਦੇ ਪੱਖੋਂ ਡਿਫਰੈਂਟ ਕਿਵੇਂ ਹੈ। ਕਿਉਂਕਿ ਜਿਹੜੇ ਸਾਡੇ ਲੋਕ ਜਿਵੇਂ ਕਿ ਮੁਲਤਾਨੀ ਸਾਹਿਬ ਹੋ ਗਏ, ਅਰੋੜਾ ਸਾਹਿਬ ਹੋ ਗਏ, ਜਾਂ ਹੋਰ ਕਾਫੀ ਗਰੁੱਪ ਨੇ ਜਿਹੜੇ ਉੱਥੇ ਬਾਹਰ ਕੰਮ ਕਰਦੇ ਨੇ, ਤਾਂ ਉਹ ਜਿਹੜੀਆਂ ਪ੍ਰੋਡਕਸ਼ਨਸ ਕਰਦੇ ਨੇ ਜਿਵੇਂ ਕਿ ਮੁਲਤਾਨੀ ਸਾਹਿਬ ਨੇ ਕੀਤੀ, ਤੇ ਜਿਹੜਾ ਉੱਥੋਂ ਦਾ ਇੱਕ ਲੋਕਲ ਥੀਏਟਰ ਹੈ, ਪ੍ਰੋਫੈਸ਼ਨਲ ਥੀਏਟਰ ਹੈ, ਅਸੀਂ ਕਿੰਨੇ ਕੁ ਉਹਨਾਂ ਤੋਂ ਡਿਫਰੈਂਟ ਹਾਂ, ਕਿਹੜੀਆਂ ਟਰਮਸ ਦੇ ਉੱਪਰ ਡਿਫਰੈਂਟ ਹਾਂ। ਆਫਕੋਰਸ ਮੈਨੂੰ ਪਤਾ ਪਿੱਛੇ ਅਸੀਂ ਉਹਨਾਂ ਤੋਂ ਕਿੱਦਾਂ ਹਾਂ, ਕਿਉਂ ਹਾਂ, ਇਹ ਸਾਰੀਆਂ ਗੱਲਾਂ ਅੱਜ ਆਪਾਂ ਕਰਾਂਗੇ। ਤੇ ਮੈਨੂੰ ਲੱਗਦਾ ਸਾਡੀ ਆਡੀਅੰਸ ਦੇ ਲਈ ਸੱਚੀ ਮੁੱਚੀ ਇਹ ਇੱਕ ਬਹੁਤ ਵੈਲਿਊਏਬਲ ਟਾਕ ਹੋਏਗੀ। ਅਸੀਂ ਇੰਡੀਆ ਵਿੱਚ ਬੈਠ ਕੇ ਨਾ ਸਿਰਫ ਦਲਦਰ ਮੁਲਤਾਨੀ ਤੇ ਉਹਨਾਂ ਦੀ ਟੀਮ ਦੇ ਕੰਮ ਬਾਰੇ ਜਾਣਾਂਗੇ, ਆਪਾਂ ਉੱਥੋਂ ਦੇ ਥੀਏਟਰ ਬਾਰੇ ਵੀ ਜਾਣ ਸਕਾਂਗੇ। ਮੈਨੂੰ ਵਧੀਆ ਲੱਗ ਰਿਹਾ। मैं एक गल दसा मुल्तानी साहब, जो कुछ भी आप गल कर रहे हैं इनका पूरा डॉक्यूमेंटेशन हो रहा। वीडियो राही तो असी पूरे हिंदुस्तान में इस बाद में वीडियो रिकॉर्डिंग करके पूरे हिंदुस्तान में जा रही है।
ਜਿੱਥੇ ਜਿੱਥੇ ਵੀ ਸਾਡੇ ਜਾਣਕਾਰ ਬੈਠੇ ਆ ਉਹ ਪੂਰੇ ਹਿੰਦੁਸਤਾਨ ਤੱਕ ਤੁਹਾਡੀ ਗੱਲ ਪਹੁੰਚੇਗੀ, ਤੁਹਾਡੀ ਯੰਗ ਯਾਤਰਾ ਪਹੁੰਚੇਗੀ। ਇਲਾਵਾ ਇਸ ਦੇ ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਹੋ ਰਿਹਾ ਕਿਤਾਬ ਬਣ, ਕਿਤਾਬ ਅੰਦਰ ਵੀ ਤੁਹਾਡੀ ਜੋ ਕੁਝ ਤੁਸੀਂ ਸਾਨੂੰ ਬੋਲੋ ਇਹ ਪੂਰੇ ਐਜ਼ ਅ ਕਿਤਾਬ ਅੰਦਰ ਛਪੇਗਾ। ਇੱਕ ਰੰਗਕਰਮੀ ਕੋਸ਼ ਬਣਾ ਰਹੇ ਆ ਆਪਾਂ, ਜਿਹਦੇ ਪੰਜਾਬੀ ਰੰਗਕਰਮੀ ਕੋਸ਼, ਇਹਦੇ ਵਿੱਚ ਤਮਾਮ ਪੰਜਾਬੀ ਰੰਗਕਰਮੀ ਨੂੰ ਆਪਾਂ ਜਗ੍ਹਾ ਦੇ ਰਹੇ ਹਾਂ ਜਿਹੜੇ ਆਪਣੇ ਹੋਣ ਤੇ ਔਰ ਪੰਜਾਬੀ ਰੰਗਕਰਮ ਰਹੇ ਆ। ਜਿੰਨਾ ਪਹਿਲਾਂ ਸ਼ੁਰੂ ਕਰਾਂਗਾ ਪਾਲੀ ਸਾਹਿਬ, ਇਹਨਾਂ ਕੋਲ ਪਹਿਲਾਂ ਆਪਾਂ ਸੋਈ ਇਹਨਾਂ ਦੀ ਯਾਤਰਾ। ਹਾਂ ਬਿਲਕੁਲ ਬਿਲਕੁਲ ਜੀ। ਰਵੀ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ। ਤੇ ਪਾਲੀ ਜੀ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੇਰੀ ਇਹਨਾਂ ਨਾਲ ਮੁਲਾਕਾਤ ਕਿਸ ਤਰ੍ਹਾਂ ਹੋਈ। ਮੈਂ ਸਨ 1978 ਜੁਲਾਈ 'ਚ ਇੱਥੇ ਆਇਆ ਵਾਸ਼ਿੰਗਟਨ ਏਰੀਏ 'ਚ। ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦਾ ਸੀ, PhD ਕਰਦਾ ਸੀ ਉੱਥੇ ਮੈਂ ਡਿਪਾਰਟਮੈਂਟ ਆਫ ਬਾਟਨੀ 'ਚ। ਤੇ ਉਦੋਂ ਪੜ੍ਹਦਾ ਮੈਂ ਇੱਥੇ ਆ ਗਿਆ, ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਮੈਂ ਇੱਥੇ ਆ ਗਿਆ। ਤੇ ਮੈਨੂੰ ਜਿਹੜਾ ਨਾਟਕ ਦਾ ਸ਼ੌਕ ਜਿਹੜਾ ਕਦੋਂ ਚੜ੍ਹਿਆ, ਜਦੋਂ ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦਾ ਸੀ ਤਾਂ ਉਨੀ ਦਿਨੀ ਆਪਣਾ ਕੀ ਕਹਿੰਦੇ ਹੈਗੇ ਨੇ, ਬਲਵੰਤ ਗਾਰਗੀ ਜੀ ਨੇ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਸ਼ੁਰੂ ਕੀਤਾ ਸੀ ਪੰਜਾਬ ਯੂਨੀਵਰਸਿਟੀ 'ਚ। ਓਕੇ। ਤੇ ਉਹਨਾਂ ਦੇ ਜਾ ਕੇ ਨਾਟਕ ਵੇਖੀਦੇ ਸੀ ਓਪਨ ਏਅਰ ਥੀਏਟਰ 'ਚ ਉੱਥੇ। ਤੇ ਉਹਨਾਂ ਦਾ ਨਾਟਕ ਮੈਂ ਉਦੋਂ ਦੇਖਿਆ ਸੀ, ਕਣਕ ਦੀ ਬੱਲੀ। ਕਣਕ ਦੀ ਬੱਲੀ ਇੱਕ ਜਿਹੜੇ ਸਾਊਥ ਦੇ ਡਾਇਰੈਕਟਰ ਬੀਵੀ ਕਰੰਥ ਜੀ ਨੇ ਡਾਇਰੈਕਟ, ਹਾਂਜੀ ਉਹਨਾਂ ਨੇ ਡਾਇਰੈਕਟ ਕੀਤਾ ਸੀ ਨਾਟਕ ਉਹ। ਤੇ ਉਹਦੇ 'ਚ ਆਪਣੀ ਜਿਹੜੀ ਆ ਕਿਰਨ ਖੇਰ ਹੈ, ਇਹਨੇ ਲੀਡ ਫੀਮੇਲ ਕੈਰੈਕਟਰ ਵਿੱਚ ਪਲੇ ਕੀਤਾ ਸੀ। ਉਸ ਨਾਟਕ ਨੇ ਮੇਰੇ ਦਿਮਾਗ 'ਚ ਐਸੀ ਛਾਪ ਛੱਡੀ ਕਿ ਮੇਰਾ ਇੰਟਰਸਟ ਉਹਦੇ 'ਚ ਇਸ ਪਾਸੇ ਨੂੰ ਹੋਣਾ ਸ਼ੁਰੂ ਹੋ ਗਿਆ। ਮੈਂ ਤੇ PhD ਕਰ ਰਿਹਾ ਸੀ ਬਾਟਨੀ 'ਚ, ਤੇ ਮੇਰਾ ਸੀ ਕਿ ਮੈਂ ਜੇ ਬਾਹਰ ਨਹੀਂ ਜਾਵਾਂਗਾ ਤੇ ਇੱਥੇ ਕਿਤੇ ਪ੍ਰੋਫੈਸਰ ਲੱਗ ਜਾਵਾਂਗਾ PhD ਕਰਕੇ, ਜਾਂ ਕਿਸੇ ਰਿਸਰਚ ਇੰਸਟੀਚਿਊਟ ਸੀਨੀਅਰ ਸਾਇੰਟਿਸਟ ਬਣ ਜਾਵਾਂਗਾ ਤੇ ਸੀਨੀਅਰ ਪ੍ਰੋਫੈਸਰ ਬਣ ਕੇ, ਜਾਂ ਕਿਤੇ ਪ੍ਰਿੰਸੀਪਲ ਬਣ ਕੇ, ਜਾਂ ਕਿਤੇ ਇੱਦਾਂ ਰਿਟਾਇਰ ਹੋ ਜਾਵਾਂਗਾ। ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਮੈਂ ਅਮਰੀਕਾ ਆ ਜਾਣਾ। ਆਲ ਦਿਸ ਹੈਪਨਡ ਜਸਟ ਸਡਨਲੀ। ਤੇ ਉੱਥੋਂ ਫਿਰ ਮੈਂ ਜਿਹੜਾ ਨਾ ਉਹਨਾਂ ਨੂੰ ਦੇਖ ਕੇ, ਮੈਂ ਡਿਪਾਰਟਮੈਂਟ ਦੇ ਸਾਡੇ ਐਨੂਅਲ ਫੰਕਸ਼ਨ ਹੋਇਆ ਕਰਦੇ ਸੀ ਤੇ ਉੱਥੇ ਛੋਟੇ ਛੋਟੇ ਪਲੇ ਜਿਹੜੇ ਨੇ ਚੁੱਕਣੇ ਅਸੀਂ। ਇੱਕ ਮੈਨੂੰ ਯਾਦ ਹੈ ਕਿ ਅਸੀਂ ਪਲੇ ਕੀਤਾ ਸੀ ਅੰਗਰੇਜ਼ੀ ਦਾ, ਉਹ BA ਦੀ ਕਿਤਾਬ 'ਚ ਵੀ ਪੜ੍ਹਾਇਆ ਜਾਂਦਾ ਸੀ, ਦ ਡੀਅਰ ਡਿਪਾਰਟਡ। ਉਹ ਡੀਅਰ ਡਿਪਾਰਟਡ 'ਚ ਮੈਂ ਇੱਕ ਬਜ਼ੁਰਗ ਦਾ ਕੈਰੈਕਟਰ ਪਲੇ ਕੀਤਾ ਸੀ ਤੇ ਉਹ ਲੋਕਾਂ ਨੇ ਬੜਾ ਪਸੰਦ ਕੀਤਾ। ਸੋ ਮੈਨੂੰ ਉਦੋਂ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਮੇਰੇ 'ਚ ਨਾ ਕੋਈ ਹਿਡਨ ਟੈਲੈਂਟ ਹੈਗਾ। ਮੇਰੇ ਅੱਗੇ ਪਿੱਛੇ ਫੈਮਿਲੀ 'ਚ ਕੋਈ ਨੇੜੇ ਤੇੜੇ ਕੋਈ ਇਸ ਪਾਸੇ ਐਕਟਿੰਗ ਵਾਲੇ ਪਾਸੇ ਜਾਂ ਆਰਟ ਵਾਲੇ ਪਾਸੇ ਨਹੀਂ ਸੀ। ਫਾਦਰ ਮੇਰੇ ਫੌਜੀ ਸੀ ਤੇ ਬ੍ਰਦਰ ਮੇਰਾ ਵੱਡਾ ਉਹ ਇੰਜੀਨੀਅਰਿੰਗ ਕਰਦਾ ਸੀ। ਸੋ ਸਾਰੇ ਪੜ੍ਹਾਈ 'ਚ ਮੈਂ ਵੀ ਚੰਗਾ ਹੁੰਦਾ ਸੀ ਤੇ ਮਾਈਂਡ ਸੈਟ ਕਦੇ ਵੀ ਇਸ ਪਾਸੇ ਨਹੀਂ ਸੀ ਗਿਆ, ਫੈਮਿਲੀ 'ਚ ਕਦੇ ਕਿਸੇ ਦਾ ਨਹੀਂ ਸੀ ਗਿਆ। ਪਰ ਮੈਨੂੰ ਉਦੋਂ ਕੁਝ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੇ 'ਚ ਨਾ ਕੁਝ ਹੈਗਾ ਤੇ ਮੈਨੂੰ ਇਹ ਕਰਨਾ ਚਾਹੀਦਾ। ਉੱਥੇ ਮੈਂ ਟਰਾਈ ਕੀਤਾ ਤੇ ਉੱਥੇ ਲੋਕਾਂ ਨੇ ਬਹੁਤ ਪਸੰਦ ਕੀਤਾ, ਛੋਟੀ ਛੋਟੀਆਂ ਚੀਜ਼ਾਂ ਕਰਕੇ। ਤੇ ਜਦੋਂ ਮੈਂ ਇੱਥੇ ਆਇਆ ਤੇ ਇੱਥੇ 78 'ਚ ਆਇਆ ਤੇ ਦੇਖਿਆ ਮੈਂ ਇੱਥੇ ਕੋਈ ਥੀਏਟਰ ਨਹੀਂ ਸੀ ਕਰਦਾ, ਆਪਣਾ ਇੰਡੀਅਨ ਥੀਏਟਰ ਕੋਈ ਗਰੁੱਪ ਨਹੀਂ ਸੀ ਹੈਗਾ। ਹੌਲੀ ਹੌਲੀ ਫਿਰ ਜਿਹੜਾ ਉਹ ਨਾਟਯ ਭਾਰਤੀ ਗਰੁੱਪ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਉਹ ਇੱਥੇ ਐਸਟੈਬਲਿਸ਼ ਹੋਇਆ। ਤੇ ਉਹਨਾਂ ਦੇ ਨਾਟਕ ਜਿਹੜੇ ਨੇ, ਇੱਕ ਦੋ ਨਾਟਕ ਦੇਖੇ ਮੈਂ। ਅਜੇ ਆਪਣੇ ਸਟਰਗਲ ਕਰ ਰਿਹਾ ਸੀ, ਮੈਂ ਪੜ੍ਹਾਈ ਕਰ ਰਿਹਾ ਸੀ ਆਪਣੀ, ਉਹਨੂੰ ਮੈਂ ਬਾਟਨੀ ਨੂੰ ਛੱਡ ਕੇ ਮੈਂ ਕੰਪਿਊਟਰ ਦੀ ਪੜ੍ਹਾਈ ਸ਼ੁਰੂ ਕਰਤੀ ਇੱਥੇ ਆਇਆ ਜਦੋਂ ਮੈਂ। ਤੇ ਫਿਰ ਬੰਦੇ ਨੂੰ ਸੈਟਲ ਹੋਣ ਦਾ ਹੁੰਦਾ ਹੈ, ਬੱਚੇ ਹੋ ਗਏ, ਬੱਚਿਆਂ ਦੀ ਪਰਵਰਿਸ਼। ਤੇ ਜਦੋਂ ਤੱਕ ਮੇਰੇ ਆਪਣੀ ਫੀਲਡ 'ਚ ਪੈਰ ਨਹੀਂ ਟਿਕ ਗਏ, ਪ੍ਰੋਫੈਸ਼ਨਲ ਫੀਲਡ 'ਚ, ਉਦੋਂ ਤੱਕ ਮੈਂ ਕੁਝ ਨਹੀਂ ਕੀਤਾ। ਫਿਰ ਅਚਾਨਕ ਇੱਥੇ ਇੱਕ ਸਾਡੇ ਸੱਜਣ ਹੈਗੇ ਨੇ ਉਮੇਸ਼ ਅਗਨੀਹੋਤਰੀ। ਉਮੇਸ਼ ਜੀ ਜਿਹੜੇ ਨੇ, ਤੁਹਾਨੂੰ ਯਾਦ ਹੋਏਗਾ ਕਿ ਇੱਕ ਹਿੰਦੀ ਗਾਣਿਆਂ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ 60s, ਲੇਟ 60s 70s 'ਚ, ਚਿੱਤਰਹਾਰ। ਉਹ ਚਿੱਤਰਹਾਰ ਉਮੇਸ਼ ਅਗਨੀਹੋਤਰੀ ਨੇ ਦੂਰਦਰਸ਼ਨ ਨਾਲ ਸ਼ੁਰੂ ਕੀਤਾ ਸੀ। ਤੇ ਉਹ ਸੱਜਣ ਇੱਥੇ ਜਿਹੜੇ ਨੇ, ਇੱਥੇ ਹੀ ਐਂਡਡ ਅਪ ਇਨ ਵਾਸ਼ਿੰਗਟਨ DC ਵੌਇਸ ਆਫ ਅਮਰੀਕਾ ਨਾਲ ਐਮਪਲੋਇਮੈਂਟ ਲੈ ਕੇ ਉਹ ਇੱਥੇ ਆ ਗਏ। ਤੇ ਉਹ ਬਹੁਤ ਅੱਛੇ ਡਾਇਰੈਕਟਰ ਨੇ, ਬਹੁਤ ਸੁਲਝੇ ਹੋਏ ਡਾਇਰੈਕਟਰ ਨੇ। ਉਹਨਾਂ ਨੇ ਇੱਕ ਨਾਟਕ ਕੀਤਾ ਵਿਰਾਸਤ। ਉਹ ਵਿਰਾਸਤ 'ਚ ਸਾਡਾ ਇੱਕ ਰਿਸ਼ਤੇਦਾਰ ਸੀ, ਡਾਕਟਰ ਸੀ, ਤੇ ਉਹਨੇ ਉਹ ਸਪਾਂਸਰ ਕੀਤਾ ਸੀ ਨਾਟਕ। ਤੇ ਉਹਨੇ ਸਾਨੂੰ ਟਿਕਟਾਂ ਭੇਜੀਆਂ ਕਿ ਤੁਸੀਂ ਸਾਰੇ ਪਰਿਵਾਰ ਵਾਲੇ ਦੇਖਣ ਆਓ ਨਾਟਕ। ਉਹ ਜਦੋਂ ਮੈਂ ਨਾਟਕ ਦੇਖਣ ਗਿਆ ਨਾ ਜੀ, ਵਿਰਾਸਤ, ਤੇ ਮੇਰੇ ਜਿਹੜਾ ਅੰਦਰ ਦਾ ਰੰਗਮੰਚ ਸੀ, ਰੰਗਕਰਮੀ ਸੀ ਜਿਹੜਾ, ਉਹਨੇ ਫਿਰ ਉਭਾਰ ਲੈਣਾ ਸ਼ੁਰੂ ਕਰਤਾ।
ਤੇ ਉਸ ਤੋਂ ਬਾਅਦ ਮੈਂ ਉਮੇਸ਼ ਜੀ ਨਾਲ ਰਾਬਤਾ ਕਾਇਮ ਕੀਤਾ। ਮੈਂ ਉਹਨਾਂ ਨੂੰ ਕਿਹਾ ਕਿ ਉਮੇਸ਼ ਜੀ ਮੈਨੂੰ ਵੀ ਥੋੜਾ ਬਹੁਤ ਸ਼ੌਕ ਹੈਗਾ, ਕਦੇ ਮੌਕਾ ਹੋਏ ਤੇ ਫਿਰ ਮੈਨੂੰ ਵੀ ਚਾਂਸ ਦਿਓ। ਤੇ ਉਹਦੇ ਨਾਲ ਉਹਨਾਂ ਨਾਲ ਜਿਹੜੀ ਗੱਲਬਾਤ ਜਿਹੜੀ ਹੋਣੀ ਸ਼ੁਰੂ ਹੋ ਗਈ। ਫਿਰ ਉਹਨਾਂ ਨਾਲ ਜਿਹੜਾ ਹੈਗਾ ਨਾ, ਉਹਨਾਂ ਨਾਲ ਮੈਂ ਕੋਈ 4 ਫੁੱਲ ਲੈਂਥ ਨਾਟਕ ਕੀਤੇ, ਜਿਨ੍ਹਾਂ ਚੋਂ 3 ਮੈਂ ਤੁਹਾਨੂੰ ਦੱਸਣਾ। ਤਾਜ ਮਹਿਲ ਕਾ ਟੈਂਡਰ ਅਜੇ ਸ਼ੁਕਲਾ ਦਾ, ਤਾਜ ਮਹਿਲ ਕਾ ਟੈਂਡਰ ਚ ਮੈਂ ਸ਼ਾਹਜਹਾਂ ਦਾ ਕੈਰੈਕਟਰ ਪਲੇ ਕੀਤਾ। ਫਿਰ ਇੱਕ ਮੋਲੀਅਰ ਦਾ ਨਾਟਕ ਹੈਗਾ, ਉਹਦੀ ਹਿੰਦੀ ਅਡੈਪਟੇਸ਼ਨ ਹੈ ਬੀਵੀਓ ਕਾ ਮਦਰਸਾ, ਉਹਦੇ ਚ ਮੈਂ ਨੌਕਰ ਦਾ ਕੈਰੈਕਟਰ ਪਲੇ ਕੀਤਾ। ਸੋ ਇਦਾਂ ਉਹਨਾਂ ਨੇ ਜਿਹੜੇ ਇਹਨਾਂ ਕੋਲ 3-4 ਨਾਟਕ ਕੀਤੇ। ਤੇ ਫਿਰ ਜਿਹੜਾ ਇੱਥੇ ਇੱਕ ਸਾਡੇ ਪੰਜਾਬੀ ਗਰੁੱਪ ਪਾਕਿਸਤਾਨੀ ਲਾਹੌਰ ਦੇ ਨੇ ਬਹੁਤੇ ਸੱਜਣ, ਉਹ ਬਹੁਤ ਪੰਜਾਬੀ ਵੱਲ ਉਹਨਾਂ ਦੀ ਬਹੁਤ ਤਵੱਜੋ ਹੈ। ਉਹਨਾਂ ਨੇ ਬਹੁਤ ਕਿਤਾਬਾਂ ਜਿਹੜੀਆਂ ਨੇ ਸ਼ਾਹਮੁਖੀ ਤੋਂ ਪੰਜਾਬੀ ਟਰਾਂਸਲੇਟ ਕੀਤੀਆਂ ਨੇ ਤੇ ਪੰਜਾਬੀ ਤੋਂ ਸ਼ਾਹਮੁਖੀ ਟਰਾਂਸਲੇਟ ਕੀਤੀਆਂ ਨੇ। ਬੜਾ ਐਗਰੈਸਿਵਲੀ ਕੰਮ ਕਰਦੇ ਨੇ ਪੰਜਾਬੀ ਤੇ ਪੰਜਾਬੀਅਤ ਵਾਸਤੇ। ਉਹਨਾਂ ਨਾਲ ਮੁਲਾਕਾਤ ਹੋਈ। ਉਹਨਾਂ ਚੋਂ 2-3 ਜਿਹੜੇ ਸੱਜਣ ਸੀ, ਉਹ ਪਾਕਿਸਤਾਨੀ ਫਿਲਮ ਇੰਡਸਟਰੀ 'ਚ ਪਹਿਲਾਂ ਕੰਮ ਕਰਦੇ ਰਹੇ, ਉੱਥੇ ਸਟੇਜ ਤੇ ਕਰਦੇ ਰਹੇ, ਬੜੇ ਅੱਛੇ ਐਕਟਰ ਨੇ। ਉਹਨਾਂ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਵੀ ਅਸੀਂ ਕਿਉਂ ਨਾ ਇਕੱਠੇ ਅਸੀਂ ਕੁਝ ਪ੍ਰੋਜੈਕਟਸ ਕਰੀਏ। ਫਿਰ ਅਸੀਂ ਪੰਜਾਬੀ ਥੀਏਟਰ ਵਾਲੇ ਪਾਸੇ ਜਿਹੜਾ ਨਾ ਧਿਆਨ ਦਿੱਤਾ। ਤੇ ਅਸੀਂ ਜਿਹੜਾ ਪਹਿਲਾ ਨਾਟਕ ਕੀਤਾ ਸੀ ਪੰਜਾਬੀ ਦਾ, ਬਲਵੰਤ ਗਾਰਗੀ ਦਾ ਲੋਹਾ ਕੋਟ, ਉਹ ਲੋਹਾ ਕੋਟ ਨਾਟਕ ਬੜਾ ਪਸੰਦ ਕੀਤਾ ਗਿਆ। ਉਹ ਸਾਡੀ ਬਹੁਤ ਵਧੀਆ ਪ੍ਰੋਡਕਸ਼ਨ ਸੀ। ਉਹ ਮੈਂ ਹਾਲ 'ਚ ਆਪਣਾ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਤੇ ਇੱਥੇ ਇੱਕ ਮੰਡੀ ਥੀਏਟਰ ਆਰਗੇਨਾਈਜੇਸ਼ਨ ਹੈ ਸ਼ਿਕਾਗੋ 'ਚ, ਉਹਨਾਂ ਨੇ 3 ਮਹੀਨੇ ਦਾ ਜਿਹੜਾ ਥੀਏਟਰ ਕੁਆਰੰਟਾਈਨ ਥੀਏਟਰ ਫੈਸਟੀਵਲ ਸ਼ੁਰੂ ਕੀਤਾ ਸੀ। ਤੇ ਉਹਦੇ 'ਚ ਮੈਂ ਉਹ ਨਾਟਕ ਦਿਖਾਇਆ ਸੀ। ਕਣਕ ਦੀ ਬੱਲੀ ਵੀ ਨਾਟਕ ਦਿਖਾਇਆ ਸੀ ਉੱਥੇ। ਤੇ ਉਦੋਂ ਤੋਂ ਫਿਰ ਉਹਨਾਂ ਨਾਲ ਥੋੜਾ ਜਿਹਾ ਸਿਲਸਿਲਾ ਜਾਰੀ ਹੋ ਗਿਆ। ਲੋਹਾ ਕੋਟ ਕੀਤਾ, ਕਣਕ ਦੀ ਬੱਲੀ ਕੀਤੀ ਬਲਵੰਤ ਗਾਰਗੀ ਦੀ। ਫਿਰ ਇੱਕ ਰਾਈ ਦਾ ਪਹਾੜ ਹੈ, ਥੋੜਾ ਛੋਟਾ ਕਾਮੇਡੀ ਨਾਟਕ ਹੈ, ਕੋਈ 45-50 ਮਿੰਟ ਦਾ ਨਾਟਕ ਹੈ ਬਲਵੰਤ ਗਾਰਗੀ ਦਾ, ਉਹ ਅਸੀਂ ਕੀਤਾ। ਫਿਰ ਸਾਨੂੰ ਜਿਹੜੀ ਮੁਸ਼ਕਲਾਤ ਆਉਂਦੀ ਹੈ ਨਾ ਜੀ, ਇੱਥੇ ਸਭ ਤੋਂ ਵੱਡੀ ਮੁਸ਼ਕਲਾਤ ਆਉਂਦੀ ਹੈਗੀ ਹੈ ਕਿ ਆਡੀਅנס ਇਕੱਠੀ ਕਰਨੀ। ਲੋਕੀ ਜਿਹੜੇ ਨੇ, ਹੁਣ ਤੇ ਇੰਟਰਨੈਟ ਦਾ ਜ਼ਮਾਨਾ ਹੈ, ਲੋਕੀ ਘਰ ਬੈਠੇ ਫਿਲਮਾਂ ਦੇਖ ਲੈਂਦੇ ਨੇ। ਪਹਿਲਾਂ ਹੁੰਦਾ ਸੀ ਵੀ ਇੱਥੇ ਇੱਕਾ ਦੁੱਕਾ ਹੁੰਦਾ ਸੀ ਥੀਏਟਰ ਹੁੰਦਾ ਸੀ ਜਿੱਥੇ ਇੰਡੀਅਨ ਫਿਲਮ ਲੱਗਦੀ ਸੀ, ਤੇ ਲੋਕਾਂ ਦਾ ਉਧਰ ਧਿਆਨ ਹੁੰਦਾ ਹੈਗਾ। ਉਹ ਲੋਕੀ ਜਿਹੜਾ ਹੈਗਾ ਨਾ, $2 ਦੇ ਕੇ ਜਾ ਕੇ ਟਿਕਟ ਮਲਤਾਨੀ ਲੈ ਸਾਹਿਬ, ਕੇ। ਮੈਂ ਤੁਹਾਨੂੰ 1 ਮਿੰਟ ਲਈ ਰੋਕਣਾ ਚਾਹਾਂਗਾ ਆਪਣੇ ਤਨੇਜਾ ਸਾਹਿਬ ਦੀ ਇਜਾਜ਼ਤ ਦੇ ਨਾਲ। ਹਾਂਜੀ, ਅਸੀਂ ਤੁਹਾਡੇ ਕੋਲੋਂ ਡਿਟੇਲ ਦੇ ਵਿੱਚ ਉੱਥੋਂ ਜਿਹੜੀਆਂ ਥੀਏਟਰ ਕਰਨ ਦੀਆਂ ਮੁਸ਼ਕਲਾਂ ਨੇ ਉਹਨਾਂ ਬਾਰੇ ਗੱਲ ਕਰਨੀ ਚਾਹੁੰਦੇ ਹਾਂ। ਠੀਕ ਹੈ। ਅਸੀਂ ਚਾਹੁੰਦੇ ਸੀ ਕਿ ਤੁਸੀਂ ਥੋੜੇ ਜਿਹੇ ਆਪਣੇ ਅਨੁਭਵ ਐਜ਼ ਡਾਇਰੈਕਟਰ ਦੱਸੋ ਕਿ ਤੁਸੀਂ ਇੰਡੀਆ ਵਿੱਚ ਥੀਏਟਰ ਦੇਖ ਕੇ ਗਏ ਸੀ, ਔਰ ਉੱਥੇ ਕਿਉਂਕਿ ਤੁਹਾਨੂੰ ਆਪਣਾ ਗਰੁੱਪ ਫਾਰਮੇਟ ਕਰਨਾ ਪਿਆ, ਆਪ ਗਰੁੱਪ ਚਲਾਉਣਾ ਪਿਆ, ਤਾਂ ਤੁਹਾਡੇ ਐਜ਼ ਗਰੁੱਪ ਆਰਗੇਨਾਈਜ਼ਰ ਸਟਾਰਟਿੰਗ 'ਚ ਕੀ ਮੁਸ਼ਕਲਾਂ ਆਈਆਂ, ਔਰ ਤੁਹਾਡੇ ਕੀ ਅਨੁਭਵ ਰਹੇ ਐਜ਼ ਡਾਇਰੈਕਟਰ। ਮੈਂ ਕਹਿੰਦਾ ਅਸੀਂ ਮੁਸ਼ਕਲਾਂ ਦੀ ਗੱਲ ਬਾਅਦ 'ਚ ਕਰਦੇ ਹਾਂ। ਠੀਕ ਹੈ, ਠੀਕ ਹੈ। ਅਸੀਂ ਤੁਹਾਡੇ ਕੰਮ ਬਾਰੇ ਜਾਣਨਾ ਚਾਹੁੰਦੇ ਹਾਂ, ਤੁਹਾਡਾ ਸ਼ੁਰੂਆਤੀ ਕੰਮ ਕਿਹੜਾ ਸੀ, ਔਰ ਤੁਸੀਂ ਉਹ ਕਿੱਦਾਂ ਗਰੁੱਪ ਖੜਾ ਕੀਤਾ, ਕਿੱਦਾਂ ਜਰਨੀ ਤੁਹਾਡੀ ਸਟਾਰਟ ਹੋਈ। ਇੱਕ ਰੰਗਕਰਮੀ ਕੀ ਯਾਤਰਾ ਸਾਡਾ ਮੇਨ ਇਹ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਯਾਤਰਾ ਨੂੰ ਹੋਰ ਐਕਸਪਲੋਰ ਕਰੋ, ਔਰ ਉਹਦੇ ਵਿੱਚ ਤੁਹਾਡੇ ਫੈਮਿਲੀ ਦਾ, ਦੋਸਤਾਂ ਦਾ, ਉੱਥੋਂ ਦੇ ਲੋਕਾਂ ਦਾ ਤੁਹਾਡੇ ਪ੍ਰਤੀ ਕੀ ਐਟੀਟਿਊਡ ਸੀ। ਇਹ ਗੱਲਾਂ ਸਾਡੇ ਲਈ ਜਾਣਨੀਆਂ ਬਹੁਤ ਦਿਲਚਸਪ ਹੋਣਗੀਆਂ। ਹਾਂਜੀ, ਹਾਂਜੀ, ਨਹੀਂ ਡੈਫੀਨੇਟਲੀ। ਜਾਂ ਉਹ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਦਾਂ ਇੱਥੇ ਜਿਹੜਾ ਥੀਏਟਰ ਦਾ ਮੇਰਾ ਸਫ਼ਰ ਜਿਹੜਾ ਸ਼ੁਰੂ ਹੋਇਆ ਹੈ, ਕਿਸ ਤਰ੍ਹਾਂ ਥੀਏਟਰ ਕਰਨਾ ਇੱਥੇ ਸ਼ੁਰੂ ਕੀਤਾ ਹੈ, ਤੇ ਉਹਦੇ ਨਾਲ ਫਿਰ ਜਿਹੜਾ ਇੰਟਰਸਟ ਹੋਰ ਵਧਣਾ ਸ਼ੁਰੂ ਹੋ ਗਿਆ। ਫਿਰ ਅਸੀਂ ਛੋਟਾ ਜਿਹਾ ਆਪਣਾ ਗਰੁੱਪ ਫਾਰਮ ਕੀਤਾ, ਈਸ਼ਾ ਇੰਟਰਨੈਸ਼ਨਲ ਸਿੱਖ ਹੈਰੀਟੇਜ ਐਸੋਸੀਏਸ਼ਨ। ਉਹਦੇ 'ਚ ਅਸੀਂ ਸੈਮੀਨਾਰਸ ਕਰਦੇ ਸੀ, ਹੋਰ ਕਵੀ ਦਰਬਾਰ ਕਰਦੇ ਸੀ। ਤੇ ਥੀਏਟਰ ਵਾਲੇ ਪਾਸੇ ਉਹਦੇ 'ਚ ਜਿਹੜਾ ਘੱਟ ਇੰਟਰਸਟ ਹੈਗਾ ਸੀ, ਸੋ ਮੈਂ ਆਪਣਾ ਜਿਹੜਾ ਥੀਏਟਰ ਦਾ ਇੰਟਰਸਟ ਸੀ ਉਹਦੇ 'ਚ ਥੋੜਾ ਜਿਹਾ ਇੰਪੋਜ਼ ਕਰਨਾ ਸ਼ੁਰੂ ਕੀਤਾ। ਤੇ ਉਹ ਸਾਡੇ ਆਪਣਾ ਡਾਕਟਰ ਸਾਹਿਬ ਵਿਚਾਰੇ ਗੁਜ਼ਰ ਗਏ ਨੇ, ਨੈਫਰੋਲੋਜਿਸਟ, ਬੜੇ ਸਕਸੈਸਫੁਲ ਨੈਫਰੋਲੋਜਿਸਟ ਸੀ, ਡਾਕਟਰ ਇਸ਼ਪਾਲ ਸਿੰਘ ਔਜਲਾ। ਉਹਨਾਂ ਨੇ ਸਾਨੂੰ ਜਿਹੜਾ ਨਾ ਪੈਸੇ ਦੇਣੇ, ਉਹਨਾਂ ਨੇ ਪੁੱਛਣਾ ਕਾਕਾ ਕਰ ਰਹੇ ਹੋ ਕੁਛ? ਹਾਂਜੀ ਡਾਕਟਰ ਸਾਹਿਬ ਕਰ ਰਹੇ ਆ। ਪੈਸੇ ਚਾਹੀਦੇ ਨੇ? ਹਾਂਜੀ। ਉਹਨਾਂ ਨੇ $2,500-3,000 ਦਾ ਚੈੱਕ ਕਰਕੇ ਦੇ ਦੇਣਾ, ਤੇ ਇਸ ਤਰ੍ਹਾਂ ਅਸੀਂ ਜਿਹੜਾ ਉਹ ਪੈਸਾ ਲਗਾ ਕੇ ਤੇ ਅਸੀਂ ਥੀਏਟਰ ਕਰਨਾ ਸ਼ੁਰੂ ਕੀਤਾ। ਤੇ ਸਾਨੂੰ ਜਿਹੜੀਆਂ ਸਭ ਤੋਂ ਜ਼ਿਆਦਾ ਵੱਡੀਆਂ ਮੁਸ਼ਕਲਾਂ ਆਉਂਦੀਆਂ ਨੇ ਇੱਥੇ, ਉਹ ਨੇ ਆਡੀਅנס। ਦਰਅਸਲ ਦੋ ਮੇਜਰ ਮੁਸ਼ਕਲਾਤਾਂ ਨੇ। ਇੱਕ ਆਡੀਅנס ਨੂੰ, ਸਾਡੀ ਆਡੀਅנס ਨੂੰ ਜਿਹੜਾ ਨਾ ਬਿਲਕੁਲ ਥੀਏਟਰ ਦਾ ਸ਼ੌਕ ਨਹੀਂ, ਖਾਸ ਕਰਕੇ ਪੰਜਾਬੀ ਆਡੀਅנס ਨੂੰ। ਤੇ ਉਹ ਪੰਜਾਬੀ ਆਡੀਅנס ਨੂੰ ਸ਼ੌਕ ਨਾ ਹੋਣ ਕਰਕੇ ਫਿਰ ਘੱਟ ਲੋਕ ਦੇਖਣ ਲਈ ਆਉਣ, ਤੇ ਐਕਟਰ ਜਿਹੜੇ ਨੇ ਥੋੜੇ ਫਰਸਟ੍ਰੇਟ ਹੋਣਾ ਸ਼ੁਰੂ ਹੋ ਜਾਂਦੇ ਨੇ। ਤੇ ਉਸ ਕਰਕੇ ਜਿਹੜਾ ਫਿਰ ਮੇਰਾ ਜਿਹੜਾ ਝੁਕਾਵ ਥੋੜਾ ਹਿੰਦੀ ਥੀਏਟਰ ਵਾਲੇ ਪਾਸੇ ਸ਼ੁਰੂ ਹੋ ਗਿਆ, ਕਿਉਂਕਿ ਹਿੰਦੀ ਥੀਏਟਰ ਦੀ ਥੋੜੀ ਬਹੁਤ ਆਡੀਅנס ਹੈਗੀ ਇੱਥੇ। ਨਾਟਕ ਜੇ ਕਰਨੇ ਆ ਸਾਡੇ ਲੋਕਲ ਏਰੀਆ 'ਚ, 400-500 ਬੰਦਾ 500 ਬੰਦਾ ਸਾਡਾ ਨਾਟਕ ਦੇਖ ਲੈਂਦਾ, 2 ਸ਼ੋਅ ਕਰੀਏ ਤੇ।
ਸੋ ਇਸ ਤਰ੍ਹਾਂ ਜਿਹੜਾ ਹੈਗਾ ਫਿਰ ਮੇਰਾ ਜਿਹੜਾ ਝੁਕਾਵ ਜਿਹੜਾ ਹਿੰਦੀ ਥੀਏਟਰ ਵਾਲੇ ਪਾਸੇ ਸ਼ੁਰੂ ਹੋ ਗਿਆ। ਦੂਜੀ ਸਾਨੂੰ ਜਿਹੜੀ ਮੁਸ਼ਕਲਾਤ ਇੱਥੇ ਆਈ ਹੈ ਜੀ, ਉਹ ਆਈ ਹੈ ਸਕ੍ਰਿਪਟਸ ਦੀ। ਹੁਣ ਜਿਹੜੀਆਂ ਸਕ੍ਰਿਪਟਸ ਨੇ, ਜਿਹੜੀਆਂ ਥੋੜੀਆਂ ਹਟ ਕੇ ਸਕ੍ਰਿਪਟਸ ਨੇ, ਕੰਟੈਂਪਰੇਰੀ ਸਕ੍ਰਿਪਟਸ ਨੇ, ਉਹ ਬਹੁਤੀਆਂ ਸਾਰੀਆਂ ਪਬਲਿਸ਼ ਨਹੀਂ ਹੁੰਦੀਆਂ। ਹਾਂਜੀ। ਤੇ ਹੁਣ ਮੈਂ ਹੁਣ ਕਿਤਾਬਾਂ ਖਰੀਦਦਾ ਰਹਿਣਾ, ਹਿੰਦੀ ਬੁੱਕ ਸੈਂਟਰ ਹੈ ਦਿੱਲੀ 'ਚ, ਉਹਨਾਂ ਕੋਲੋਂ ਕਿਤਾਬਾਂ ਖਰੀਦਦਾ ਰਹਿਣਾ, ਪਰ ਬਹੁਤ ਸਾਰੇ ਨਾਟਕ ਜਿਹੜੇ ਮੈਂ ਪੜ੍ਹਨਾ, ਇੰਟਰਨੈਟ ਤੇ ਪੜ੍ਹਨਾ, ਜਿਹੜਾ ਹਿੰਦੁਸਤਾਨ 'ਚ ਹੋ ਰਹੇ ਨੇ, ਉਹ ਪਬਲਿਸ਼ ਨਾਟਕ ਨਹੀਂ ਹੈਗੇ, ਤੁਹਾਨੂੰ ਮਿਲਦੇ ਨਹੀਂ ਹੈਗੇ। ਤੇ ਉਸ ਕਰਕੇ ਨਾ ਅਸੀਂ ਬੜੇ ਲਿਮਿਟ ਹੋ ਜਾਂਦੇ ਹਾਂ, ਅਸੀਂ ਵੀ ਕਿਸ ਤਰ੍ਹਾਂ ਨਾਟਕ ਕਰੀਏ, ਅਸੀਂ ਕਿਸ ਤਰ੍ਹਾਂ ਕਿੱਥੋਂ ਸਕ੍ਰਿਪਟਸ ਲਿਆਈਏ। ਤੇ ਫਿਰ ਕੀ ਹੋਇਆ ਕਿ ਜੀ 2010 ਚ ਮੈਂ ਮੇਰੇ ਬਜ਼ੁਰਗ ਫਾਦਰ ਮੇਰੇ ਕੋਲ ਰਹਿੰਦੇ ਸੀ, ਤੇ ਉਹ 2009 ਚ ਗੁਜ਼ਰ ਗਏ ਸੀ। ਉਹਨਾਂ ਦੇ ਫੁੱਲ ਲੈ ਕੇ ਮੈਂ ਤੇ ਮੇਰੀ ਵਾਈਫ ਅਸੀਂ ਇੰਡੀਆ ਆਏ। ਤੇ ਉਸ ਵਕਤ ਦੇ ਦੌਰਾਨ ਜਿਹੜਾ ਨਾ ਡਾਕਟਰ ਪਾਲੀ ਭੁਪਿੰਦਰ ਹੋਣਾ ਦਾ ਇੱਕ ਐਕਟਰ, ਆਪਣਾ ਭਲਾ ਜਿਹਾ ਨਾਂ ਉਹਦਾ ਗੋਲਡੀ ਖੁਰਾਨਾ, ਉਹਦੇ ਨਾਲ ਫੇਸਬੁੱਕ ਤੇ ਮੁਲਾਕਾਤ ਹੋਈ। ਤੇ ਉਹ ਇੰਟਰਸਟ ਲੈਣ ਲੱਗ ਗਿਆ ਥੋੜਾ ਜਿਹਾ ਮੇਰੇ ਥੀਏਟਰ ਐਕਟੀਵਿਟੀਜ਼ ਤੇ, ਮੈਨੂੰ ਪੁੱਛਣ ਲੱਗਿਆ ਕੀ ਕਰਦੇ ਹੋ, ਕਿੱਦਾਂ ਕਰਦੇ ਹੋ। ਮੈਂ ਵੀ ਉਹਨੂੰ ਪੁੱਛਣਾ ਸ਼ੁਰੂ ਕੀਤਾ। ਉਹ ਕਹਿੰਦਾ ਕਿ ਪਾਲੀ ਭੁਪਿੰਦਰ ਜੀ ਦੇ ਨਾਟਕ ਅਸੀਂ ਜਿਹੜੇ ਨੇ ਉਹ ਬਹੁਤ ਖੇਡਨੇ ਆ ਇੱਥੇ। ਤੇ ਮੈਂ ਇਹਨਾਂ ਨੂੰ ਨਹੀਂ ਸੀ ਜਾਣਦਾ, ਕਿਉਂਕਿ ਮੈਂ ਇੰਨੇ ਸਾਲਾਂ ਦਾ ਇੱਥੇ ਆ ਗਿਆ ਸੀ, ਮੈਂ ਬਹੁਤ ਸਾਰੇ ਜਿਹੜੇ ਰੰਗ ਕਰਮੀ ਨੇ ਪੰਜਾਬ ਦੇ ਉਹਨਾਂ ਨੂੰ ਨਹੀਂ ਜਾਣਦਾ ਸੀ। ਸੋ ਉਹਨੇ ਮੈਨੂੰ ਡਾਕਟਰ ਸਾਹਿਬ ਨਾਲ ਇੰਟਰੋਡਿਊਸ ਕਰਾਇਆ। ਤੇ 2010 ਚ ਮੇਰੀ ਵਾਈਫ ਤੇ ਮੈਂ ਅਸੀਂ ਹਫਤੇ ਲਈ ਇੰਡੀਆ ਗਏ ਆ, ਤੇ ਬਠਿੰਡੇ ਇੱਕ ਰਾਤ ਲਈ ਜਾਣਾ ਸੀ। ਮੇਰਾ ਕਲਾਸ ਫੈਲੋ ਸੀ, ਉਹਦੀ ਬੇਟੀ ਦਾ ਵਿਆਹ ਸੀ। ਤੇ ਉੱਥੇ ਡਾਕਟਰ ਸਾਹਿਬ ਨੂੰ ਮੈਂ ਸੈੱਟ ਕਰ ਲਿਆ ਕਿ ਜਿਹੜੇ ਹੋਟਲ 'ਚ ਠਹਿਰੇ ਸੀ ਉੱਥੇ ਤੁਸੀਂ ਆ ਜਾਓ, ਤੇ ਉੱਥੇ ਸਾਡੇ ਕੋਲ 2-3 ਘੰਟੇ ਹੈਗੇ ਨੇ, ਲੈਟਸ ਹੈਵ ਡਿਨਰ ਟੁਗੇਦਰ। ਉੱਥੇ ਇਹਨਾਂ ਨਾਲ ਮੁਲਾਕਾਤ ਹੋਈ। ਉਸ ਤੋਂ ਬਾਅਦ ਇਹਨਾਂ ਨੇ ਆਪਣੀਆਂ ਸਾਰੀਆਂ ਸਕ੍ਰਿਪਟਸ ਦਾ ਜਿਹੜਾ ਨਾ ਖਜ਼ਾਨਾ ਸਾਨੂੰ ਖੋਲ ਦਿੱਤਾ। ਮੇਰੇ ਕੋਲ ਤਕਰੀਬਨ ਇਹਨਾਂ ਦੀ ਹਰ ਇੱਕ ਸਕ੍ਰਿਪਟ ਹੈਗੀ ਹੈ। ਇਹਨਾਂ ਦੀਆਂ 3 ਸਕ੍ਰਿਪਟਸ ਜਿਹੜੀਆਂ ਨੇ ਮੈਂ ਪੰਜਾਬੀ ਤੋਂ ਹਿੰਦੀ 'ਚ ਅਡੈਪਟ ਕੀਤੀਆਂ ਨੇ, RSVP, ਰਾਤ ਚਾਨਣੀ ਤੇ ਟੈਰਰਿਸ ਦੀ ਪ੍ਰੇਮਿਕਾ, ਜਿਹਨਾਂ ਚੋਂ 2 ਅਸੀਂ ਨਾਟਕ ਖੇਡ ਚੁੱਕੇ ਹਾਂ। RSVP ਅਸੀਂ ਪੰਜਾਬੀ 'ਚ ਵੀ ਖੇਡਿਆ ਤੇ ਅਸੀਂ ਹਿੰਦੀ 'ਚ ਵੀ ਨਾਟਕ ਖੇਡਿਆ। ਉਹਦੇ ਦਰਅਸਲ ਇਸ ਸਾਲ ਅਸੀਂ 3 ਟਰੈਵਲ ਸ਼ੋਅ ਕਰਨੇ ਸੀ। ਇੱਕ ਤੇ ਅਸੀਂ ਕਰਨਾ ਸੀ ਸ਼ਿਕਾਗੋ 'ਚ ਜੂਨ 'ਚ, ਅਗਸਤ 'ਚ ਅਸੀਂ ਕਰਨਾ ਸੀ ਬੋਸਟਨ 'ਚ, ਤੇ ਮਈ 'ਚ ਅਸੀਂ ਕਰਨਾ ਸੀ ਐਡਮਿੰਟਨ ਕੈਨੇਡਾ 'ਚ। ਉਹ ਕੋਵਿਡ ਕਰਕੇ ਉਹ ਸਾਡੇ ਤਿੰਨੋਂ ਜਿਹੜੇ ਨੇ ਸ਼ੋਅ ਨਹੀਂ ਹੋ ਸਕੇ। ਸੋ ਇਸ ਤਰ੍ਹਾਂ ਇਹ ਮੇਰੀ ਜਿਹੜੀ ਹੈਗੀ ਹੁਣ ਤੱਕ ਦੀ ਜਰਨੀ ਹੈਗੀ ਹੈ। ਟੈਰਰਿਸ ਦੀ ਪ੍ਰੇਮਿਕਾ ਇਹਨਾਂ ਦਾ ਅਸੀਂ ਖੇਡਿਆ, ਹਿੰਦੀ 'ਚ ਖੇਡਿਆ, ਬਹੁਤ ਪਸੰਦ ਆਇਆ। ਉਹ ਫਿਰ ਮੇਰੇ ਬੰਗਾਲੀ ਗਰੁੱਪ ਹੈ ਜਿਹਨਾਂ ਨਾਲ ਮੈਂ ਐਸੋਸੀਏਟ ਕਰਨਾ, ਇੱਥੇ ਨਾਟਕ ਦਾ ਗਰੁੱਪ ਹੈ ਈਬੋਂਗ ਥੀਏਟਰਿਕਸ। ਉਹਨਾਂ ਨੇ ਪੁੱਛਿਆ ਵੀ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਅਸੀਂ ਬੰਗਾਲੀ 'ਚ ਕਰ ਲਈਏ, ਇਹਨੂੰ ਅਡੈਪਟ ਕਰ ਲਈਏ। ਉਹਨਾਂ ਨੇ ਬੰਗਾਲੀ 'ਚ ਅਡੈਪਟ ਕਰਕੇ ਉਹ ਨਾਟਕ ਕਲਕੱਤੇ ਪ੍ਰੈਸਟੀਜੀਅਸ ਥੀਏਟਰ ਫੈਸਟੀਵਲ 'ਚ ਖੇਡ ਕੇ ਆਏ ਨੇ ਪਿਛਲੇ ਸਾਲ। ਮੈਨੂੰ ਉਹਨਾਂ ਨੇ ਭੇਜਿਆ ਨਹੀਂ ਸਕ੍ਰਿਪਟ, ਜਾਂ ਕੋਈ ਮੈਨੂੰ ਮਟੀਰੀਅਲ ਭਿਜਵਾ ਦਿੰਦੇ। ਹਾਂਜੀ, ਮੈਂ ਉਹਨਾਂ ਨਾਲ ਗੱਲ ਕਰਾਂਗਾ। ਕੋਵਿਡ ਕਰਕੇ ਨਾ ਉਹਨਾਂ ਨਾਲ ਮੁਲਾਕਾਤ ਜਿਹੜੀ ਹੈ ਬਹੁਤ ਘਟ ਗਈ ਪਰਸਨਲੀ। ਅੱਛਾ ਮੁਲਤਾਨੀ ਸਾਹਿਬ, ਚਲੋ ਛੱਡੋ ਪਰਸਨਲ, ਫਿਰ ਜਦੋਂ ਤੁਹਾਡੀ ਫੈਮਿਲੀ ਦਾ, ਜਦੋਂ ਤੁਸੀਂ ਥੀਏਟਰ ਕਰਨਾ ਸ਼ੁਰੂ ਕੀਤਾ ਅਮਰੀਕਾ ਦੇ ਵਿੱਚ, ਤੇ ਫੈਮਿਲੀ ਦਾ, ਦੋਸਤਾਂ ਦਾ ਕੀ ਮਤਲਬ ਕਿ ਰਿਐਕਸ਼ਨ ਸੀ? ਫੈਮਿਲੀ ਦੀ ਬੜੀ ਸਪੋਰਟ ਸੀ। ਤੁਸੀਂ ਮੇਰੀ ਵਾਈਫ ਨੂੰ ਮਿਲ ਚੁੱਕੇ ਹੋ ਕਿ ਤੁਹਾਡੇ ਬੈਟਰ ਹਾਫ ਤੋਂ ਬਿਨਾਂ ਤੁਸੀਂ ਵੀ ਜ਼ਿੰਦਗੀ 'ਚ ਕੁਝ ਵੀ ਕਰਨਾ ਚਾਹੋ, ਤੁਸੀਂ ਸਕਸੈਸਫੁਲ ਨਹੀਂ ਹੋਵੋਗੇ ਜੇ ਤੁਹਾਨੂੰ ਸਪੋਰਟ ਨਹੀਂ ਹੋਏਗੀ। ਉਹਨੇ ਮੈਨੂੰ ਪੂਰੀ ਤਰ੍ਹਾਂ ਸਪੋਰਟ ਕੀਤਾ। ਔਰ ਦੂਜਾ ਮੈਨੂੰ ਜਿਹੜੀ ਸਪੋਰਟ ਸੀ, ਜਿਹੜੇ ਮੇਰੇ ਵੱਡੇ ਸਾਂਢੂ ਸਾਹਿਬ ਸੀ, ਉਹ 1963 'ਚ ਇੱਥੇ ਆਏ ਸੀ, ਤੇ ਉਹ ਕਲਚਰ ਨਾਲ ਬਹੁਤ ਅਟੈਚਡ ਹੈਗੇ ਸੀ, ਆਪਣੇ ਹੈਰੀਟੇਜ ਨਾਲ, ਕਲਚਰ ਨਾਲ ਬਹੁਤ ਅਟੈਚਡ ਹੈਗੇ ਸੀ। ਤੇ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਬੰਦਾ, ਮੇਰਾ ਛੋਟਾ ਭਰਾ, ਇਹ ਪਰਸਿਊ ਕਰਨਾ ਚਾਹੁੰਦਾ ਹੈ, ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਉਹਨਾਂ ਨੇ ਫਾਈਨੈਂਸ਼ਲੀ ਸਪੋਰਟ ਕੀਤਾ। ਉਹਨਾਂ ਨੇ ਮੈਨੂੰ ਆਪਣੇ ਫਰੈਂਡਸ ਨਾਲ, ਜਿੰਨੇ ਵੀ ਉੱਥੇ ਕਨੈਕਟਡ ਫਰੈਂਡ ਸੀ, ਉਹਨਾਂ ਨਾਲ ਇੰਟਰੋਡਿਊਸ ਕੀਤਾ। ਡਾਕਟਰ ਇਸ਼ਪਾਲ ਸਿੰਘ ਦੀ ਮੈਂ ਗੱਲ ਕਰ ਰਿਹਾ, ਡਾਕਟਰ ਇਸ਼ਪਾਲ ਸਿੰਘ ਔਜਲਾ, ਡਾਕਟਰ ਸਾਹਿਬ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ। ਉਹਨਾਂ ਨੇ ਕਦੇ ਸਾਨੂੰ ਫਾਈਨੈਂਸ਼ਲੀ ਕੋਈ ਦਿੱਕਤ ਨਹੀਂ ਆਉਣ ਦਿੱਤੀ। ਤੇ ਬਾਕੀ ਅਸੀਂ ਰਿਹਰਸਲਸ ਕਰਨ ਵਾਸਤੇ, ਸਾਡੇ ਕੋਲ ਮੇਰੇ ਖਿਆਲ ਹੈ ਸਾਰੇ ਰੰਗ ਕਰਮੀਆਂ ਦੀ ਪ੍ਰੋਬਲਮ ਹੈ ਕਿ ਰਿਹਰਸਲ ਕਰਨ ਵਾਸਤੇ ਜਗ੍ਹਾ ਨਹੀਂ ਹੁੰਦੀ। ਸੋ ਅਸੀਂ ਕੀ ਕਰ ਰਹੇ ਹਾਂ, ਸਾਡੇ ਘਰ ਪਰਮਾਤਮਾ ਦੀ ਕਿਰਪਾ ਨਾਲ ਘਰ 'ਚ ਸਾਡੇ ਚੰਗੇ ਸਾਈਜ਼ ਦੇ ਨੇ, ਤੇ ਥੱਲੇ ਫਿਨਿਸ਼ਡ ਬੇਸਮੈਂਟਸ ਨੇ ਘਰਾਂ 'ਚ। ਤੇ ਅਸੀਂ ਬੇਸਮੈਂਟ ਜਿਹੜਾ ਨਾ, ਜਿੰਨੇ ਜੇ 4 ਮਹੀਨੇ ਪਲੇ ਦੀ ਰਿਹਰਸਲ ਹੋ ਰਹੀ ਹੈ, ਤੇ 4 ਮਹੀਨੇ 5 ਮਹੀਨੇ ਉੱਥੇ ਸੈੱਟ ਲੱਗਾ ਰਹਿਣਾ ਥੱਲੇ। ਜੋ ਵੀ ਅਸੀਂ ਉੱਥੇ ਕਰਨਾ, ਸਟੇਜ ਤੇ ਜਾ ਕੇ ਕਰਨਾ, ਅਸੀਂ ਉੱਥੇ ਥੱਲੇ ਲਾ ਲੈਣੇ ਤੇ ਉੱਥੇ ਆਪਣੀ ਰਿਹਰਸਲਸ ਕਰਨੇ ਆ। ਸੋ ਇਸ ਤਰ੍ਹਾਂ ਜਿਹੜਾ ਨਾ ਦੌਰ ਚੱਲਦਾ ਗਿਆ। ਕੋਈ ਛੋਟੀ ਜੀ ਪ੍ਰੋਜੈਕਟ ਤੋਂ ਲੈ ਕੇ ਵੱਡੀ ਪ੍ਰੋਜੈਕਟ, ਸਭ ਕੁਝ ਮਿਕਸ ਕਰਕੇ ਕਰਦੇ ਰਹੇ ਇੰਨੇ ਸਾਲ।
ਐਕਟਰ ਲੱਭਣ ਦੀਆਂ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਐਕਟਰ ਲੱਭਣ ਦੀਆਂ? ਹਾਂ ਮੈਂ ਆਮ ਗਲੈਡ ਯੂ ਆਸਕਡ ਮੀ ਦੈਟ। ਡਾਕਟਰ ਸਾਹਿਬ ਮੇਰਾ ਮੰਨਣਾ ਹੈ ਕਿ ਤੁਸੀਂ ਤੇ ਰਵੀ ਜੀ ਤੇ ਤੁਸੀਂ ਤੇ ਖੈਰ ਯੂ ਆਰ ਬਿਗ ਵਿਗਸ ਇਨ ਥੀਏਟਰ, ਤੁਹਾਡੇ ਸਾਹਮਣੇ ਗੱਲ ਕਰਨੀ ਕੋਈ ਤੇ ਸੂਰਜ ਨੂੰ ਚਿਰਾਗ ਵਿਖਾਉਣ ਵਾਲੀ ਗੱਲ ਹੈ। ਮੇਰਾ ਮੰਨਣਾ ਹੈ ਕਿ ਜਿਹੜਾ ਕਲਾਕਾਰ ਹੈ ਨਾ, ਆਰਟਿਸਟ ਹੈ, ਉਹ ਪਤਾਇਸ਼ੀ ਹੈ। ਐਕਟਰ ਬਣਾਇਆ ਜਾ ਸਕਦਾ, ਆਰਟਿਸਟ ਨਹੀਂ ਬਣਾਇਆ ਜਾ ਸਕਦਾ। ਆਰਟਿਸਟ ਨੂੰ ਤਕਨੀਕੀ ਵਿਦਿਆ ਦੇ ਕੇ ਉਹਨੂੰ ਜੋ ਵੀ ਥੀਏਟਰ ਦੀਆਂ ਟੈਕਨੀਕਸ ਨੇ ਉਹ ਸਿਖਾ ਕੇ ਉਹਨੂੰ ਇੰਪਰੂਵ ਕੀਤਾ ਜਾ ਸਕਦਾ, ਪਰ ਉਹਨੂੰ ਬਣਾਇਆ ਨਹੀਂ ਜਾ ਸਕਦਾ। ਸੋ ਇਸ ਕਰਕੇ ਜਦੋਂ ਮੈਂ ਐਕਟਰ ਲੱਭਣਾ ਨਾ ਤੇ ਮੈਂ ਨਾਟਕ ਤਾਂ ਚੁੱਕਣਾ ਜਦੋਂ ਮੈਂ ਦੇਖਣਾ ਕਿ ਇਹਨੂੰ ਜਸਟੀਫਾਈ ਕਰਨ ਵਾਲੇ ਮੇਰੇ ਕੋਲ ਐਕਟਰ ਹੈਗੇ ਨੇ ਕਿ ਨਹੀਂ ਹੈਗੇ। ਅਪਰੋਚ ਬਹੁਤ ਲੋਕ ਕਰਦੇ ਨੇ, ਮੈਂ ਸਕੂਲ 'ਚ ਕਰਦਾ ਰਿਹਾ ਜਾਂ ਕਰਦੀ ਰਹੀ ਹਾਂ, ਜਾਂ ਮੈਂ ਕਾਲਜ ਕੀਤਾ ਹੈ, ਜਾਂ ਮੈਂ ਇਹ ਫਲਾਣੀ ਸਕਿੱਟ ਕੀਤੀ ਸੀ, ਇਹ ਕੀਤਾ ਸੀ, ਉਹ ਕੀਤਾ। ਜਦੋਂ ਉਹਨਾਂ ਨਾਲ ਗੱਲਬਾਤ ਕਰੋ, ਜਦੋਂ ਦੇਖੋ, ਉਹਨਾਂ ਨੂੰ ਟਰਾਈ ਕਰੋ ਤੇ ਬਿਲਕੁਲ ਬਲੈਂਕ ਹੁੰਦੇ ਨੇ। ਸੋ ਇਸ ਕਰਕੇ ਜਿਹੜੇ ਸਹੀ ਕਲਾਕਾਰ ਨੇ ਨਾ ਉਹ ਬਹੁਤ ਘੱਟ ਨੇ। ਉਸ ਕਰਕੇ ਸਾਨੂੰ ਇਹ ਲਿਮਿਟੇਸ਼ਨ ਆਉਂਦੀ ਹੈ ਕਿ ਅਸੀਂ ਜਿਹੜੀ ਨਾ ਵੱਡੀ ਕਾਸਟ ਵਾਲੇ ਨਾਟਕ ਨਹੀਂ ਚੁੱਕ ਸਕਦੇ। ਅਸੀਂ ਹੁਣ ਜਦੋਂ ਪੰਜਾਬੀ ਕਰਨ ਲੱਗੇ ਸੀ ਤੇ ਅਸੀਂ ਬਲਵੰਤ ਗਾਰਗੀ ਦਾ ਨਾਟਕ ਹੈ ਇੱਕ ਗਗਨ ਮੇਂ ਥਾਲ, ਗਗਨ ਮੇਂ ਥਾਲ ਅਸੀਂ ਨਾਟਕ ਚੁੱਕਿਆ। ਗਗਨ ਮੇਂ ਥਾਲ ਨਾਟਕ ਚੁੱਕਿਆ ਤੇ ਉਹਦੀ ਹੁਣ 13-14 ਜਣਿਆਂ ਦੀ ਕਾਸਟ ਸੀ ਤੇ ਉਹਦੇ ਅਸੀਂ ਕਾਸਟਿਊਮ ਵੀ ਸਾਰੇ ਇੰਡੀਆ ਤੋਂ ਅਸੀਂ ਇੰਪੋਰਟ ਕਰ ਲਏ। ਅੱਛਾ, ਉਹ ਹੁਣ ਜਿਹੜਾ 13-14 ਸਾਡੇ ਕੋਲ ਤੇ ਇੰਨੇ ਬੰਦੇ ਐਕਟਰ ਹੈਗੇ ਨਹੀਂ ਸੀ। ਅਸੀਂ ਜਿਹੜੇ ਪਾਕਿਸਤਾਨੀ ਗਰੁੱਪ ਨਾਲ ਜੁੜੇ ਸੀ ਉਹਨਾਂ ਅੱਗੇ ਅਸੀਂ ਪ੍ਰੈਜ਼ੈਂਟ ਕੀਤਾ ਵੀ ਆਹ ਨਾਟਕ ਅਸੀਂ ਕਰਨਾ ਚਾਹੁੰਦੇ ਹਾਂ। ਅੱਛਾ, ਉਹ ਥੋੜੇ ਜਿਹੇ ਕਾਮਰੇਡ ਕਿਸਮ ਦੇ ਲੋਕ ਹੈ, ਉਹਨਾਂ ਨੇ ਕਿਹਾ ਜੀ ਇਹ ਧਾਰਮਿਕ ਨਾਟਕ ਅਸੀਂ ਨਹੀਂ ਕਰਨਾ। ਉਹ ਸਾਰੀਆਂ ਡਰੈਸਾਂ ਅਜੇ ਤੱਕ ਉਹ ਸਾਡਾ ਨਾਟਕ ਨਹੀਂ ਹੋਇਆ, ਅਜੇ ਤੱਕ ਮੇਰੇ ਕੋਲ ਡਰੈਸਾਂ ਜਿਹੜੀਆਂ ਨਾ ਸਾਰੀਆਂ ਬਕਸੇ 'ਚ ਪਈਆਂ ਨੇ ਮੇਰੇ ਗਰਾਜ 'ਚ, ਪਰ ਉਹ ਸਾਡਾ ਨਾਟਕ ਨਹੀਂ ਹੋ ਸਕਿਆ। ਉਹ ਮੁਲਤਾਨੀ ਸਾਹਿਬ ਦਾ, ਮੇਰੇ ਜਿਹੜੇ ਸਾਂਢੂ ਸਾਹਿਬ ਸੀ, ਜਿਹੜਾ ਬਲਵੰਤ ਸਿੰਘ ਮੁਲਤਾਨੀ, ਤੁਸੀਂ ਨਹੀਂ ਸੀ ਮਿਲ ਸਕੇ ਉਹਨਾਂ ਨੂੰ, ਉਹ 2 ਸਾਲ ਪਹਿਲਾਂ ਗੁਜ਼ਰ ਗਏ ਨੇ। ਉਹ ਉਹਨਾਂ ਦੀ ਡਿਜ਼ਾਇਰ ਸੀ ਉਹ ਨਾਟਕ ਜਿਹੜਾ ਹੈਗਾ ਨਾ ਗੁਰਦੁਆਰਿਆਂ 'ਚ ਲੈ ਕੇ ਜਾਣਾ ਚਾਹੁੰਦੇ ਸੀ, ਗੁਰਦੁਆਰਿਆਂ ਦੀ ਆਡੀਅנס ਨੂੰ ਦਿਖਾਉਣਾ ਚਾਹੁੰਦੇ ਸੀ ਨਾਟਕ ਉਹ। and that was a perfect script to attract audience, ਪੰਜਾਬੀ audience। ਕਿਉਂਕਿ ਗੁਰਦੁਆਰੇ ਦੇ ਨਾਂ ਤੇ ਤੁਸੀਂ ਕਹੋ ਲੋਕੀ ਆ ਜਾਂਦੇ ਨੇ, ਜਾਂ ਖਾਣ ਪੀਣ ਲਈ ਕਹੋ ਲੋਕੀ ਆ ਜਾਂਦੇ ਨੇ। ਜਦੋਂ ਕਹੋ ਵੀ ਤੁਸੀਂ ਨਾਟਕ ਦੇਖਣਾ ਤੇ ਉਦੋਂ ਕੋਈ ਨਹੀਂ, ਤੁਸੀਂ ਅੱਧੀ ਰਾਤ ਨੂੰ ਸੱਦ ਲਓ ਕਿ ਰਾਓ ਜੀ ਬੋਤਲ ਖੁੱਲੀ ਆ, ਕੁੱਕੜ ਪੱਕਿਆ, ਆ ਜਾਓ, ਬੰਦੇ ਆ ਜਾਣਗੇ। ਜੇ ਕਹੋਗੇ ਤੇ ਤੁਸੀਂ ਨਾਟਕ ਦੇਖਣ ਆਓ, ਅੱਛਾ ਪਾਸ ਸ਼ਾਸ ਹੈ ਕੋਈ? ਹੁਣ ਅਸੀਂ ਟਿਕਟ $10-15 ਟਿਕਟ ਲਾਈ ਦੀ ਆ, ਉਹਦੇ ਨਾਲ ਜਿਹੜਾ ਸਾਡਾ ਆਡੀਟੋਰੀਅਮ ਦਾ ਖਰਚਾ ਨਾ ਉਹ ਨਿਕਲ ਆਉਂਦਾ ਹੈ। ਮਤਲਬ ਸਾਡਾ ਤਕਰੀਬਨ $4000 ਜੇ ਅਸੀਂ 400 ਬੰਦੇ ਦੇ ਆਡੀਟੋਰੀਅਮ ਦਾ ਲਈਏ ਇੱਕ ਸ਼ੋਅ ਵਾਸਤੇ, ਸਾਡਾ $4000 ਲੱਗ ਜਾਂਦਾ। ਤੇ ਉਹ ਸੋ ਇਸ ਤਰ੍ਹਾਂ ਜਿਹੜਾ ਹੈਗਾ ਦਿੱਕਤਾਂ ਤਕਰੀਬਨ ਉਹੀ ਨੇ। ਤੁਹਾਡੇ ਥੋੜ੍ਹੀਆਂ ਘੱਟ ਨੇ, ਸਾਡੇ ਥੋੜ੍ਹੀਆਂ ਜ਼ਿਆਦਾ ਨੇ। ਇੱਥੇ ਆਡੀਅנס ਦੀ ਦਿੱਕਤ, ਸਕ੍ਰਿਪਟ ਲੱਭਣ ਦੀ ਦਿੱਕਤ। ਜੋਧਾ ਪਾਲੀ ਸਾਹਿਬ ਨੇ ਸਕ੍ਰਿਪਟਸ ਆਪਣੀਆਂ ਦਿੱਤੀਆਂ ਨੇ ਤੇ ਮੈਨੂੰ ਕਈ ਸਾਲਾਂ ਤੋਂ ਕੋਈ ਸਕ੍ਰਿਪਟ ਦੀ ਲੋੜ ਹੀ ਨਹੀਂ ਪਈ ਆ। ਹੁਣੇ ਇਹਨਾਂ ਨੇ ਮੈਨੂੰ ਰੌਂਗ ਨੰਬਰ ਆਪਣੀ ਭੇਜੀ ਹੈ, ਮੈਂ ਪੜ੍ਹਿਆ ਨਾਟਕ, ਮੈਨੂੰ ਬਹੁਤ ਅੱਛਾ ਲੱਗਾ, ਤਾਂ ਆਪਣੀ ਟੀਮ ਨਾਲ ਬਹਿ ਕੇ ਮੈਂ ਪੜ੍ਹਨਾ। ਸੋ ਇਹ ਦਿੱਕਤਾਂ ਸਾਨੂੰ ਜਿਹੜੀਆਂ ਆਈਆਂ ਨੇ। ਇਸ ਤਰ੍ਹਾਂ ਲੋਕੀ ਹੌਲੀ ਹੌਲੀ ਜਿਹੜੇ, ਦਰਅਸਲ ਇੱਕ ਹੋਰ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਕਿ ਕੁਝ ਸਾਡੇ ਪੰਜਾਬੀ ਭਰਾ ਹੈਗੇ ਨੇ ਜਿਨ੍ਹਾਂ ਨੇ ਸਾਹਿਤਕ ਸੰਸਥਾ ਛੋਟੀ ਜਿਹੀ ਖੋਲੀ ਹੈ, ਬਾਅਦ ਵਿੱਚ ਥੋੜਾ ਪੋਲਿਟਿਕਸ ਵਾਲੇ ਪਾਸੇ ਤੁਰ ਪਏ, ਇੰਡੀਅਨ ਪੰਜਾਬ ਦੀ ਪੋਲਿਟਿਕਸ ਵਾਲੇ ਪਾਸੇ ਤੁਰ ਪਏ। ਉਹਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ। ਉਹ ਆਉਂਦੇ ਨੇ, ਉਹ 8-10 ਬੰਦੇ ਨਾਲ ਹੋਰ ਵੀ ਲੈ ਕੇ ਆਉਂਦੇ ਨੇ। ਜਿਵੇਂ ਨਾਟਕ ਦੇ 2-3 ਸ਼ੋਅ ਕਰਾਂ, ਉਹ 2-3 ਸ਼ੋਅ ਦੇਖਣ ਆਉਂਦੇ ਨੇ। ਉਹਨਾਂ ਚੋਂ 2-3 ਸੱਜਣ ਐਸੇ ਨੇ ਜਿਹੜੇ ਤਿੰਨੋਂ ਸ਼ੋਅ ਦੇਖਣ ਵਾਸਤੇ ਆਉਂਦੇ ਨੇ, ਤੇ ਉਹ ਫੇਸਬੁੱਕ ਤੇ ਲਿਖਦੇ ਵੀ ਨੇ ਮੇਰੇ ਬਾਰੇ। ਸੋ ਇਦਾਂ ਕੁਝ ਲੋਕ ਹੈਗੇ ਨੇ, ਪਰ ਬਹੁਤ ਹੀ ਅਜੇ ਵੀ ਸਾਨੂੰ ਪੰਜਾਬੀ ਦੀ ਜਿਹੜੀ ਹੈ ਨਾ, ਉਹ ਆਈ ਬੇਸਿਕਲੀ ਗੇਵ ਅਪ ਬਿਕਾਜ਼ ਆਫ ਲੈਕ ਆਫ ਆਡੀਅנס ਨੂੰ ਬਹੁਤ ਮਿਹਨਤ ਤਰਲਾ ਕੀਤਾ, ਲੋਕਾਂ ਨੂੰ ਫ੍ਰੀ ਵੀ ਕਿਹਾ ਆਓ ਦੇਖੋ, ਆ ਕੇ ਆਉਂਦੇ ਹੀ ਨਹੀਂ ਲੋਕ। ਪਰ ਹਿੰਦੀ ਦੀ ਆਡੀਅנס ਜਿਹੜੀ ਹੈਗੀ ਉਹ ਐਪਰੀਸ਼ੀਏਟ ਕਰਦੀ ਹੈ, ਉਹ ਆਉਂਦੇ ਨੇ ਲੋਕ ਤੇ ਪੁੱਛਦੇ ਰਹਿੰਦੇ ਨੇ ਹੁਣ ਕੀ ਕਰ ਰਹੇ ਹੋ, ਕੀ ਕਰ ਰਹੇ ਹੋ। ਜਦੋਂ ਦਾ ਅਸੀਂ ਟੈਰਰਿਸਟ ਦੀ ਪ੍ਰੇਮਿਕਾ ਕੀਤਾ ਹੈ, ਉਹ ਸਾਡਾ ਨਾਟਕ ਜਿਹੜਾ ਬਹੁਤ ਹਿੱਟ ਹੋਇਆ। ਅਸੀਂ ਉਹਦੇ ਟਰੈਵਲ ਸ਼ੋਅ ਕਰਕੇ ਆਏ ਹਾਂ, ਆਪਣਾ ਮਿਸ਼ੀਗਨ 'ਚ ਉਹਦਾ ਡਿਟਰੋਇਟ ਸ਼ੋਅ ਕਰਕੇ ਆਏ ਹਾਂ, ਉਹਦਾ ਅਸੀਂ ਉੱਥੇ ਸ਼ਿਕਾਗੋ ਸ਼ੋਅ ਕਰਕੇ ਆਏ ਹਾਂ, ਉਹਦਾ ਅਸੀਂ 2 ਅਸੀਂ ਲੋਕਲ ਸ਼ੋਅ ਕੀਤੇ ਨੇ। ਉਹਨੇ that basically I think that probably was my best
stage project ਜਿੰਨੀਆਂ ਮੈਂ projects ਕੀਤੀਆਂ ਨੇ that was the best stage project and thanks to Dr. Saab for writing such a magnificent script. ਮੁਲਤਾਨੀ ਸਾਹਿਬ ਮੈਨੂੰ ਲੱਗਦਾ ਕਿ ਰਾਈਟਰ ਤਾਂ ਚਲੋ ਘਰੇ ਬੈਠ ਕੇ ਲਿਖ ਦਿੰਦਾ, ਪਰ ਥੀਏਟਰ ਕਰਨਾ ਇੱਕ ਪ੍ਰੈਕਟੀਕਲ ਕੰਮ ਹੈ, ਔਰ ਉਸਨੂੰ ਫੀਲਡ ਵਿੱਚ ਕਰਨਾ, ਰਵੀ ਸਾਹਿਬ ਬਹੁਤ ਜ਼ਿਆਦਾ ਥੀਏਟਰ ਕਰਦੇ ਨੇ, ਮੈਂ ਤਾਂ ਬਹੁਤ ਰੇਅਰ ਥੀਏਟਰ ਕਰਦਾ। ਔਰ ਮੈਨੂੰ ਲੱਗਦਾ ਕਿ ਥੀਏਟਰ ਕਰਨਾ ਸਭ ਤੋਂ ਵੱਡਾ ਕਰਮਸ਼ੀਲਤਾ ਹੈ ਜਿਹੜੀ ਕਿ ਤੁਸੀਂ, ਔਰ ਅਮਰੀਕਾ ਦੇ ਵਿੱਚ ਤਾਂ ਟੂ ਡਿਫੀਕਲਟ, ਬਹੁਤ ਔਖਾ, ਮੈਨੂੰ ਪਤਾ। ਤੁਸੀਂ ਜਿਹੜੀਆਂ ਪ੍ਰੋਬਲਮਸ ਦੱਸੀਆਂ ਨੇ ਸੁਣ ਕੇ ਮੈਨੂੰ ਕੁਛ ਇਹਨਾਂ ਦਾ ਅਹਿਸਾਸ ਹੈ, ਲੇਕਿਨ ਅੱਜ ਸੁਣ ਕੇ ਹੋਰ ਵੀ ਜ਼ਿਆਦਾ ਪਤਾ ਲੱਗ ਰਿਹਾ ਕਿ ਉੱਥੇ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਨੇ। ਜੇ ਆਡੀਅੰਸ ਨਹੀਂ ਹੈ ਤਾਂ ਤੁਸੀਂ ਕਿਵੇਂ ਲਈ ਕਰੋਗੇ? ਰਵੀ ਜੀ, ਤੁਹਾਡੇ ਕੋਲ ਮਾਈਕ ਥੋੜੀ ਦੇਰ ਲਈ। ਥੈਂਕ ਯੂ। ਮੈਂ ਤਾਂ ਸੋਚ ਰਿਹਾ ਸੀ ਕਿ ਅਮਰੀਕੀ ਥੀਏਟਰ ਜ਼ਿਆਦਾ ਚੰਗਾ ਲਾਉਣਾ, ਔਰ ਜਿਹੜੇ ਆਪਣੇ ਘਰ ਤੋਂ ਦੂਰ ਬੈਠੇ ਆਪਣੀ ਮਾਂ ਬੋਲੀ ਵਾਸਤੇ ਦੇ ਆਰ ਮੋਸਟ, ਲੇਕਿਨ ਵੱਡੀ ਗੱਲ ਸੁਣ ਕੇ ਮੈਨੂੰ ਥੋੜੀ ਨਸ਼ਾ ਜੀ ਹੋ ਰਹੀ ਹੈ। ਔਰ ਅੱਛਾ, ਮੈਂ ਇੱਕ ਸਵਾਲ ਪੁੱਛਣਾ ਕਿ ਹਾਊ ਯੂ ਪੇਅਰ ਦਾ ਪਲੇ, ਤੁਹਾਡਾ ਇੱਕ ਪ੍ਰੋਸੈਸ ਕਿਆ ਹੁੰਦਾ ਐਜ਼ ਏ ਡਾਇਰੈਕਟਰ? ਮੈਂ ਪਹਿਲੇ ਡਾਇਰੈਕਟਰ ਦੀ ਗੱਲ ਕਰਨਾ, ਫਿਰ ਮੈਂ ਐਕਟਰ ਦੀ ਗੱਲ ਕਰਾਂਗਾ। ਤੁਹਾਡੀ ਤੁਸੀਂ ਪਲੇ ਤਿਆਰ ਹੋਏ ਹੋ, ਉਹ ਪ੍ਰੋਸੈਸ ਕਿਆ ਹੁੰਦਾ ਤੁਹਾਡਾ? ਤੁਸੀਂ ਬੋਲੇ 4 ਮਹੀਨੇ ਪਰ ਰਿਹਰਸਲ ਕਰਨੇ ਆ, 4 ਮਹੀਨੇ ਦੀ ਰਿਹਰਸਲ ਦਿੱਲੀ ਤਾਂ 4 ਦੀ, और 4 महीने ਦੀ ਰਿਹਰਸਲ ਕਰੀਏ, ਥੋੜਾ ਮਹਿੰਗਾ ਗਿਆ ਸਕ੍ਰਿਪਟ ਦੇ ਨਾਲ ਲੈ ਔਰ ਨੂੰ ਫਾਰਮ ਕਰਦਾ ਇੱਕ ਤੁਹਾਡਾ ਜਰਨੀ ਹੁੰਦੀ। ਹਾਂਜੀ ਹਾਂਜੀ, that's a very good question. ਮੈਂ ਕੀ ਕਰਨਾ ਜੀ, ਮੈਂ ਸਕ੍ਰਿਪਟਸ ਪੜ੍ਹਨਾ, ਕਿਤਾਬਾਂ ਪੜ੍ਹਦਾ ਰਹਿਣਾ। ਮੈਨੂੰ ਜੇ ਕੋਈ ਚੀਜ਼ ਚੰਗੀ ਲੱਗੇ ਤੇ ਮੈਂ ਉਹਨੂੰ ਬਾਰ-ਬਾਰ ਪੜ੍ਹਨਾ, ਤੇ ਜਦੋਂ ਉਹ ਮੈਨੂੰ ਰਜਿਸਟਰ ਹੋ ਜਾਏ ਕਿ ਹਾਂ ਇਹ ਜਿਹੜੀ ਚੀਜ਼ ਹੈ ਇਹ ਅਸੀਂ ਮੈਸੇਜ ਆਡੀਅנס ਤੱਕ ਲੈ ਕੇ ਜਾ ਸਕਦੇ ਹਾਂ, ਜਾਂ ਸਾਡੇ ਕੋਲ ਐਕਟਰ ਜਿਹੜੇ ਹੈਗੇ ਨੇ ਅਵੇਲੇਬਲ, ਮੇਰੇ ਜ਼ਿਹਨ 'ਚ ਨਾ ਜਿਹੜੇ ਗਿਣੇ ਚੁਣੇ ਐਕਟਰ, ਜਿਹੜੇ ਮਤਲਬ ਆਰਟਿਸਟ ਨੇ, ਜਿਹੜੇ ਚੰਗੇ ਆਰਟਿਸਟ ਨੇ, ਗਿਣੇ ਚੁਣੇ ਨੇ ਸਾਡੇ ਏਰੀਏ 'ਚ। ਐਕਟਰ ਬਹੁਤ ਨੇ, ਪਰ ਜਿਹੜੇ ਚੰਗੇ ਆਰਟਿਸਟ ਨੇ, ਜਿਹੜੇ ਜਸਟੀਫਾਈ ਕਰ ਸਕਦੇ ਨੇ, ਜਿਹੜੇ ਉਸ ਕੈਰੈਕਟਰ ਨੂੰ ਜਸਟੀਫਾਈ ਕਰ ਸਕਦੇ ਨੇ, ਉਹ ਗਿਣੇ ਚੁਣੇ ਨੇ। ਫਿਰ ਮੈਂ ਉਹਨਾਂ ਚੋਂ ਦੇਖਣਾ ਵੀ ਇਹਨਾਂ ਚੋਂ ਕਿਹੜਾ ਤੁਹਾਨੂੰ ਸਕ੍ਰਿਪਟ ਦਾ ਚੁਣਾਵ ਦਾ ਕਰਦੇ। ਹਾਂਜੀ, ਸਕ੍ਰਿਪਟ ਦਾ ਚੁਣਾਵ ਹੈ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਟਸ ਵੈਰੀ ਲਿਮਿਟਡ। ਹਾਂ, ਇਟਸ ਵੈਰੀ ਉਹਦਾ ਕੀ ਕਿਹੜੀ ਹੁੰਦੀ ਹੈ ਆਪ ਕਰਦੀ ਆ ਉਹਦਾ। ਮੈਂ ਜੀ ਇੰਟਰਨੈਟ ਜਿਹੜੀ ਨਾ, ਇੰਟਰਨੈਟ ਇਜ਼ ਅ ਬਿਗ ਹੈਲਪ। ਹਿੰਦੁਸਤਾਨ 'ਚ ਥੀਏਟਰ ਹੁੰਦਾ ਰਹਿੰਦਾ, ਉੱਤੋਂ ਮੈਂ ਪੜ੍ਹਦਾ ਰਹਿਣਾ। ਹਿੰਦੁਸਤਾਨ 'ਚ ਥੀਏਟਰ ਦੇ ਪੋਲੀਜੀ ਕਰਕੇ ਪੰਜਾਬੀ ਥੀਏਟਰ 'ਚ ਪੰਜਾਬ ਦੇ ਨੇ ਬੜੇ ਫਰੈਂਡ ਬਣੇ ਨੇ, ਤੇ 1-2 ਬੰਬੇ 'ਚ ਨੇ। ਆਪਣਾ ਪਿਛਲੇ ਸਾਲ ਮੇਰਾ ਰਾਬਤਾ ਹੋਇਆ ਅਸ਼ੋਕ ਮਿਸ਼ਰਾ ਜੀ ਨਾਲ। ਅਸ਼ੋਕ ਮਿਸ਼ਰਾ ਜੀ ਨੇ ਭਾਰਤ ਇੱਕ ਖੋਜ ਜਿਹੜੀ ਸ਼ਿਆਮ ਬੈਨੇਗਲ ਦਾ, ਉਹ ਉਹਨਾਂ ਨਾਲ ਲਿਖਦੇ ਰਹੇ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਵੈਲਡਨ ਅੱਬਾ ਫਿਲਮ ਲਿਖੀ, ਫਿਰ ਵੈਲਕਮ ਟੂ ਸੱਜਣਪੁਰ ਲਿਖੀ। ਉਹਨਾਂ ਦੀ ਮੈਂ ਇੱਕ ਸਕ੍ਰਿਪਟ ਲੱਭ ਰਿਹਾ ਸੀ, ਉਹਦੇ ਬਾਰੇ ਮੈਂ ਪੜ੍ਹਿਆ, ਅਟਕੇ ਭਟਕੇ ਲਟਕੇ ਸੁਰ। ਹਾਂਜੀ, ਉਹ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਉਹ ਕਾਹਦੇ ਬਾਰੇ ਹੈ, ਪਰ ਮੈਂ ਉਹਦੇ ਦੇਖਿਆ, ਉਹ ਪਬਲਿਸ਼ਰ ਕੋਲ ਗਿਆ ਮੈਂ, ਪਬਲਿਸ਼ਰ ਨੇ ਕਿਹਾ ਜੀ ਆਊਟ ਆਫ ਪ੍ਰਿੰਟ ਹੈ। ਫਿਰ ਮੈਂ ਜਿਹੜੇ ਬੰਦੇ ਨੂੰ ਦੇਖਿਆ ਨਾ ਕਿ ਇਹਨੇ ਬੰਦੇ ਨੇ ਕੀਤੀ ਹੈ, ਇੱਕ ਕਲਾਕਾਰ ਹੈ ਉੱਥੇ ਆਪਣਾ ਬੰਬੇ 'ਚ, ਅੰਕ ਗਰੁੱਪ ਹੈ, ਅੰਕ ਉਹਦੇ ਨਾਲ ਕੰਮ ਕਰਦਾ ਹੈ, ਤੇ ਉਹਨੂੰ ਮੈਂ ਦਿਨੇਸ਼ ਠਾਕੁਰ ਦਾ ਗਰੁੱਪ, ਹਾਂਜੀ ਹਾਂਜੀ, ਉਹਨਾਂ ਦਾ ਐਕਟਰ ਹੈ ਇੱਕ, ਉਹਦੇ ਨਾਲ ਮੇਰੀ ਫਰੈਂਡਸ਼ਿਪ ਹੋ ਗਈ ਚੰਗੀ। ਉਹਨੂੰ ਮੈਂ ਕਿਹਾ ਕਿ ਮੈਂ ਬ੍ਰਦਰ ਮੈਨੂੰ ਮੈਂ ਪੰਤ ਨਾਲ ਨਹੀਂ, ਕੀ ਨਾਮ ਉਹਦਾ ਮੁੰਡੇ ਦਾ, ਮੇਰੇ ਜ਼ਿਹਨ 'ਚ ਹੁਣੇ ਆਉਂਦਾ, ਮੈਂ ਤੁਹਾਨੂੰ ਦੱਸਣਾ। ਚਲੋ ਕੋਈ ਨਹੀਂ, ਅੱਗੇ। ਹਾਂਜੀ, ਤੇ ਉਹਦੇ ਨਾਲ ਨਾ ਉਹਨੇ ਮੈਨੂੰ ਜਿਹੜਾ ਹੈਗਾ ਦਿਨੇਸ਼ ਠਾਕੁਰ ਦੀ ਬੇਗਮ ਨਾਲ ਮਿਲਵਾਇਆ, ਤੇ ਉਹ ਕਹਿੰਦੀ ਵੀ ਦੇਖੋ ਅਸੀਂ ਨਹੀਂ ਸਕ੍ਰਿਪਟ ਦੇ ਸਕਦੇ, ਅਸੀਂ ਤੁਹਾਨੂੰ ਈਮੇਲ ਦੇ ਦਿੰਦੇ ਆ ਅਸ਼ੋਕ ਮਿਸ਼ਰਾ ਜੀ ਦਾ ਜਿਹਨੇ ਲਿਖੀ ਹੈ, ਤੁਸੀਂ ਉਹਨਾਂ ਨੂੰ ਕੰਟੈਕਟ ਕਰੋ, ਤੁਹਾਨੂੰ ਸਕ੍ਰਿਪਟ ਦੇ ਦੇਣਗੇ। ਅਸ਼ੋਕ ਜੀ ਨੂੰ ਮੈਂ ਕਿਹਾ, ਉਹ ਕਹਿੰਦੇ ਤੁਸੀਂ, ਉਹਨਾਂ ਨਾਲ ਮੇਰੀ ਗੱਲ ਹੋਈ, ਤੇ ਉਹ ਕਹਿੰਦੇ ਵੀ ਤੁਸੀਂ ਪਬਲਿਸ਼ਰ ਨੂੰ ਮੈਂ ਕਾਲ ਕਰ ਦੇਣਾ, ਤੇ ਤੁਸੀਂ ਉੱਥੋਂ ਤੁਹਾਨੂੰ ਮਿਲ ਜਾਏਗੀ। ਫਿਰ ਉਸ ਪ੍ਰੋਸੈਸ 'ਚ 2 ਹਫ਼ਤੇ 3 ਹਫ਼ਤੇ ਲੰਘ ਗਏ, ਫਿਰ ਵੀ ਉਹ ਪਬਲਿਸ਼ਰ ਕਹਿੰਦਾ ਨਹੀਂ ਹੈ। ਫਿਰ ਉਹ ਅਸ਼ੋਕ ਜੀ ਕਹਿੰਦੇ ਕਿ ਲੈ ਵੀ ਮੈਂ ਤੁਹਾਨੂੰ ਸਿੱਧੀਆਂ ਭੇਜ ਦਿੰਦਾ। ਉਹਨਾਂ ਨੇ ਮੈਨੂੰ ਜਿਹੜੀਆਂ ਉਹਨਾਂ ਦੀਆਂ 4-5 ਲਿਖਤ ਸੀਗੇ ਨਾ, ਉਹ ਲਿਖਤਾਂ ਸੀ, ਉਹ ਮੈਨੂੰ ਉਹਨਾਂ ਨੇ ਈਮੇਲ ਕਰਤੀਆਂ। ਤੋ ਉਹਨਾਂ ਨਾਲ ਉਦੋਂ ਦਾ ਜਿਹੜਾ ਨਾ ਕਾਫੀ ਜੋੜ ਹੋ ਗਿਆ। ਇਸ ਤਰ੍ਹਾਂ ਲੋਕਾਂ ਨੂੰ ਦੇਖਣਾ ਵੀ ਕੌਣ ਕੀ ਕਰ ਰਿਹਾ ਹੈ, ਕਿੱਥੇ ਕਿਹੜਾ ਪਲੇ ਹੋ ਰਿਹਾ ਹੈ, ਪੜ੍ਹਦਾ ਰਹਿਣਾ। ਡਾਕਟਰ ਸਾਹਿਬ ਦੀਆਂ ਸਾਰੀਆਂ ਸਕ੍ਰਿਪਟਾਂ ਮੇਰੇ ਕੋਲ ਹੈਗੀਆਂ ਨੇ, ਪੜ੍ਹਦਾ ਰਹਿਣਾ। ਜਿਹੜੀ ਮੈਨੂੰ ਜਚੀ ਸਕ੍ਰਿਪਟ, ਉਹਦੇ ਮੈਂ ਦੇਖਣਾ ਮੇਰੇ ਕੋਲ ਐਕਟਰ ਅਵੇਲੇਬਲ ਹੈਗੇ ਨੇ, ਜੇ ਐਕਟਰ ਅਵੇਲੇਬਲ ਹੈਗੇ ਨੇ, ਜਸਟੀਫਾਈ ਕਰ ਸਕਦੇ ਨੇ, ਤੇ ਫਿਰ ਮੈਂ ਉਹ ਸਕ੍ਰਿਪਟ ਚੱਕਣਾ। ਸੋ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਟੈਰਰਿਸਟ ਦੀ ਪ੍ਰੇਮਿਕਾ ਦੀ। ਟੈਰਰਿਸਟ ਦੀ ਪ੍ਰੇਮਿਕਾ ਪੰਜਾਬੀ 'ਚ ਪੜ੍ਹਿਆ, ਮੈਨੂੰ ਬਹੁਤ ਜਚਿਆ, ਮੈਂ ਬਾਰ-ਬਾਰ ਪੜ੍ਹਿਆ, ਮੈਨੂੰ ਬਹੁਤ ਅੱਛਾ ਪਲੇ ਲੱਗਾ।
ਤੇ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਇਹ ਤੋਂ ਪਹਿਲਾਂ ਕਿ ਮੈਨੂੰ ਪੰਜਾਬੀ ਦੇ ਮੈਂ ਕਿਹਾ ਐਕਟਰ ਨਹੀਂ ਮਿਲਣੇ, ਪੰਜਾਬੀ 'ਚ ਨਹੀਂ ਮੈਂ ਕਰ ਸਕਾਂਗਾ, ਇਹਨੂੰ ਜਸਟੀਫਾਈ ਨਹੀਂ ਕਰ ਸਕਾਂਗਾ। ਤੇ ਮੈਂ ਕੀ ਕੀਤਾ ਜੀ, ਉਹਨੂੰ ਹਿੰਦੀ 'ਚ ਅਡਾਪਟ ਕਰਨਾ ਸ਼ੁਰੂ ਕੀਤਾ। ਹਿੰਦੀ 'ਚ ਜੋ ਮੈਂ ਲਿਖ ਰਿਹਾ ਸੀ, ਮੇਰੀ ਜ਼ਹਿਨ 'ਚ ਉਹ ਪਲੇ ਚੱਲ ਰਿਹਾ ਸੀ ਵੀ ਮੈਨੂੰ ਐਕਸੀਕਿਊਟ ਕਿੱਦਾਂ ਕਰਨਾ ਹੈ, ਐਸ ਡਾਇਰੈਕਟਰ ਮੈਨੂੰ ਐਕਸੀਕਿਊਟ ਕਿੱਦਾਂ ਕਰਨਾ ਹੈ। ਉਹ ਸਾਰਾ ਮੇਰੇ ਜਿਹੜਾ ਉਹ ਪਿਕਚਰ ਸੀ ਸਾਰੀ ਡਰਾ ਹੋ ਰਹੀ ਸੀ ਮੇਰੇ ਦਿਮਾਗ 'ਚ ਵੀ ਇਹਨੂੰ ਮੈਂ ਐਕਸੀਕਿਊਟ ਕਿੱਦਾਂ ਕਰਨਾ ਹੈ। ਆਫ ਕੋਰਸ ਬਾਅਦ ਵਿੱਚ ਤੁਸੀਂ ਉਹਨੂੰ ਚੇਂਜ ਕਰਦੇ ਹੋ, ਡਿਵੈਲਪ ਕਰਦੇ ਹੋ, ਸਾਰਾ ਕਰਦੇ ਹੋ, ਲੇਕਿਨ ਜਿਹੜਾ ਬੇਸਿਕ ਫਰੇਮਵਰਕ ਸੀ ਮੇਰੇ ਦਿਮਾਗ 'ਚ ਉਹ ਬਣਨਾ ਸ਼ੁਰੂ ਹੋ ਗਿਆ ਸੀ। ਫਿਰ ਮੈਂ ਜਿਹੜੇ ਐਕਟਰ ਮੈਂ ਚਾਹੁੰਦਾ ਸੀ, 3 ਐਕਟਰ ਜਿਹੜੇ ਚਾਹੁੰਦੇ, ਮੈਂ ਆਪ ਖੁਦ ਛੋਟਾ ਜਿਹਾ ਰੋਲ ਕੀਤਾ ਸੀ, ਨਾਲ ਡਾਇਰੈਕਟ ਕੀਤਾ ਸੀ। ਜਿਹੜੇ 3 ਐਕਟਰ ਮੈਂ ਚਾਹੁੰਦਾ ਸੀ ਉਹਨਾਂ ਨੂੰ ਮੈਂ ਘਰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਨਾਟਕ ਹੈ ਤੇ 2 ਬੰਗਾਲੀ ਨੇ ਉਹਨਾਂ ਚੋਂ ਤੇ 1 ਪੰਜਾਬੀ ਹੈ, ਇਹ ਨਾਟਕ ਪੜ੍ਹਨਾ ਚਾਹੁੰਦਾ ਮੈਂ ਤੁਹਾਡੇ ਨਾਲ। ਉਹ ਭਾਈ ਸਾਹਿਬ ਨਾਟਕ ਮੈਂ ਪੜ੍ਹਿਆ, ਉੱਥੇ ਮੈਨੂੰ ਉਹ ਨਾਟਕ ਸੈੱਲ ਕਰਨ ਵਾਸਤੇ ਉਹਨਾਂ ਕੋਲ ਕੋਈ ਐਫਰਟ ਨਹੀਂ ਕਰਨੀ ਪਈ। ਉਹਨਾਂ ਤਿੰਨਾਂ ਨੇ ਉੱਥੇ ਹੀ ਮੇਰੇ ਆਪਣਾ ਘਰ 'ਚ ਡਾਈਨਿੰਗ ਟੇਬਲ ਤੇ ਬੈਠਿਆ ਸੀ, ਪੜ੍ਹ ਰਹੇ ਸੀ, ਤੇ ਉੱਥੇ ਬੈਠਿਆ ਹੀ ਉਹਨਾਂ ਨੇ ਤਿੰਨਾਂ ਨੇ ਹਾਂ ਕਰਤੇ ਵੀ ਹਾਂ ਅਸੀਂ, ਮੈਂ ਉਹਨਾਂ ਨੂੰ ਪੁੱਛਿਆ ਕਰੋਗੇ ਨਾਟਕ, ਕਹਿੰਦੇ ਹਾਂ ਅਸੀਂ ਨਾਟਕ ਕਰਾਂਗੇ। ਤੇ ਮੇਰਾ ਖਿਆਲ ਹੈ ਕਿ ਉਹ ਵੀ ਉਹ ਬੰਗਾਲੀ ਅਰਿੰਦਮ ਘੋਸ਼ ਨੇ, ਬਹੁਤ ਅੱਛਾ ਐਕਟਰ ਹੈ ਤੇ ਬੜਾ ਸਾਡੇ ਏਰੀਆ 'ਚ ਬਹੁਤ ਪ੍ਰੋਮਿਨੈਂਟ ਬੰਗਾਲੀ ਥੀਏਟਰ ਦਾ ਬੰਦਾ। ਉਹ ਮੇਰਾ ਖਿਆਲ ਉਹਦੇ ਲਾਈਫ ਟਾਈਮ ਦਾ ਵੀ ਜਿਹੜਾ ਹੈਗਾ ਹੁਣ ਤੱਕ ਬੈਸਟ ਪ੍ਰੋਜੈਕਟ ਹੋਏਗਾ। ਸੋ ਇਸ ਤਰ੍ਹਾਂ ਫਿਰ ਉਹ ਨਾਟਕ ਅਸੀਂ ਚੁੱਕਨੇ ਆ, ਫਿਰ ਅਸੀਂ ਰਿਹਰਸਲ ਸਕੈਜੂਲ ਡਿਸਾਈਡ ਕਰਨੀ, ਕਿਉਂਕਿ ਸਾਡੇ ਕੋਲ ਸਾਰੇ ਕੰਮ ਕਰਨ ਵਾਲੇ ਸਾਰੇ ਪ੍ਰੋਫੈਸ਼ਨਲਸ ਨੇ ਤੇ ਉਹ ਸਾਡੇ ਕੋਲ ਡਿਊਰਿੰਗ ਦਾ ਵੀਕ ਜਿਹੜਾ ਟਾਈਮ ਨਹੀਂ ਹੁੰਦਾ। ਫਿਰ ਅਸੀਂ ਕੀ ਕਰਨੇ ਆ ਕਿ ਅਸੀਂ ਵੀਕਐਂਡ ਦਾ ਜਿਹੜਾ ਨਾ ਸਕੈਜੂਲ ਅਸੀਂ ਸੈੱਟ ਕਰਨੇ ਆ। ਮੋਸਟਲੀ ਅਸੀਂ ਸੰਡੇ ਆਫਟਰਨੂਨ ਰਿਹਰਸਲ ਕਰਨੇ ਆ, ਕਿਉਂਕਿ ਪਾਰਟੀਆਂ ਸ਼ਾਰਟੀਆਂ ਨਹੀਂ ਹੁੰਦੀਆਂ, ਕੋਈ ਸੋਸ਼ਲ ਕਮਿਟਮੈਂਟਸ ਨਹੀਂ ਹੁੰਦੀਆਂ, ਤੇ ਉਹ ਅਸੀਂ ਫਿਰ ਜਿਹੜਾ ਹੈ ਕੋਈ 3 ਤੋਂ 4 ਘੰਟੇ ਅਸੀਂ ਸੰਡੇ ਨੂੰ ਰਿਹਰਸਲ ਕਰਨੇ ਆ। ਤੇ ਜਦੋਂ 2 ਮਹੀਨੇ ਰਹਿ ਜਾਂਦੇ ਨੇ ਪਲੇ 'ਚ, ਪਹਿਲੇ 2 ਮਹੀਨੇ ਤੇ ਅਸੀਂ ਇੱਕੋ ਰਿਹਰਸਲ ਕਰਨੇ, ਫਿਰ 2 ਮਹੀਨੇ ਰਹਿ ਜਾਂਦੇ ਨੇ ਤੇ ਫਿਰ ਅਸੀਂ ਜਿਹੜਾ ਹੈਗਾ ਉਹ ਫਰਾਈਡੇ ਨਾਈਟ ਵੀ ਰਿਹਰਸਲ ਕਰਨਾ ਸ਼ੁਰੂ ਕਰ ਦਿੱਤੀ ਹੈ ਕਿ ਜਿਹੜੇ ਵੀਕ ਪਾਰਟਸ ਨੇ, ਕਮਜ਼ੋਰ ਨੇ ਜਿਹੜੇ ਏਰੀਆਜ਼ ਪਲੇ 'ਚ, ਉਹਨਾਂ ਨੂੰ ਅਸੀਂ ਫਰਾਈਡੇ ਨਾਈਟਸ ਨੂੰ ਇੰਪਰੂਵ ਕਰਦੇ ਹਾਂ। ਉਦੋਂ ਫਿਰ ਸਾਨੂੰ ਸਾਰੇ ਐਕਟਰਾਂ ਤੇ ਕੰਮ ਨਹੀਂ ਕਰਨਾ ਪੈਂਦਾ, ਜਿਹੜੇ ਟੋਟੇ ਥੋੜੇ ਕਮਜ਼ੋਰ ਨੇ ਉਹਨਾਂ ਤੇ ਅਸੀਂ ਕੰਮ ਕਰਨੇ ਆ। ਤੇ ਇਸ ਤਰ੍ਹਾਂ ਜਿਹੜਾ ਹੈਗਾ, ਕਿਉਂਕਿ ਤੁਸੀਂ ਲੋਕ ਤੇ ਉੱਥੇ ਜਿਹੜਾ ਹੈਗਾ ਹਫਤੇ 2 ਹਫਤੇ 1.5 ਹਫਤੇ 'ਚ 8 ਦਿਨਾਂ 'ਚ ਨਾਟਕ ਖੜਾ ਕਰ ਦਿੰਦੇ ਹੋ, ਕਿਉਂਕਿ ਤੁਸੀਂ ਸਾਰੀ ਦਿਹਾੜੀ ਰਿਹਰਸਲ ਕਰਨੀ ਹੈ। ਤੇ ਸਾਡੇ ਕੋਲ ਇੱਥੇ ਉਹ ਪੋਸੀਬਲ ਨਹੀਂ ਹੈਗਾ, ਇੰਨਾ ਟਾਈਮ ਜਿਹੜਾ ਦੇਣਾ ਹੈ ਲੋਕਾਂ ਲਈ। ਇਹ ਵੀ ਜਿਹੜਾ ਵੀਕਐਂਡ ਤੇ ਵੀ ਇੰਨਾ ਦੇ ਦਿੰਦੇ ਹੈਗੇ ਨਾ, ਕਿਉਂਕਿ ਸੋਸ਼ਲ ਕੈਲੰਡਰ ਜਿਹੜੇ ਨੇ ਲੋਕਾਂ ਦੇ ਫਟਾਫਟ ਭਰ ਜਾਂਦੇ ਨੇ। ਸੋ ਉਹ ਔਖਾ ਹੈਗਾ, ਇਟ ਇਜ਼ ਡਿਫਿਕਲਟ। ਪਰ ਮੇਰਾ ਵੀ ਮੰਨਣਾ ਹੈ ਕਿ ਨਾਟਕ ਜਿਹੜਾ ਹੈ ਪੈਸ਼ਨ ਤੋਂ ਬਿਨਾਂ ਨਹੀਂ ਹੁੰਦਾ। ਜਿਹੜਾ ਸਹੀ ਨਾਟਕ ਹੈ, ਸਹੀ ਉਦਾਂ ਤੁਸੀਂ 4 ਬੰਦੇ ਇਕੱਠੇ ਕਰਕੇ ਤੇ ਮਜਮਾ ਲਾ ਕੇ ਜੋ ਮਰਜ਼ੀ ਕਰ ਲਓ, ਪਰ ਜਿਹੜਾ ਸਹੀ ਨਾਟਕ ਹੈ ਉਹ ਪੈਸ਼ਨ ਤੋਂ ਬਿਨਾਂ ਨਹੀਂ ਹੁੰਦਾ, ਪਾਗਲਪਨ ਤੋਂ ਬਿਨਾਂ ਨਹੀਂ ਹੁੰਦਾ। ਮੈਂ ਤੁਹਾਨੂੰ ਦੇਖਿਆ ਰਵੀ ਜੀ, ਤੁਸੀਂ ਹਮੇਸ਼ਾ ਨਾਟਕ ਦੀ ਗੱਲ ਕਰਦੇ ਹੋ, ਤੁਸੀਂ ਮੈਨੂੰ ਵੀ ਦੇਖਿਆ, ਮੈਂ ਵੀ ਯੂਜੂਅਲੀ ਨਾਟਕ ਦੀ ਗੱਲ ਕਰਨਾ। ਸੋ ਇਹ ਜਿਹੜਾ ਨਾ ਸਾਡੇ ਲੋਕਾਂ ਦੇ ਦਿਮਾਗ 'ਚ ਕੀੜਾ ਹੈ। ਨਹੀਂ, ਤੁਹਾਡੇ ਮੱਛੀ ਦੀ, ਮਟਰ, ਇਹਦੀ ਵੀ ਬਥੇਰੀ ਗੱਲਾਂ ਹੁੰਦੀਆਂ। ਹਾਂ, ਉਹ ਖਾਣ ਪੀਣ ਦਾ ਜਿਹੜਾ ਤੁਹਾਨੂੰ ਪਤਾ ਪੰਜਾਬੀਆਂ ਦਾ, ਫਿਰ ਇਹ ਗੱਲਾਂ ਵੀ ਵਧੀਆ ਤੁਹਾਡੀਆਂ ਹੁੰਦੀਆਂ, ਮੈਂ ਬੇਟਾ ਪੜਦਾ ਰਹਿਣਾ ਮੈਂ ਤੁਹਾਡੀਆਂ ਗੱਲਾਂ। ਰਵੀ ਜੀ ਬਹੁਤ ਵਧੀਆ ਕੁੱਕ ਹੈ ਇਹ, ਹਾਂ ਬਹੁਤ ਜ਼ਬਰਦਸਤ। ਹਾਂਜੀ, ਖਾਣ ਪੀਣ ਦਾ ਫਿਰ ਨਾਲ ਚੱਲਦਾ। ਕਿ ਮੈਂ ਜਿਹੜਾ ਇੱਕ ਕੰਮ ਕਰਨਾ ਨਾ ਜੀ, ਉਹ ਹੈ ਕਿ ਜਿਹੜੇ ਆਰਟਿਸਟ ਮੇਰੇ ਨਾਲ ਕੰਮ ਕਰ ਰਹੇ ਨਾ, ਉਹਨਾਂ ਲਈ ਜਿਹੜੇ ਉਹਨਾਂ ਨੇ 4 ਮਹੀਨੇ ਮੇਰੇ ਨਾਲ ਸਪੈਂਡ ਕਰਨੇ ਨੇ, ਉਹਨਾਂ ਵਾਸਤੇ ਮੈਮੋਰੇਬਲ ਬਣ ਜਾਣ। ਕਿਸੇ ਨੂੰ ਕੋਈ ਸਟ੍ਰੈਸ ਨਾ ਹੋਏ, ਕਿਸੇ ਨੂੰ ਕੋਈ ਟੈਨਸ਼ਨ ਨਾ ਹੋਏ, ਆਣ ਖਾਣ ਪੀਣ ਇੰਜੋਏ ਕਰਨ, ਨਾਟਕ ਇੰਜੋਏ ਕਰਨ ਤੇ ਘਰ ਜਾਣ। ਸੋ ਇਟਸ ਵੈਰੀ ਇੰਪੋਰਟੈਂਟ ਸਾਡੀ ਜਿਹੜੀ ਮੈਂਟਲ ਹੈਲਥ ਵਾਸਤੇ। ਜੇ ਅਸੀਂ ਸਟ੍ਰੈਸ ਲੈ ਕੇ ਨਾਟਕ ਕਰਨਾ ਹੈ, then that defeats the purpose. ਸੋ ਸਾਡੀ ਮੈਂਟਲ ਹੈਲਥ ਵਾਸਤੇ ਜਿਹੜਾ ਹੈਗਾ ਨਾ, ਇਹ ਬਹੁਤ ਅੱਛਾ ਐਕਸਪੀਰੀਅੰਸ ਹੈ। ਮੁਲਤਾਨੀ ਸਾਹਿਬ ਉੱਥੋਂ ਦੇ ਨਹੀਂ, ਮੇਰਾ ਸਵਾਲ ਕਿ ਤੁਸੀਂ ਜਿਹੜਾ ਪ੍ਰੋਸੈਸ ਹੈ ਤੁਹਾਡਾ ਟਿਲ ਪਰਫਾਰਮੈਂਸ ਤੱਕ, ਸੈੱਟ ਦਾ ਡਿਜ਼ਾਈਨਿੰਗ ਕਿੱਦਾਂ ਵੀ ਸੋਚਦੇ ਹੋ, ਸੈੱਟ ਦੀ ਲੋੜ ਹੈ ਕਿ ਨਹੀਂ ਹੈ, ਜਾਂ ਬਿਨਾਂ ਸੈੱਟ ਦੇ ਵੀ ਕੰਮ ਕਰ ਸਕਦੇ, ਇਦਾਂ ਦਾ ਕੋਈ ਐਕਸਪੀਰੀਅੰਸ ਸਾਹਮਣੇ ਆਏ? ਐਕਟਰ ਵੀ ਚਲਾ ਗਿਆ ਤੁਹਾਡੇ ਸਾਹਮਣੇ ਔਰ ਇੱਕ ਐਕਟਰ ਨੂੰ ਦੁਬਾਰਾ ਤੁਸੀਂ ਇੰਟਰੋਡਿਊਸ ਕਰਨਾ ਗਿਆ, ਇਦਾਂ ਦੀ ਕੋਈ ਘਟਨਾਵਾਂ ਤੁਹਾਡੇ ਹੋਈਆਂ ਕੋਈ? ਹਾਂ ਜੀ, ਉਹਦਾ ਅਸੀਂ ਜਿਹੜਾ ਜੀ, ਜਦੋਂ ਅਸੀਂ ਪਹਿਲੇ 2 ਮਹੀਨੇ ਤੇ ਜਿਹੜਾ ਨਾ ਅਸੀਂ ਰੀਡਿੰਗਸ ਤੋਂ ਸ਼ੁਰੂ ਕਰਨੇ ਆ ਆਫ ਕੋਰਸ, ਫਿਰ ਆਪਣਾ ਰਿਹਰਸਲਸ ਸਟੈਂਡ ਅਪ ਰਿਹਰਸਲ ਸ਼ੁਰੂ ਕਰ ਦਿੰਦੇ ਆ, ਫਲੋਰ ਹਿੱਟ ਕਰੀਦਾ, ਤੇ ਫਿਰ ਨਾਲ ਜਿਉਂ ਅਸੀਂ ਕਰੀਦਾ, ਨਾਲ ਅਸੀਂ ਜਿਹੜਾ ਹੈਗਾ ਨਾ, ਜਿਹੜੇ ਬੰਦੇ ਨੇ ਸਾਡੀ ਲਾਈਟ ਡਿਜ਼ਾਈਨ ਕਰਨੀ ਹੈ,
ਉਹ ਲਾਈਟ ਡਿਜ਼ਾਈਨ ਵਾਲਾ ਜਿਹੜਾ ਹੈਗਾ, ਜਿਹੜੀਆਂ ਸਾਡੀਆਂ ਬਾਅਦ ਦੀਆਂ ਰਿਹਰਸਲ ਹੁੰਦੀਆਂ ਨੇ, ਉਹਨੂੰ ਨਾਲ ਬਿਠਾਉਣਾ ਸ਼ੁਰੂ ਕਰ ਦਿੱਤਾ, ਉਹ ਸਾਡੀ ਲਾਈਟ ਡਿਜ਼ਾਈਨ ਕਰੇਗਾ। ਤੇ ਸੈਟ ਡਿਜ਼ਾਈਨ ਦਾ ਜਿਹੜਾ ਹੈਗਾ ਬੇਸਿਕਲੀ ਮੈਂ ਜਿੰਮਾ ਦਿੰਦਾ, ਆਪਣਾ ਡਾਕਟਰ ਸਾਹਿਬ ਮਿਲੇ ਨੇ, ਮੇਰਾ ਮਿੱਤਰ ਗੋਲਡੀ ਮਨੋਚਾ, ਦਿੱਲੀ 'ਚ ਆਪਣਾ ਥੀਏਟਰ ਕਰਦਾ ਰਿਹਾ, ਛੋਟੀ ਉਮਰ ਤੋਂ ਥੀਏਟਰ ਕਰਦਾ ਰਿਹਾ, ਉੱਥੇ ਮੰਡੀ ਹਾਊਸ ਤੇ ਇੱਧਰ ਉੱਧਰ ਥੀਏਟਰ ਕਰਦਾ ਰਿਹਾ। ਤੇ ਉਹ ਹੀ ਇਜ਼ ਵੈਰੀ ਗੁੱਡ ਐਟ ਸੈਟ, ਉਹ ਬੜਾ ਕ੍ਰੀਏਟਿਵ ਹੈ। ਉਹ ਰਿਸਪੌਂਸਿਬਿਲਿਟੀ ਮੈਂ ਉਹਨੂੰ ਦੇ ਦਿੰਦਾ, ਉਹ ਫਿਰ ਸੋਚਣਾ ਸ਼ੁਰੂ ਕਰ ਦੇਗਾ ਕਿ ਅਸੀਂ ਕੀ ਇਹ ਪ੍ਰੋਜੈਕਸ਼ਨ ਨਾਲ ਇਹ ਚੀਜ਼ ਦਿਖਾਣੀ ਹੈ ਜਾਂ ਅਸੀਂ ਕੋਈ ਇਹਦਾ ਫਿਜ਼ੀਕਲ ਸੈੱਟ ਬਣਾਉਣਾ ਹੈ। ਤੇ ਉਹ ਅਸੀਂ ਨਾਲ ਦੇ ਨਾਲ ਜਿਹੜਾ ਹੈਗਾ ਨਾ, ਜਿਹੜੇ ਉਹ 4 ਮਹੀਨੇ ਚੱਲ ਰਹੇ ਨਾ, ਉਦੋਂ ਮੇਰਾ ਦਿਮਾਗ ਤੇ ਹਰ ਵੇਲੇ, ਉਧਰੋਂ ਗੋਲਡੀ ਮਨੋਚਾ ਦੀ ਮੈਨੂੰ ਬਹੁਤ ਸਪੋਰਟ ਹੈ। ਸਾਡੇ ਦੋनों ਦਾ ਦਿਮਾग ਜਿਹੜਾ ਇਹਨਾਂ ਚੀਜ਼ਾਂ ਤੇ ਚੱਲਦਾ है। रात ਨੂੰ ਮੈਨੂੰ 10 बजे कॉल कर देगा, भाई साहब उसके लिए मैंने ये सोचा यार, वो यहाँ पे ये कर दें, वो उसके लिए इतने पैसे लगेंगे। मैं कहा कोई चिंता नहीं, पैसे तू यू गो बाय द स्टफ एंड बिल्ड द सेट। ਫਿਰ ਉਹਦੇ ਚ ਥੋੜਾ ਸੀ ਦੇਖੀਦਾ ਵੀ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਪੋਸੀਬਲ ਵੀ ਨਹੀਂ ਹੈਗੀਆਂ, ਸਾਨੂੰ ਟਰਾਂਸਪੋਰਟੇਸ਼ਨ ਵਾਸਤੇ ਟਰੱਕ ਚਾਹੀਦਾ ਹੋਏਗਾ। ਸਾਡੇ ਕੋਲ ਵੈਨ ਹੈਗੀ ਹੈ, ਮਾਈ ਵਾਈਫ ਡਰਾਈਵਸ ਅ ਵੈਨ, ਤੇ ਉਹ ਵੈਨ ਜਿਹੜੀ ਹੈ ਉਹਦੀਆਂ ਸੀਟਾਂ ਥੱਲੇ ਹੋ ਜਾਂਦੀਆਂ ਨੇ। ਉਹ ਅਸੀਂ ਯੂਜਲੀ ਕਰੀਦਾ ਵੀ ਜਦੋਂ ਪਲੇ ਕਰ ਰਹੇ ਹਾਂ ਅਸੀਂ ਉਨਾ ਕੁ ਸੈੱਟ ਰੱਖੀਏ ਜਿਹੜਾ ਸਾਡੀ ਵੈਨ ਦੇ ਪਿੱਛੇ ਆ ਜਾਏ ਤੇ ਅਸੀਂ ਵੈਨ ਚ ਲੈ ਕੇ ਜਾ ਕੇ ਤੇ ਕਰ ਦਈਏ, ਸਾਨੂੰ ਟਰੱਕ ਟਰੁੱਕ ਰੈਂਟ ਨਾ ਕਰਨਾ ਪਏ। ਉਹ ਵੀ ਕਿਉਂਕਿ ਟਾਈਮ ਲੱਗਦਾ, ਲੈ ਕੇ ਆਓ, ਫਿਰ ਛੱਡ ਕੇ ਆਓ, ਤੇ ਪੈਸੇ ਵੀ ਲੱਗਦੇ ਨੇ। ਸੋ ਉਹ ਅਸੀਂ ਅਵੋਇਡ ਕਰੀਦਾ। ਹੁਣ ਜਿਉਂ ਟੈਕਨੋਲੋਜੀ ਵਧਦੀ ਜਾ ਰਹੀ ਹੈ ਜੀ, ਤਿਉਂ ਥਿੰਗਸ ਆਰ ਬਿਕਮਿੰਗ ਈਜ਼ੀਅਰ, ਕਿਉਂਕਿ ਤੁਸੀਂ ਕਈ ਚੀਜ਼ਾਂ ਜਿਹੜੀਆਂ ਨਾ ਪ੍ਰੋਜੈਕਸ਼ਨ ਨਾਲ ਕਰ ਸਕਦੇ ਹੋ, ਜਿਹੜੀਆਂ ਤੁਸੀਂ ਪਹਿਲਾਂ ਨਹੀਂ ਸੀ ਕਰ ਸਕਦੇ। ਸੋ ਅਸੀਂ ਹੁਣ ਉਸ ਪਾਸੇ ਥੋੜਾ ਜਿਹਾ ਧਿਆਨ ਦੇਣਾ ਸ਼ੁਰੂ ਕਰਤਾ ਕਿ ਰਾਦਰ ਦੈਨ ਅਸੀਂ ਫਿਜ਼ੀਕਲ ਸੈੱਟ ਬਣਾਈਏ ਉੱਥੇ। ਜੇ ਅਸੀਂ ਵਿੰਡੋ ਦਿਖਾਣੀ ਹੈ ਤੇ ਅਸੀਂ ਪ੍ਰੋਜੈਕਸ਼ਨ ਨਾਲ ਪਿੱਛੇ ਵਿੰਡੋ ਦਿਖਾ ਸਕਦੇ ਹਾਂ, ਜਾਂ ਜੇ ਅਸੀਂ ਕੋਈ ਬਾਗ ਦਾ ਸੀਨ ਹੈ ਤੇ ਅਸੀਂ ਪ੍ਰੋਜੈਕਟ ਕਰਕੇ ਉਹਨੂੰ ਪਿੱਛੇ ਤੇ ਕੋਈ ਬਾਗ ਦਾ ਸੀਨ ਬਣਾ ਸਕਦੇ ਹਾਂ। ਸੋ ਇਸ ਤਰ੍ਹਾਂ ਸਿਲਸਿਲਾ ਸਾਡਾ ਜਿਹੜਾ ਹੈਗਾ ਇਹਦਾ ਚੱਲਦਾ ਹੈ। मैं भी you are acting which direction ਚੰਗਾ ਲੱਗਦਾ ਕਰਦਾ। ਤੁਸੀਂ ਥੋੜਾ ਬ੍ਰੇਕ ਕਰ ਰਹੇ ਹੋ, ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ ਪੂਰੀ। ਮੈਂ ਕਹਿੰਦਾ ਐਕਟਰ ਤੁਸੀਂ ਆਪਣੇ ਆਪ ਕਹਿਣਾ ਪਸੰਦ ਕਰੋ ਜਾਂ ਡਾਕਟਰ ਤੌਰ ਤੇ? ਉਹ ਕਰੇ ਨੇ ਕਿ ਤੁਸੀਂ ਐਜ਼ ਐਕਟਰ ਆਪਣੇ ਆਪ ਨੂੰ ਜ਼ਿਆਦਾ ਅੱਛਾ ਇੰਜੋਏ ਕਰਦੇ ਹੋ ਕਿ ਐਜ਼ ਥੀਏਟਰ ਡਾਇਰੈਕਟਰ? That's a very very good question. ਮੈਨੂੰ ਐਕਟਿੰਗ ਦਾ ਠਰਕ ਹੈ, ਸੋ I enjoy acting, but at the same time ਜੇ ਮੈਂ ਕੋਈ ਪ੍ਰੋਜੈਕਟ ਚੰਗੀ ਕਰਨੀ ਹੈ ਤਾਂ ਮੈਨੂੰ ਪਤਾ ਹੈ ਕਿ I need to take on lot more responsibility. ਸੋ ਕਿਉਂਕਿ ਡਾਇਰੈਕਸ਼ਨ ਐਕਟਰ ਨੇ ਸਿਰਫ ਹੈਗਾ ਆਪਣੇ ਬਾਰੇ ਸੋਚਣਾ ਹੈ ਤੇ ਆਪਣੇ ਇੰਟਰੈਕਸ਼ਨ ਦੂਜੇ ਐਕਟਰਾਂ ਨਾਲ ਇੰਟਰੈਕਸ਼ਨ ਦੇ ਬਾਰੇ ਸੋਚਣਾ ਹੈ। ਉਹਨੇ ਓਵਰਆਲ ਜਿਹੜੇ ਪ੍ਰੋਜੈਕਟ ਆ ਸਾਰੀ ਉਹਦੇ ਬਾਰੇ ਉਹਦੀ ਜ਼ਿੰਮੇਵਾਰੀ ਇੰਨੀ ਨਹੀਂ ਹੁੰਦੀ ਜਿੰਨੀ ਡਾਇਰੈਕਟਰ ਦੀ ਹੁੰਦੀ ਹੈ। ਸੋ ਉਹ ਪਰਮਾਤਮਾ ਨੇ ਖਬਰ ਮੈਨੂੰ ਦਿੱਤਾ ਹੈ ਕਿ ਮੈਂ ਜਿੱਥੇ ਵੀ ਜਾਣਾ ਆਈ ਐਮ ਪੁੱਟ ਇਨ ਲੀਡਰਸ਼ਿਪ ਰੋਲਸ। ਕੰਮ ਤੇ ਵੀ ਜੌਬ ਤੇ ਵੀ ਜਿੱਥੇ ਮੈਂ ਨੌਕਰੀ ਕੀਤੀ ਹੈ ਕਿ ਮੇਰੀ ਪਰਸਨੈਲਿਟੀ ਕਰਕੇ ਮੇਰੀ ਆਊਟਲੁੱਕ ਕਰਕੇ I'm always put in leadership roles. So I have those leadership qualities. I think director ਦਾ leader ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ I am open to suggestions from all of the artists. ਤੁਸੀਂ suggestions ਦਿਓ, ਠੀਕ ਹੈ, ਕਈ ਦਫਾ ਬਹੁਤ ਅੱਛੀਆਂ suggestions ਦਿੰਦੇ ਨੇ, ਮੈਂ ਉਹ ਇੰਪਲੀਮੈਂਟ ਕਰਨਾ, ਪਰ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਭਾਈ ਜੇ ਮੈਨੂੰ ਨਹੀਂ ਚੰਗੀ ਲੱਗੀ ਤੇ ਫਾਈਨਲ ਵਰਡ ਮੇਰਾ ਹੋਏਗਾ ਤੇ ਉਹਦੇ ਲਈ ਕੋਈ ਅਫੈਂਡ ਨਾ ਹੋਇਓ। ਸੋ ਉਹਨਾਂ ਨਾਲ ਕਲਾਕਾਰਾਂ ਨਾਲ ਇੰਨੀ ਅੰਡਰਸਟੈਂਡਿੰਗ ਅੱਛੀ ਹੈ, ਇੰਨੀ ਫਰੈਂਡਸ਼ਿਪ ਉਹਨਾਂ ਨਾਲ ਚੰਗੀ ਹੈ ਕਿ ਕੋਈ ਮਾਈਂਡ ਨਹੀਂ ਕਰਦਾ, ਉਹ ਅਪਰੀਸ਼ੀਏਟ ਕਰਦੇ ਨੇ ਸਗੋਂ ਵੀ ਹਾਂ ਵੀ ਦਿਸ ਇਜ਼ ਅ ਬੈਟਰ ਆਈਡੀਆ, ਲੈਟਸ ਡੂ ਦਿਸ। ਸੋ ਮੈਂ ਦੋਨੋਂ ਜਿਹੜੇ ਨੇ ਐਸਪੈਕਟਸ ਨੇ ਜਿਹੜੇ ਨੇ ਇੰਜੋਏ ਕਰਨਾ। ਇੱਕ ਮੇਰਾ ਮਿੱਤਰ ਹੈ, ਉਹਨੇ ਇੱਕ ਵਾਰੀ ਕਮੈਂਟ ਦਿੱਤਾ ਸੀ, ਉਹ ਕਹਿੰਦਾ ਕਿ ਭਾਈ ਸਾਹਿਬ ਕਹਿੰਦਾ ਤੁਸੀਂ ਐਕਟਰ ਨਾਲੋਂ ਡਾਇਰੈਕਟਰ ਚੰਗੇ ਹੋ, ਬਿਹਤਰ ਹੋ। ਸੋ ਮੈਨੂੰ ਨਹੀਂ ਪਤਾ ਮੈਂ ਐਕਟਰ ਬਿਹਤਰ ਹਾਂ ਕਿ ਡਾਇਰੈਕਟਰ ਬਿਹਤਰ ਆ। ਸੋ ਮੁਲਤਾਨੀ ਸਾਹਿਬ ਤੁਸੀਂ ਸਾਡੇ ਆਡੀਅנס ਨੂੰ, ਕਿਉਂਕਿ ਕਾਫੀ ਲੋਕ ਜੁੜੇ ਹੋਏ ਨੇ ਔਰ ਉਹ ਲਗਾਤਾਰ ਵੇਖ ਵੀ ਰਹੇ ਹੋਣਗੇ ਫੇਸਬੁੱਕ ਦੇ ਉੱਪਰ, ਕਿਉਂਕਿ ਇਹ ਕਾਫੀ ਵਾਹਵਾ ਲੋਕ ਦੇਖਦੇ ਨੇ ਰਵੀ ਜੀ ਦੇ ਇਸ ਪ੍ਰੋਗਰਾਮ ਨੂੰ ਜੀ। ਤੇ ਇੱਕ ਦੋ ਗੱਲਾਂ ਜ਼ਰੂਰ ਮੈਂ ਚਾਹਾਂਗਾ ਕਿ ਤੁਸੀਂ ਸਾਨੂੰ ਦੱਸੋ ਕਿ ਅਮਰੀਕਾ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਇੱਕ ਵਾਰੀ ਨਾਟਕ ਦੇਖਣ ਗਿਆ ਸੀ, ਉੱਥੇ ਬਹੁਤ ਹਾਈ ਲੈਵਲ ਦਾ ਪ੍ਰੋਫੈਸ਼ਨਲ ਸੀ, ਤਾਂ ਉੱਥੋਂ ਦਾ ਜਿਹੜਾ ਥੀਏਟਰ ਹੈ ਉੱਥੋਂ ਦੇ ਬਾਰੇ ਸਾਨੂੰ ਥੀਏਟਰ ਬਾਰੇ ਕੁਝ ਦੱਸੋ।
ਹਾਂਜੀ, ਉਹ ਜਿਹੜਾ ਨਾ ਜੀ ਫੰਡਾਮੈਂਟਲ ਡਿਫਰੈਂਸ ਜਿਹੜਾ ਨਾ ਸਾਡੀ ਕਮਿਊਨਿਟੀ ਤੇ ਅਮਰੀਕਨ ਕਮਿਊਨਿਟੀ ਜਿਹੜੀ ਇੱਥੇ ਦੀ ਲੋਕਲ ਕਮਿਊਨਿਟੀ ਹੈ, ਜਿਹੜਾ ਫੰਡਾਮੈਂਟਲ ਡਿਫਰੈਂਸ ਹੈ ਨਾ ਕਿ ਉਹਨਾਂ ਲੋਕਾਂ ਨੂੰ ਥੀਏਟਰ ਦੇਖਣ ਦਾ ਇੰਟਰਸਟ ਹੈਗਾ, ਸਾਡੇ ਲੋਕਾਂ ਨੂੰ ਥੀਏਟਰ ਦੇਖਣ ਦਾ ਇੰਟਰਸਟ ਨਹੀਂ ਹੈਗਾ। ਇੱਥੇ ਮੈਂ ਹਾਈ ਸਕੂਲ ਦਾ ਵੀ ਥੀਏਟਰ ਦੇਖਿਆ ਹੈ, ਕਾਲਜ ਦਾ ਵੀ ਦੇਖਿਆ ਹੈ, ਮਿਡਲ ਸਕੂਲ ਦਾ ਵੀ ਥੀਏਟਰ ਦੇਖਿਆ ਹੈ, ਬ੍ਰੌਡਵੇ ਵੀ ਦੇਖਿਆ ਹਾਂਜੀ। ਉਹ ਭਰੇ, ਉਹਨਾਂ ਦੇ ਆਡੀਟੋਰੀਅਮ ਭਰੇ ਹੁੰਦੇ ਨੇ। ਹੁਣ ਤੁਸੀਂ ਜਦੋਂ ਆਏ ਸੀ ਆਪਾਂ ਫੈਂਟਮ ਆਫ ਦੀ ਓਪਰਾ ਦੇਖ ਕੇ ਆਏ ਸੀ ਬ੍ਰੌਡਵੇ ਤੇ ਹਾਂਜੀ, ਤੁਸੀਂ ਦੇਖਿਆ ਸੀ ਕਿ ਥੀਏਟਰ ਖਚਾਖਚ ਭਰਿਆ ਸੀ, ਭਰਿਆ ਹੋਇਆ ਸੀ ਖਚਾਖਚ, ਔਰ 6-8 ਮਹੀਨੇ ਤੋਂ ਨਾਟਕ ਚੱਲ ਰਿਹਾ ਸੀ ਉਹ। ਐਗਜ਼ੈਕਟਲੀ। ਉਹ ਜਿਹੜੇ ਬ੍ਰੌਡਵੇ ਤੇ ਟਿਕਟ ਨਹੀਂ ਮਿਲਦੀ ਜੀ, ਟਿਕਟ ਨਹੀਂ ਮਿਲਦੀ ਤੁਹਾਨੂੰ, ਟਿਕਟ ਪਹਿਲਾਂ ਬੁੱਕ ਕਰਾਣੀ ਪੈਂਦੀ ਹੈ ਤੇ ਟਿਕਟ ਵੀ ਕੋਈ ਥੋੜੀ ਬਹੁਤ ਨਹੀਂ ਹੁੰਦੀ ਉਹਨਾਂ ਦੀ, $125, $150, $200, $125 ਤੋਂ ਤੁਹਾਨੂੰ ਉੱਥੇ ਟਿਕਟ ਨਹੀਂ ਮਿਲਦੀ। ਹਾਂ ਕੋਈ ਬਹੁਤ ਹੀ 15 ਸਾਲਾਂ ਤੋਂ ਚੱਲ ਰਿਹਾ ਸ਼ੋਅ ਤੇ ਕੋਈ ਸਲੋ ਹੋ ਗਿਆ ਕੰਮ ਉਹਨਾਂ ਦਾ ਤੇ ਉਦੋਂ ਤੁਹਾਨੂੰ ਕੋਈ $50-60 ਦੀ ਟਿਕਟ ਮਿਲ ਜਾਏ, ਨਹੀਂ ਤੇ ਤੁਹਾਨੂੰ $125-150 ਤੋਂ ਥੱਲੇ ਟਿਕਟ ਨਹੀਂ ਮਿਲਦੀ। ਫਿਰ ਉਹਨਾਂ ਦੀ ਜਿਹੜੀ ਕੁਆਲਿਟੀ ਹੈ, ਇਟ ਇਜ਼ ਵਰਥ ਦੈਟ ਕਾਈਂਡ ਆਫ ਮਨੀ। ਤੁਸੀਂ ਦੇਖਿਆ ਸੀ ਫੈਂਟਮ ਆਫ ਦੀ ਓਪਰਾ ਕਿੱਦਾਂ ਉਹਨਾਂ ਨੇ ਹਾਈਡ੍ਰੋਲਿਕਸ ਨਾਲ ਕਿੱਦਾਂ ਸਟੇਜ ਨੂੰ ਚੇਂਜ ਕਰਦੇ ਨੇ। ਮੈਂ 3-4 ਪਲੇ ਦੇਖ ਕੇ ਆਇਆ ਬ੍ਰੌਡਵੇ ਦੇ ਉੱਤੇ। ਮਾਮਾ ਮੀਆਂ ਦੇਖਿਆ ਸੀ ਇੱਕ ਪਲੇ, ਇਟ ਵਾਸ ਅ ਮਿਊਜ਼ੀਕਲ, ਕਿ ਇਟ ਇਜ਼ ਆਊਟ ਆਫ ਦਿਸ ਵਰਲਡ। ਮੇਰਾ ਖਿਆਲ ਨਹੀਂ ਇਦਾਂ ਦਾ ਥੀਏਟਰ ਯੂਰਪ 'ਚ ਆਪਣਾ 2-3 ਜਗ੍ਹਾ 'ਚ ਹੁੰਦਾ ਹੋਏਗਾ, ਉਹ ਵੀ ਬ੍ਰੌਡਵੇ ਜਾ ਕੇ ਕਰਦਾ ਹੈ, ਜਾਂ ਬ੍ਰੌਡਵੇ ਵਾਲੇ ਇੱਥੇ ਲੈ ਕੇ ਆਉਂਦੇ ਨੇ, ਵਾਸ਼ਿੰਗਟਨ ਕਈ ਦਫਾ ਦੂਜੇ ਸ਼ਹਿਰਾਂ 'ਚ ਲੈ ਕੇ ਜਾਂਦੇ ਨੇ ਪਲੇ। ਉਹ ਉਨੇ ਸ਼ੋਅ ਨਹੀਂ ਕਰਦੇ, 8-10-15 ਸ਼ੋਅ ਕਰਦੇ ਨੇ, ਪਰ ਉਹ ਉਦਾਂ ਦਾ ਥੀਏਟਰ ਜਿਹੜਾ ਹੈਗਾ ਮੇਰੇ ਖਿਆਲ ਪੋਸੀਬਲ ਨਹੀਂ ਹੈਗਾ ਵਿਦ ਰੈਗੂਲਰ ਰਿਸੋਰਸਸ ਐਂਡ ਆਮ ਰਿਸੋਰਸਸ। ਤੇ ਜੋ ਆਰਟਿਸਟ ਵੀ ਤੁਸੀਂ ਉਹਨਾਂ ਦੇ ਦੇਖੇ ਸੀ ਡਾਕਟਰ ਸਾਹਿਬ, ਕਿ ਕਿਆ ਕਮਾਲ ਦੇ, ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਇਹ ਲੋਕ ਐਕਟਿੰਗ ਕਰ ਰਹੇ ਨੇ, ਦੇ ਆਰ ਇਨਾ ਨੈਚੁਰਲ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਸੋ ਉਹ ਜਿਹੜਾ ਹੈਗਾ ਉਹ ਚੀਜ਼ ਮੈਂ ਤੁਹਾਨੂੰ ਇਹ ਸਵਾਲ ਪੁੱਛਾਂਗਾ, ਡੂ ਯੂ ਥਿੰਕ ਦੈਟ ਇਜ਼ ਪੋਸੀਬਲ ਇਨ ਇੰਡੀਆ? ਇੰਡੀਆ 'ਚ ਇੰਨਾ ਥੀਏਟਰ ਹੁੰਦਾ ਹੈਗਾ, ਬੰਬੇ 'ਚ ਇੰਨਾ ਥੀਏਟਰ, ਆਪਣਾ ਰਵੀ ਜੀ ਦਿੱਲੀ 'ਚ ਤੁਸੀਂ ਇੰਨਾ ਥੀਏਟਰ ਕਰਦੇ ਹੋ। ਮੈਂ ਤੁਹਾਨੂੰ ਬਹੁਤ ਚਿਰ ਦਾ ਫੋਲੋ ਕਰਨਾ ਐਂਡ ਵੈਰੀ ਕਲੋਜ਼ਲੀ, ਤੁਹਾਡੇ ਮੈਂ ਸਾਰਾ ਕੰਮ ਜਿੰਨਾ ਵੀ ਤੁਸੀਂ ਲਿਖਦੇ ਹੋ ਉੱਤੇ ਤਸਵੀਰਾਂ ਪਾਉਂਦੇ ਹੋ ਸਾਰੀਆਂ ਮੈਂ ਰਿਲੀਜੀਅਸਲੀ ਦੇਖਣਾ ਤੇ ਪੜ੍ਹਨਾ। ਤੁਸੀਂ ਮੈਨੂੰ ਦੱਸੋ ਵੀ ਉੱਥੇ ਇਹ ਪੋਸੀਬਲ ਹੋ ਸਕਦਾ ਹੈ ਇਸ ਕੁਆਲਿਟੀ ਦਾ ਥੀਏਟਰ? ਦੇਖिए ਜੇ ਤੁਸੀਂ ਗੱਲ ਕਰ ਰਹੇ ਹੋ ਉਸ ਤਰ੍ਹਾਂ ਥੀਏਟਰ, ਬੜੇ ਥੀਏਟਰ ਜਿਹੜਾ ਹੈ ਥੀਏਟਰ ਏਦਾਂ ਸਾਡੇ ਇੱਥੇ ਗੁੜਗਾਵਾਂ ਵਿੱਚ ਥੀਏਟਰ ਹੈਗਾ ਜਿਹਨੂੰ ਕਿੰਗਡਮ ਡ੍ਰੀਮ ਦੇ ਆਪਾਂ, ਉੱਥੇ ਤੁਹਾਨੂੰ ਆਲ ਇਸੇ ਤਰ੍ਹਾਂ ਦੇ ਹਾਈਡ੍ਰੋਲਿਕ ਪੂਰਾ ਸਟੇਜ ਮਿਲਿਆ, ਤੁਸੀਂ ਚਾਹੇ ਉਹਨੂੰ ਹਾਥੀ ਨੂੰ ਸਟੇਜ ਤੇ ਕੇ ਆ ਜਾਓ, ਤੁਸੀਂ ਬਰਸਤੇ ਖਾ ਦਿਓ, ਸਭ ਕੁਝ ਏਦਾਂ ਦਾ ਥੀਏਟਰ ਹੋਇਆ ਜਿਹਨੂੰ ਟੂਰਿਸਟ ਥੀਏਟਰ ਕਿਹਾ ਜਾਂਦਾ। ਉਸ ਦੀ ਟਿਕਟ ਵੀ ਉਹਨੇ 5-6 ਰੁਪਏ ਟਿਕਟ ਇੱਥੇ ਵੀ ਦਿੱਲੀ ਹੈਗੀ ਉਹਨਾਂ ਦੀ ਟਿਕਟ। ਉਹ ਸ਼ੋਅ ਵੀ ਲਗਾ ਜਿਹੜੇ ਆ ਪਿਛਲੇ 1 ਸਾਲ ਉਹਨੂੰ ਆਪਾਂ ਬਾਲ ਥੀਏਟਰ ਵੀ ਕਹਿੰਦੇ ਆ ਇੱਥੇ। ਉਹ ਗੁੜਗਾਵਾਂ ਹੋ ਰਿਹਾ, ਲੋਕ ਆਉਂਦੇ ਥੀਏਟਰ ਵੇਖਦੇ ਆ। ਲੇਕਿਨ ਸਾਡੀ ਜਿਹੜੀ ਆਪਾਂ ਦਿੱਲੀ ਦੀ ਗੱਲ ਕਰੀਏ, ਜਾਂ ਦਿੱਲੀ ਵਿੱਚ 3 ਤਰ੍ਹਾਂ ਦਾ ਸਾਡੇ ਕੋਲ ਹੈਗਾ। ਇੱਕ ਉਹ ਥੀਏਟਰ ਜਿਹੜਾ ਨੈਸ਼ਨਲ ਸਕੂਲ ਆਫ ਡਰਾਮਾ ਕਰ ਰਿਹਾ, ਪ੍ਰੋਫੈਸ਼ਨਲ ਵੇ ਕਰ ਰਿਹਾ। ਇੱਕ ਉਹ ਥੀਏਟਰ ਜਿਹੜਾ ਸਾਰੀ ਥੀਏਟਰ ਹੋ ਰਿਹਾ ਜਿਹਦੇ ਵਿੱਚ ਪ੍ਰੋਫੈਸ਼ਨਲ ਵੀ ਔਰ ਐਮੇਚਰ ਥੀਏਟਰ ਵੀ ਹੈਗਾ। ਔਰ ਤੀਜੀ ਤਰ੍ਹਾਂ ਦਾ ਸਾਡਾ ਦਿੱਲੀ ਵਿੱਚ ਹੈ ਮੈਚੁਰ ਥੀਏਟਰ, ਜਿਹੜਾ ਤੁਸੀਂ ਕਰ ਰਹੇ ਹੋ, ਤੁਸੀਂ ਕਰ ਰਹੇ ਹੋ ਜਿਹੜਾ ਦੇ ਅੰਦਰ ਜੀ। ਲੇਕਿਨ ਮੈਂ ਵੇਖਿਆ ਕਿ ਪੂਰੇ ਹਿੰਦੁਸਤਾਨ ਦੇ ਥੀਏਟਰ ਨੂੰ ਅੱਜ ਸਰਵੇ ਕਰ ਰਹੇ ਹਾਂ, ਰਿਸਰਚ ਕਰ ਰਹੇ ਹਾਂ। ਐਮੇਚਰ ਥੀਏਟਰ ਇੱਕ ਐਸਾ ਥੀਏਟਰ ਹੈ ਜਿਸ ਸੱਚਮੁੱਚ ਥੀਏਟਰ ਰੱਖਿਆ ਹੋਵੇ। ਇਹ ਜਿਹੜੀ ਗੱਲ ਤੁਸੀਂ ਕਰ ਰਹੇ ਇਹ ਹੈਗਾ ਉਹਨਾਂ ਲੋਕਾਂ ਪਾਸ ਜਿੰਨਾ ਤੁਸੀਂ ਡਾਲਰ ਜਿਹੜੇ ਹੈ ਉਹਨਾਂ ਨੇ 2 ਸਾਲ ਜਾਂ 6 ਮਹੀਨੇ ਨਾਟਕ ਵੇਖਣ ਕਲਾ ਸਿਜਨ ਹੈ ਤਾਂ ਐਮੇਚਰ ਦੇ ਕਾਹੀ ਦਾ ਤੁਹਾਡੇ ਦਾ ਹੈ ਜਾਂ भी एमएचर है मैं के जा है। और एक चीज के इन $200 नहीं पर लोग रोज जा देखते होंगे, हफ्ते जाके देख होंगे। एमएचर थिएटर यही है। हाँ, एमएचर थिएटर का यही का कुछ नहीं। ਰਵੀ ਜੀ ਤੁਹਾਡਾ ਲਿੰਕ ਬਹੁਤ ਜ਼ਿਆਦਾ ਟੁੱਟ ਰਿਹਾ। ਸਾਰੇ ਲੋਕ ਜਿਹੜੇ ਥੀਏਟਰ ਰਹੇ, ਮੇਰੀ ਕਲੀਅਰ ਹੋ ਰਹੀ ਹੈ? ਹਾਂ, ਇੱਥੇ ਤੁਹਾਨੂੰ ਇੱਥੇ ਬੋਲਣਾ ਪਏਗਾ, ਆਵਾਜ਼ ਫਟ ਰਹੀ ਹੈ ਮੇਰੀ। ਚਲੋ ਗੱਲ ਅਸੀਂ ਕਰ ਰਹੇ ਹਾਂ ਦਿੱਲੀ ਵਿੱਚ
ਗੁੜਗਾਵਾਂ ਵਿੱਚ ਇਦਾਂ ਦਾ ਥੀਏਟਰ ਹੋ ਰਿਹਾ ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ। ਰਵੀ ਜੀ ਕਿ ਤੁਸੀਂ ਦੇਖਿਆ ਜਾ ਕੇ ਦਿੱਲੀ ਆਓ ਤੇ ਗੁੜਗਾਵਾਂ ਜਾਓ, ਕਿੰਗਡਮ ਆਫ ਡ੍ਰੀਮਸ ਵੇਖੋ, ਉਹ ਇਦਾਂ ਹੀ ਥੀਏਟਰ ਹੈ। ਤੁਹਾਨੂੰ ਬਰਾਤ ਵੀ ਦਿਖਾਈ ਜਾਏਗੀ ਉਹਦੇ, ਤੁਹਾਨੂੰ ਤਾਰੇ ਵੀ ਦਿਖਾਈ ਦੇਣਗੇ, ਤੁਹਾਨੂੰ ਹਾਥੀ ਵੀ ਦਿਖਾਈ ਦੇਗਾ, ਪੂਰਾ ਬਿਲਕੁਲ ਇੱਕ ਬਾਲੀਵੁੱਡ ਥੀਏਟਰ ਜਿਸਦੀ ਟਿਕਟ 5-6 ਹਜ਼ਾਰ ਹੈ, ਉਹ ਚੱਲ ਰਿਹਾ ਦੇਖੇਗਾ। ਰਵੀ ਜੀ ਇੱਕ ਛੋਟੀ ਜੀ ਚੀਜ਼ ਮੈਂ ਐਡ ਕਰਨੀ ਚਾਹਾਂਗਾ। ਹੈਲੋ, ਹਾਂ, ਮੈਂ ਮੁਲਤਾਨੀ ਸਾਹਿਬ ਦੇ ਹਵਾਲੇ ਨਾਲ ਇੱਕ ਚੀਜ਼ ਜੋੜਨੀ ਚਾਹਾਂਗਾ ਕਿ ਅਮਰੀਕਾ ਵਿੱਚ ਜਿਸ ਥੀਏਟਰ ਦੀ ਗੱਲ ਮੁਲਤਾਨੀ ਸਾਹਿਬ ਕਰ ਰਹੇ ਆ, ਉਹ ਬ੍ਰੌਡਵੇ ਦੇ ਇਕੱਲੇ ਬ੍ਰੌਡਵੇ ਦੇ ਉੱਪਰ 40-45 ਇੱਕ ਛੋਟੇ ਜਿਹੇ ਏਰੀਏ ਦੇ ਵਿੱਚ 40-45 ਦੇ ਕਰੀਬ ਥੀਏਟਰ ਨੇ, ਔਰ ਉੱਥੇ ਹਮੇਸ਼ਾ ਸਾਰੇ ਹਾਊਸਫੁੱਲ ਰਹਿੰਦੇ ਨੇ। ਗੱਲ ਸਿਰਫ ਟੈਕਨੀਕ ਦੀ ਨਹੀਂ ਹੈ, ਗੱਲ ਇਹ ਹੈ ਕਿ ਆਡੀਅנס ਕਿੰਨੀ ਕੁ ਉਸ ਨੂੰ ਦੇਖਣ ਆਉਂਦੀ ਹੈ। ਔਰ ਆਪਾਂ ਜਾਣਦੇ ਹਾਂ ਕਿ ਇੰਡੀਆ ਦੇ ਵਿੱਚ ਅਸੀਂ ਆਡੀਅנס ਪ੍ਰੋਬਲਮ ਨਾਲ ਜੂਝ ਰਹੇ ਹਾਂ। ਜਦੋਂ ਤੱਕ ਆਡੀਅנס ਪੈਸਾ ਖਰਚ ਕੇ ਡਰਾਮਾ ਦੇਖਣ ਨਹੀਂ ਆਉਂਦੀ ਤਾਂ ਆਪਾਂ ਮਤਲਬ ਕਿ ਕੰਟੀਨਿਊਸਲੀ ਥੀਏਟਰ ਨਹੀਂ ਕਰ ਸਕਦੇ, ਆਪਾਂ ਗਰੰਟੀ ਨਹੀਂ ਕਰ ਸਕਦੇ ਕਿ ਥੀਏਟਰ ਚੱਲਦਾ ਰਹੂਗਾ, ਸਾਡੇ ਆਰਟਿਸਟਾਂ ਨੂੰ ਥੀਏਟਰ 'ਚੋਂ ਪੈਸੇ ਮਿਲਣਗੇ ਤੇ ਫਿਰ ਥੀਏਟਰ ਵਿੱਚ ਟੈਕਨੀਕ ਹੋਰ ਆਏਗੀ। ਇਨਵੈਸਟਮੈਂਟ ਬਿਲਕੁਲ ਹੀ ਜ਼ੀਰੋ ਹੈ ਸਾਡੀ, ਔਰ ਆਡੀਅנס ਦੀ ਸਰਪ੍ਰਸਤੀ ਪੈਟਰਨਸ਼ਿਪ ਉਹ ਵੀ ਸਾਡੀ ਜ਼ੀਰੋ ਹੈ। ਮੈਂ ਐਗਰੀ ਕਰਦਾ ਤੁਹਾਡੀ ਬਿਲਕੁਲ, ਮੈਂ ਇਸ ਗੱਲ ਨੂੰ ਐਗਰੀ ਕਰਦਾ। ਲੇਕਿਨ ਅਸੀਂ ਦਿੱਲੀ ਵਿੱਚ ਵੇਖਦੇ ਹਾਂ, ਦਿੱਲੀ ਵਿੱਚ ਆਪਾਂ ਬੈਠ ਕੇ ਇੱਕ ਨੈਸ਼ਨਲ ਥੀਏਟਰ ਵੇਖ ਰਹੇ ਹਾਂ, ਰਾਸ਼ਟਰ ਸਤਰ ਦਾ ਥੀਏਟਰ ਵੇਖ ਰਹੇ ਹਾਂ, ਔਰ ਦਿੱਲੀ ਵਿੱਚ ਰੰਗਮ ਹੁੰਦਾ, ਅਮਰੀਕਾ ਦਾ ਵੀ ਵੇਖਦਾ, ਆਪਾਂ ਬ੍ਰਿਟਿਸ਼ ਥੀਏਟਰ ਵੀ ਬਣੇ ਆ, ਆਪਾਂ ਜਾਪਾਨ ਦਾ ਥੀਏਟਰ ਵੀ ਬਣੇ ਆ, ਜਿਹੜਾ ਫੈਸਟੀਵਲ ਹੁੰਦਾ ਪੰਗਮ ਹੁੰਦਾ, ਉਹਦੇ ਵਿੱਚ ਆਲ ਓਵਰ ਵਰਲਡ ਆਉਂਦੇ ਆ। ਲੇਕਿਨ ਜੇ ਮੈਂ ਦਿੱਲੀ ਦੀ ਗੱਲ ਕਰਾਂ, ਚੰਗੇ ਨਾਟਕ ਵੀ ਹੈਗੇ, ਉਹਨਾਂ ਨੂੰ ਆਡੀਅנס ਹੈ। ਪਾਲੀ ਸਾਹਿਬ, ਮੈਂ ਨਹੀਂ ਸਮਝਦਾ ਕਿ ਪੰਜਾਬ ਵਿੱਚ ਕੀ ਪ੍ਰੋਬਲਮ ਹੈ, ਜਾਂ ਫਿਰ ਜਿੱਦਾਂ ਅਮਰੀਕਾ ਵਿੱਚ ਬੋਲ ਰਹੇ ਕਿ ਪੰਜਾਬ ਥੀਏਟਰ ਵਾਸਤੇ ਆਡੀਅנס ਨਹੀਂ ਹੈ, ਲੇਕਿਨ ਜੇ ਤੁਸੀਂ ਹਿੰਦੀ ਥੀਏਟਰ ਤੇ ਹੋ ਤੁਹਾਡੇ ਕੋਲ ਆਡੀਅנס ਬਹੁਤ ਆ ਜਾਂਦੀ ਹੈ। ਇਹ ਗੱਲ ਕਹੀ ਆ ਇਹਨਾਂ ਨੇ। ਚੰਗੇ ਥੀਏਟਰ ਹੋਏ ਦੀ ਟਿਕਟ ਦਿੱਲੀ ਵਿੱਚ ਵਿਕ ਰਹੀ ਹੈ, ਮੈਂ ਨਹੀਂ ਕਹਿ ਰਿਹਾ ਕਿ ਸਾਰੀ ਤਾਂ ਵਿਕ ਰਹੀ ਆ, ਆਡੀਅנס ਚੰਗੀ ਹੈ। ਤੁਹਾਡਾ ਆਪਣਾ ਜਿਹੜਾ ਦਿੱਲੀ 'ਚ ਹੋਏਗਾ, ਜਿਹੜਾ ਕਿ ਰਾਜੇਸ਼ ਬੱਬੇ ਕੀਤਾ ਸੀ, ਇਟ ਵਾਸ ਅ ਪੈਕ ਆਡੀਅנס, ਪੈਕ ਹਾਲ। ਤੁਹਾਡਾ ਆਪਣਾ ਦਿੱਲੀ ਚੱਲ ਰਿਹਾ, ਹਾਲੀ ਪੰਜਾਬ ਹੈ, ਚੰਗੇ ਰਾਈਟਰ ਹੋਣ। ਔਰ ਇਹ ਗੱਲ ਸੱਚੀ ਹੈ ਕਿ ਦਿੱਲੀ 3 ਬੰਦੇ 4 ਜਾਂ 5 ਜ਼ਿਆਦਾ ਪਲੇ ਨਹੀਂ ਕਰਦੇ। ਦਿੱਲੀ ਲੋਕੀ ਭੰਡੀਆਂ ਆਉਂਦੇ। ਤੁਹਾਡਾ ਨਾ ਲਿੰਕ ਟੁੱਟ ਰਿਹਾ ਹੈ, ਤੁਹਾਡੀ ਆਵਾਜ਼ ਕਲੀਅਰ ਨਹੀਂ ਹੈ, ਪੱਲੇ ਨਹੀਂ ਪੈ ਰਿਹਾ ਗੱਲ, ਲਿੰਕ ਟੁੱਟ ਰਿਹਾ ਤੁਹਾਡਾ। ਮੈਨੂੰ ਲੱਗਦਾ ਪ੍ਰੋਬਲਮ ਮੁਲਤਾਨੀ ਸਾਹਿਬ ਤੁਸੀਂ ਵੀ ਇੱਕ ਘੰਟੇ ਨਹੀਂ ਹੋਣ, ਆਪਾਂ 2 ਘੰਟੇ ਦਾ ਕੱਟੋ। ਹੁਣ ਤਾਂ ਖੈਰ ਇੰਟਰਵਲ ਟਾਈਮ ਨਹੀਂ ਰਿਹਾ, ਇੰਟਰਵਲ ਨਹੀਂ ਤਾਂ ਪਹਿਲਾਂ 2 ਇੰਟਰਵਲ ਵੀ ਆਪਾਂ ਵੇਖੇ ਹੋਏ ਦਿੱਲੀ ਅੰਦਰ, ਕਿਉਂਕਿ ਦਿੱਲੀ ਬਹੁਤ ਫੈਲਿਆ ਹੋਇਆ, 20-20, 25-30 ਕਿਲੋਮੀਟਰ ਤੋਂ ਲੋਕ ਨਾ ਵੇਖਣ ਆਉਂਦੇ ਆ, ਮੈਟਰੋ ਫੜ ਕੇ ਵੀ ਕਰਕੇ। ਔਰ ਆਡੀਅנס ਦਿੱਲੀ ਆਪਣੀ ਹੈ, ਲੇਕਿਨ ਦਿੱਲੀ ਵਿੱਚ ਕੁਆਲਿਟੀ ਥੀਏਟਰ, ਮੈਂ ਇਸ ਗੱਲ ਨੂੰ ਸਵੀਟ ਕਰਦਾ, ਕੁਆਲਿਟੀ ਥੀਏਟਰ ਵੇਖਦੇ ਆ। ਕਿਉਂਕਿ ਦਿੱਲੀ ਵਿੱਚ ਮੁਕਾਬਲਾ, ਜੇ ਮੈਂ ਪੰਜਾਬੀ ਨਾਲ ਕਰ ਰਿਹਾ ਤਾਂ ਮੇਰਾ ਮੁਕਾਬਲਾ ਪੰਜਾਬ ਨਾਲ ਨਹੀਂ ਹੋ ਰਿਹਾ, ਮੁਕਾਬਲਾ ਨੈਸ਼ਨਲ ਪੱਧਰ ਤੇ ਹੋ ਰਿਹਾ। ਕਿ ਆਪਾਂ ਕਿਉਂਕਿ ਦਿੱਲੀ ਅੰਦਰ ਬੈਠ ਕੇ ਇੰਟਰਨੈਸ਼ਨਲ ਪਲੇ ਵੀ ਕਰ ਰਹੇ ਹਾਂ, ਔਰ ਆਡੀਅנס ਮੇਰੀ ਪੰਜਾਬੀ ਉਹੀ ਹੈ ਜਿਹੜੀ ਕਿ ਹਿੰਦੀ ਹੈ, ਜਿਹੜੀ ਬੰਗਾਲੀ ਦੀ ਹੈ, ਇੰਟਰਨੈਸ਼ਨਲ ਥੀਏਟਰ ਆਡੀਅנס ਹੈ। ਹਾਂ, ਜੇ ਤੁਸੀਂ ਬਾਲੀਵੁੱਡ ਨੂੰ ਪਲੇ ਕਰੋ, ਜੇ ਨਦੀਨ ਸ਼ਾਹ, ਉਹਦੀ ਆਡੀਅנס ਡਿਫਰੈਂਟ ਹੋ ਸਕਦੀ ਹੈ, ਉਹ ਆਡੀਅנס ਡਿਫਰੈਂਟ ਹੋ ਸਕਦੀ ਹੈ। ਆਡੀਅנס ਦੇ ਪ੍ਰੋਬਲਮ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਨਹੀਂ ਹੈਗੀ, ਪਰ ਖਾਸ ਤੌਰ ਤੇ ਦਿੱਲੀ ਵਿੱਚ ਹੈ, ਉਹਨਾਂ ਨੂੰ ਮਿਲ ਰਹੀ। ਪੈਸੇ ਪ੍ਰੋਬਲਮ ਹੈ, ਐਕਟਰ ਪੈਸਾ ਨਹੀਂ ਦੇ ਪਾ ਰਹੇ ਸੀ, ਡਾਕਟਰ ਨੂੰ ਫੀਸ ਨਹੀਂ ਦੇ ਪਏ, ਆਪਾਂ ਕਿਰਾਇਆ ਹੀ ਦਿੱਲੀ ਜੇ ਮੈਂ 30 ਕਿਲੋਮੀਟਰ ਤੋਂ ਲੋਕੀ ਰੇਸ ਕਰਨ ਰਹੇ ਆ, ਤੇ ਹਾਲ ਦਾ ਕਿਰਾਇਆ ਜਿਹੜਾ ਹੈ, ਔਰ ਰਿਸਰਚ ਸਪੇਸ ਦਾ ਕਿਰਾਇਆ ਜਿਹੜਾ ਹੈ, ਪਲੱਸ ਐਕਟਰ ਦਾ ਕਨਵੈਂਸ, ਇਹ ਸਾਡਾ ਨਿਕਲ ਇਹੀ ਗਨੀਮਤ ਹੈ, ਲੇਕਿਨ ਨਿਕਲ ਰਿਹਾ। ਚਲੋ ਰਵੀ ਜੀ, ਮੈਂ ਤੁਹਾਨੂੰ ਇੱਕ ਰੋਕਣਾ ਚਾਹਾਂਗਾ, ਅੱਜ ਦਿੱਲੀ ਦਾ ਥੀਏਟਰ ਆਪਣਾ ਫੋਕਸ ਨਹੀਂ ਹੈ, ਅੱਜ ਆਪਾਂ ਅਮਰੀਕਾ ਦੇ ਥੀਏਟਰ ਬਾਰੇ ਗੱਲ ਕਰ ਰਹੇ ਹਾਂ। ਮੈਂ ਵਾਪਸ ਗੱਲ ਨੂੰ ਮੁਲਤਾਨੀ ਸਾਹਿਬ ਵੱਲ ਲੈ ਕੇ ਆਉਣਾ ਚਾਹਾਂਗਾ। ਤਾਂ ਮੁਲਤਾਨੀ ਸਾਹਿਬ, ਜਿਹੜਾ ਇਹ ਬਿਲਕੁਲ ਸਹੀ ਗੱਲ ਹੈ, ਜਿਵੇਂ ਕਿ ਰਵੀ ਜੀ ਨੇ ਕਿਹਾ ਕਿ ਦਿੱਲੀ ਜਾਂ ਮੁੰਬਈ ਵਰਗੇ 2-4 ਵੱਡੇ ਸ਼ਹਿਰਾਂ ਵਿੱਚ ਜ਼ਰੂਰ ਸਾਡੇ ਥੀਏਟਰ ਦੇ ਹਾਲਾਤ ਵਧੀਆ ਨੇ, ਤਾਂ ਤੁਸੀਂ ਕੀ ਸਮਝਦੇ ਹੋ ਕਿ ਜਿਵੇਂ ਸਾਡੇ ਬਾਕੀ ਸਾਰੇ ਦੇਸ਼ ਵਿੱਚ, ਜਿਵੇਂ ਕਿ ਦਿੱਲੀ ਮੁੰਬਈ ਨੂੰ ਅਸੀਂ ਛੱਡ ਦਈਏ, ਵੱਡੇ 4-5-7 ਮੈਟਰੋ ਸਿਟੀਜ਼ ਨੂੰ, ਜਿੱਥੇ ਥੀਏਟਰ ਅੱਛੀ ਪੋਜੀਸ਼ਨ ਦੇ ਵਿੱਚ ਹੈ ਬਾਕੀ ਦੇਸ਼ ਦੇ ਮੁਕਾਬਲੇ, ਤੁਹਾਨੂੰ ਕੀ ਕਾਰਨ ਲੱਗਦਾ ਕਿ ਅਮਰੀਕਾ ਦੇ ਵਿੱਚ ਲੋਕ ਥੀਏਟਰ ਨਾਲ ਕਿਵੇਂ ਜੁੜੇ ਹੋਏ ਨੇ? ਕਿਹੜੀ ਥੀਏਟਰ ਦਾ ਐਲੀਮੈਂਟ ਹੈ ਜਿਹੜਾ ਲੋਕਾਂ ਨੂੰ ਇੰਨੀ ਤਾਕਤ ਨਾਲ ਆਪਣੇ ਨਾਲ ਜੋੜਦਾ ਕਿ ਇੱਕ ਨਾਟਕ 10-10, 20-20 ਸਾਲ ਤੱਕ ਸਟੇਜ ਤੇ ਚੱਲਦਾ ਰਹਿੰਦਾ ਔਰ ਲੋਕ ਵਾਰ-ਵਾਰ ਦੇਖਦੇ ਰਹਿੰਦੇ ਨੇ?
ਜੇ ਤੁਸੀਂ ਬ੍ਰੌਡਵੇ ਦੀ ਗੱਲ ਕਰੋ ਨਾ ਤੇ ਉਹ ਹੈ ਕੁਆਲਿਟੀ। ਹਰ ਪੱਖੋਂ ਜਿਹੜੀ ਹੈ ਬ੍ਰੌਡਵੇ ਦੀ ਜਿਹੜੀ ਕੁਆਲਿਟੀ ਹੈਗੀ ਹੈ ਉਹ ਸੁਪਰਬ ਹੈ। ਹਾਂਜੀ, ਉਹ ਲੋਕੀ ਜਿਹੜੇ ਨੇ ਉਸ ਕੁਆਲਿਟੀ ਨੂੰ ਦੇਖਣ ਵਾਸਤੇ ਖਿੱਚੇ ਚਲੇ ਜਾਂਦੇ। ਲੋਕੀ 6-6 ਮਹੀਨੇ ਪਹਿਲਾਂ ਪਲਾਨ ਕਰਦੇ ਨੇ ਵੀ ਅਸੀਂ ਫਲਾਣਾ ਪਲੇ ਜਾ ਕੇ ਤੇ ਨਿਊਯਾਰਕ ਬ੍ਰੌਡਵੇ ਦੇਖ ਕੇ ਆਣਾ ਹੈਗਾ। ਆਡੀਅנס ਜਿਹੜੀ ਹੈਗੀ ਜੀ, ਆਡੀਅנס ਦੀ ਕਮਿਟਮੈਂਟ ਹੈਗੀ ਆ, ਆਡੀਅנס ਨੂੰ ਇੰਟਰਸਟ ਹੈਗਾ ਲਾਈਵ ਥੀਏਟਰ ਦੇਖਣ ਦਾ, ਆਡੀਅנס ਨੂੰ ਇੰਟਰਸਟ ਹੈਗਾ। ਇਹ ਨਹੀਂ ਕਿ ਲੋਕੀ ਫਿਲਮਾਂ ਨਹੀਂ ਦੇਖਦੇ ਹੈਗੇ, ਫਿਲਮਾਂ ਵੀ ਦੇਖਦੇ ਨੇ ਲੋਕੀ, ਫਿਲਮਾਂ ਵੀ ਉਨੀ ਦਿਲਚਸਪੀ ਨਾਲ ਦੇਖਦੇ ਨੇ ਜਿੰਨਾ ਉਹ ਥੀਏਟਰ ਨੂੰ ਦੇਖਦੇ ਨੇ। ਥੀਏਟਰ ਦੀ ਨਾਲੇ ਥੀਏਟਰ ਦੀ ਇੱਕ ਸਪੈਸ਼ਲ ਆਡੀਅנס, ਹਰ ਬੰਦੇ ਨੂੰ ਥੀਏਟਰ ਦਾ ਇੰਟਰਸਟ ਨਹੀਂ ਹੈਗਾ, ਪਰ ਫॉर ਸਮ ਰੀਜ਼ਨ ਜਿਹੜਾ ਥੀਏਟਰ ਦਾ ਇੰਟਰਸਟ ਹੈ, ਅਮਰੀਕਨ ਥੀਏਟਰ ਦਾ ਜਾਂ ਇੰਗਲਿਸ਼ ਥੀਏਟਰ ਦਾ ਇੰਟਰਸਟ ਹੈਗਾ, ਉਹ ਇਹਨਾਂ ਲੋਕਾਂ 'ਚ ਬਹੁਤ ਜ਼ਿਆਦਾ। ਮੈਂ ਵੀ ਆਪਣਾ, ਜਦੋਂ ਮੈਂ ਤੁਹਾਨੂੰ ਦੱਸਣਾ ਕਿ ਜਦੋਂ ਮੈਂ ਤੁਹਾਡਾ RSVP ਪਲੇ ਪੰਜਾਬੀ 'ਚ ਕੀਤਾ ਸੀ ਤੇ ਮੈਂ ਆਈ ਵਰਕ ਫॉर ਦ ਯੂਨਾਈਟਿਡ ਸਟੇਟਸ ਕੈਪੀਟਲ, ਉਹਨਾਂ ਦਾ ਲੋਅਰ ਹਾਊਸ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵਸ, ਉਹਨਾਂ ਨਾਲ ਇੰਪਲੋਇਡ ਆ। ਤੇ ਮੇਰੇ ਜਿਹੜੇ ਨੇ ਮੋਸਟਲੀ ਜਿਹੜੇ ਕੁਲੀਗ ਸੀ ਸਾਰੇ ਵਾਈਟ ਸੀ। ਉਹਨਾਂ ਨੂੰ ਮੈਂ ਕਿਹਾ ਕਿ ਮੈਂ ਪਲੇ ਡਾਇਰੈਕਟ ਕਰ ਰਿਹਾ ਤੇ ਐਕਟ ਵੀ ਕਰ ਰਿਹਾ ਉਹਦੇ 'ਚ। ਉਹਨਾਂ ਸਾਰਿਆਂ ਨੇ ਇੰਟਰਸਟ ਸ਼ੋ ਕੀਤਾ, ਕਹਿੰਦੇ ਅਸੀਂ ਵੀ ਲਾਈਕ ਟੂ ਕਮ, ਪਰ ਸਾਨੂੰ ਸਮਝ ਆ ਜਾਏਗਾ। ਮੈਂ ਕੀ ਕੀਤਾ, ਮੈਂ ਉਹਨਾਂ ਵਾਸਤੇ ਇੱਕ ਪੂਰਾ ਜਿਹੜਾ ਨਾ ਸੀਨ ਬਾਈ ਸੀਨ ਸਿਨੋਪਸਿਸ ਲਿਖ ਕੇ ਨਾ, ਸੌਰਟ ਆਫ ਡੀਟੇਲਡ ਕਾਲ ਇਟ ਸਿਨੋਪਸਿਸ, ਉਹ ਲਿਖ ਕੇ ਕਿ ਉਹਨਾਂ ਨੂੰ ਜਿਹੜਾ ਸਮਝ ਆਏ। ਨਾਲ ਉਹਨਾਂ ਦੇ ਜਿਹੜੇ ਨਾ, ਮੈਂ ਕੋਈ ਮੇਰੇ ਖਿਆਲ ਕੋਈ 20 ਬੰਦੇ ਆਏ ਹੋਣੇ ਨੇ ਉੱਥੋਂ, ਉਹਨਾਂ ਦੇ ਨਾਲ ਮੈਂ ਨਾ 2-2 ਦੇ ਨਾਲ ਆਪਣਾ ਇੱਕ ਬੰਦਾ ਬਿਠਾ ਦਿੱਤਾ ਨਾਲ ਉਹਨਾਂ ਦੇ, ਤੇ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਨਾ, ਜਿੱਥੇ ਇਹਨਾਂ ਕੋਈ ਕੁਐਸਚਨ ਹੋਏ ਤੇ ਇਹਨਾਂ ਨੂੰ ਤੁਸੀਂ ਉਹ ਨਾਟਕ ਐਡਾ ਫਨੀ ਹੈ, ਉਹ ਹੱਸੀ ਜਾਣ ਤੇ ਉਹਨਾਂ ਪੁੱਛੀ ਜਾਣ what happened ਪਰ ਉਹਨਾਂ ਨੂੰ ਜਿਹੜਾ ਨਾ, ਉਹ ਦੇਖ ਕੇ ਸਟੋਰੀ ਲਾਈਨ ਥੋੜਾ ਉਹਨੂੰ ਦੱਸੀ ਜਾਣ, ਨਾਲ ਦੱਸੀ ਜਾਣ, ਉਹਨਾਂ ਨੂੰ ਸਮਝ ਆਣੀ ਸ਼ੁਰੂ ਹੋ ਗਈ ਵੀ ਹਾਂ ਵੀ ਇਹ ਹੋਇਆ, ਐਂਡ ਦੇ ਰੀਅਲੀ ਇੰਜੋਇਡ ਇਟ। ਹਾਲਾਂਕਿ ਦੇਖੋ, ਉਹ ਲੋਕਾਂ ਨੂੰ ਲੈਂਗੁਏਜ ਨਹੀਂ ਪਤਾ, ਉਹਦੇ ਬਾਵਜੂਦ ਵੀ ਉਹਨਾਂ ਨੂੰ ਥੀਏਟਰ ਦਾ ਇੰਟਰਸਟ ਜਿਹੜਾ ਹੈ, ਉਹ ਬਿਕੋਜ਼ ਦੇ ਵਰ ਐਸੋਸੀਏਟਡ ਵਿਦ ਮੀ, ਉਹ ਖਿੱਚ ਕੇ ਲਿਆਇਆ ਉਹਨਾਂ ਨੂੰ ਉੱਥੇ। ਸੋ ਇਹ ਆਈ ਥਿੰਕ ਪਤਾ ਨਹੀਂ ਇਸ ਕੌਮ 'ਚ ਹੈਗਾ ਕਿ ਦੇ ਲਵ ਲਾਈਵ ਥੀਏਟਰ। ਹਾਈ ਸਕੂਲ ਦੇ ਇੱਥੇ ਪਲੇ ਮੈਂ ਦੇਖੇ ਨੇ ਜੀ, ਹਾਈ ਸਕੂਲ ਦੇ ਜਿਹੜੇ ਨੇ ਉਹ ਦੇ ਆਰ ਟਾਪ ਨਾਚ, amateur of course they are amateur, ਪਰ they are top notch plays, very well directed, set, sound, ਇਹ ਉਹ ਸਾਰਾ। ਹਾਈ ਸਕੂਲਾਂ ਦੇ ਆਡੀਟੋਰੀਅਮ ਜਿਹੜੇ ਇੱਥੇ ਨੇ, ਖੂਬਸੂਰਤ ਆਡੀਟੋਰੀਅਮ ਨੇ, ਜਿਹੜੇ ਖਾਸ ਕਰਕੇ ਜਿਹੜੇ ਇਸ ਸਕੂਲਾਂ ਕਾਲਜਾਂ ਦੇ ਸਿਲੇਬਸ ਦਾ ਪਾਰਟ ਆ ਉੱਥੇ। ਹਾਂਜੀ, ਕਰਿਕੂਲਮ yes, they teach theater in colleges and schools and universities. ਮਤਲਬ ਕਿ ਰੈਗੂਲਰ, ਜਿਵੇਂ ਸਾਡੇ ਤਾਂ ਸਿਰਫ ਯੂਨੀਵਰਸਿਟੀਆਂ ਦੇ ਵਿੱਚ ਹੀ ਹੁੰਦਾ ਹੈ ਇਹ ਪੜ੍ਹਾਈ, ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ 2 ਇੰਸਟੀਟਿਊਸ਼ਨ ਦੇ ਵਿੱਚ ਹੈ, ਉੱਥੇ ਕਿੰਨਾ ਕੁ ਇਹ ਆਮ ਹੈ ਥੀਏਟਰ? ਹਾਈ ਸਕੂਲਾਂ ਜਿਹੜਾ ਜੀ, there is a drama department in the high school. That's great. ਅੱਛਾ, ਹਾਂਜੀ, there is drama departments in high schools, ਜਿਹੜੇ ਉਹਨਾਂ ਨੇ ਜਿਹੜੇ ਨੇ sort of semi professional ਜਿਹੜੇ ਨੇ ਇੰਸਟ੍ਰਕਟਰ ਹਾਇਰ ਕੀਤੇ ਨੇ, ਜਾਂ ਡਾਇਰੈਕਟਰ ਜਿਹੜੇ ਡਾਇਰੈਕਟ ਕਰਦੇ ਨੇ, ਜਾਂ ਸਟੂਡੈਂਟਸ ਨੂੰ ਚਾਂਸ ਦਿੰਦੇ, ਟੀਚ ਕਰਦੇ ਨੇ, ਸਟੂਡੈਂਟਸ ਨੂੰ ਚਾਂਸ ਦਿੰਦੇ ਨੇ ਡਾਇਰੈਕਟ ਕਰਨ ਦਾ। So they are professional people who run those departments. ਔਰ ਸਾਡੀ ਇੰਡੀਅਨ ਕਮਿਊਨਿਟੀ ਦੇ ਵਿੱਚੋਂ ਕਿੰਨੇ ਕੁ ਬੱਚੇ ਉਹ ਸਟੱਡੀ ਕਰਦੇ ਨੇ ਸਕੂਲ ਲੈਵਲ ਦੇ ਉੱਪਰ ਥੀਏਟਰ ਦੀ? ਇੰਡੀਅਨ ਕਮਿਊਨਿਟੀ ਚੋਂ ਜਿਹੜਾ ਆਮ ਤੇ ਬਹੁਤ ਘੱਟ ਹੈ ਜੀ, ਆਮ ਬਹੁਤ ਘੱਟ ਹੈ। ਕੁਝ ਮੈਂ ਦੇਖਿਆ ਕਿ ਜਿਹੜਾ ਨਾ, ਖਾਸ ਕਰਕੇ ਪੰਜਾਬੀ ਕਮਿਊਨਿਟੀ ਤਾਂ is completely negligible. I'm very closely associated with Bengali community. ਟੈਰਸੀ ਪ੍ਰੇਮਕਾ ਕੀਤਾ ਨਾ, ਤੇ ਉਹਨਾਂ ਨੇ ਡਾਕਟਰ ਲਏ ਸੀ, ਉਸ ਕਰਕੇ ਉਹਨਾਂ ਨਾਲ ਮੇਰੀ ਕਾਫੀ ਨਜ਼ਦੀਕੀ ਹੋ ਗਈ ਹੈ। ਉਹਨਾਂ 'ਚ ਬੰਗਾਲੀਆਂ 'ਚ ਉਹਨਾਂ ਦੇ ਬਲੱਡ 'ਚ ਹੀ ਆਰਟ ਹੈ। ਉਹ ਆਪਣੇ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਜਿਹੜਾ ਹੈਗਾ ਡਾਂਸ ਦੀ ਪ੍ਰੈਕਟਿਸ, ਸਿੰਗਿੰਗ ਦੀ, ਥੀਏਟਰ ਦੀ। ਹੁਣ ਉਹ ਜਿਹੜੀ ਕੁੜੀ ਸਾਡੇ ਨਾਟਕ 'ਚ ਸ਼ਾਂਪਾ ਬਾਸੂ, ਤੁਸੀਂ ਮਿਲੇ ਨਹੀਂ ਉਹਨੂੰ, ਪਰ ਉਹ ਜਿਹੜਾ ਲੀਡ ਕੈਰੈਕਟਰ ਉਹਨੇ ਪਲੇ ਕੀਤਾ ਟੈਰਸ ਦੀ ਪ੍ਰੇਮਕਾ 'ਚ, ਉਹਨੇ ਇੱਕ ਛੋਟਾ ਜਿਹਾ ਮੋਨੋਲੌਗ ਲਿਖਿਆ। ਉਹ ਮੋਨੋਲੌਗ ਜਿਹੜਾ ਨਾ, ਉਹਨਾਂ ਨੇ ਇੱਕ ਵੀਕਐਂਡ 'ਚ, ਅਰਿੰਦਮ ਘੋਸ਼ ਨੇ ਤੇ ਉਹਨੇ ਆਪਣੀਆਂ ਬੱਚੀਆਂ ਨੂੰ ਲੈ ਕੇ ਨਾਲ, ਤੇ ਉਹ ਲੈ ਕੇ ਇੱਕ ਵੀਕਐਂਡ ਸਾਰਾ ਸ਼ੂਟ ਕਰਕੇ ਉਹਨਾਂ ਨੇ ਦਿਖਾਇਆ ਹੁਣ ਫਰਾਈਡੇ ਨਾਈਟ ਉੱਤੇ ਫੇਸਬੁੱਕ ਤੇ, YouTube ਐਂਡ ਫੇਸਬੁੱਕ ਲਾਈਵ ਤੇ ਉਹ ਦਿਖਾਇਆ ਉਹਨਾਂ ਨੇ। ਸੋ ਉਹ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਨਾ, ਉਹ ਇਨਕਰੇਜ ਕਰਦੇ ਨੇ, ਇਨਵੋਲਵ ਕਰਦੇ ਨੇ, ਲੈ ਕੇ ਜਾਂਦੇ ਨੇ।
ਇਹ ਅਨਫੋਰਚੂਨੇਟਲੀ ਇਹ ਸਾਡੀ ਪੰਜਾਬੀ ਕਮਿਊਨਿਟੀ 'ਚ ਬਿਲਕੁਲ ਗੁਰਦੁਆਰੇ ਵਾਲੇ ਪਾਸੇ ਜੋ ਜ਼ੋਰ ਹੈ ਸਾਡਾ ਜ਼ਿਆਦਾ, ਪਾਰਟੀਆਂ ਵਾਲੇ ਪਾਸੇ ਸਾਡਾ ਜ਼ੋਰ ਹੈ ਜ਼ਿਆਦਾ, ਆਰਟ ਵਾਲੇ ਪਾਸੇ ਹੁਣ ਮੈਂ ਕਹਿੰਦਾ ਕਿ ਜਿਹੜਾ ਰਿਲੀਜਨ ਵੀ ਹੈ, ਰਿਲੀਜਨ ਆਪਣਾ ਤੁਹਾਡੀ ਹੈਰੀਟੇਜ ਤੋਂ ਬਿਨਾ ਇਨਕੰਪਲੀਟ ਹੈ। ਸਹੀ, ਯੂ ਨੋ ਕਿ ਤੁਸੀਂ ਉਹਨਾਂ ਨੂੰ ਫੋਕਸ ਕਰੋ। ਮੈਂ ਇੱਕ ਐਗਜ਼ਾਮਪਲ ਦਿਆਂਗਾ ਤੁਹਾਨੂੰ ਕਿ ਮੈਂ ਗੁਰਦੁਆਰਿਆਂ ਵਾਸਤੇ, ਕਿਉਂਕਿ ਮੈਨੂੰ ਇੰਨਾ ਚਿਰ ਆਇਆ ਤੇ ਮੈਂ ਕਈ ਗੁਰਦੁਆਰੇ ਨਾਲ ਐਸੋਸੀਏਟਡ ਸੀ। ਮੈਂ 1982 ਤੱਕ ਪੱਗ ਵੀ ਬੰਨ੍ਹਦਾ ਰਿਹਾ ਤੇ ਮੈਨੂੰ ਇਹਨਾਂ ਨੇ ਕਹਿਣਾ ਕਿ ਤੁਸੀਂ ਆ ਕੇ ਸਾਡਾ ਕਲਚਰਲ ਪ੍ਰੋਗਰਾਮ ਹੈ, ਉਹ ਫੰਡ ਰੇਜ਼ਿੰਗ ਕਰਦੇ ਨੇ, ਤੁਸੀਂ ਆ ਕੇ ਕੁਝ ਕਰ ਜਾਓ। ਮੈਂ ਜਾ ਕੇ ਥੋੜੀ ਇੱਕ ਦੋ ਨਾਲ ਲੈ ਕੇ ਬੰਦਿਆਂ ਨੂੰ ਥੋੜੀ ਕਾਮੇਡੀ ਕਰ ਆਣੀ, ਕੁਝ ਕਰ ਆਣਾ, ਜਾ ਕੇ ਕਰ ਆਣਾ। ਮੈਂ ਕਿਹਾ ਚਲੋ ਆਪਣਾ ਧਰਮ ਕਰਨ ਦਾ ਕੰਮ ਹੈ, ਫੰਡ ਰੇਜ਼ਿੰਗ ਕਰਨੀ, ਜਾ ਕੇ ਕਰਿਆ। ਜਦੋਂ ਮੈਂ ਨਾਟਕ ਇੱਕ ਨਾਟਕ ਕੀਤਾ ਹੈ ਤੇ ਮੈਂ ਉਹਨਾਂ ਦੀ ਸੈਕਟਰੀ ਨੂੰ, ਇੱਕ ਗੁਰਦੁਆਰੇ ਦੀ ਸੈਕਟਰੀ ਨੂੰ ਮੈਂ 100 ਟਿਕਟਾਂ ਦਿੱਤੀਆਂ। ਮੈਂ ਕਿਹਾ ਆ ਤੁਸੀਂ $10 ਦੀ ਨਾ ਜਿੰਨੀਆਂ ਵਿਕਦੀਆਂ ਨੇ ਪਲੀਜ਼ ਵੇਚੋ, ਸਾਨੂੰ ਇੱਕ ਖਰਚਾ ਕੱਢਣਾ ਹੁੰਦਾ ਆਪਣਾ। ਹਫ਼ਤੇ ਬਾਅਦ ਗਿਆ ਤਾਂ ਜੀ ਕੋਈ ਇੱਕ ਟਿਕਟ ਨਹੀਂ। ਫਿਰ ਮੈਂ ਕਿਹਾ ਇਹਨੂੰ 5 ਦੀ ਕਰ ਦਿਓ। ਹਫ਼ਤੇ ਬਾਅਦ ਫਿਰ ਕੋਈ ਟਿਕਟ ਨਹੀਂ। ਫਿਰ ਬਾਅਦ ਮੈਂ ਕਿਹਾ ਫ੍ਰੀ ਦੇ ਦਿਓ ਇਹਨਾਂ ਨੂੰ। ਯੂ ਵੋਂਟ ਬਿਲੀਵ ਕਿ ਕਿਸੇ ਨੇ ਫ੍ਰੀ ਟਿਕਟ ਨਹੀਂ ਲਈ। ਉਹ ਲੋਕ ਉਹ ਦੇਖਣ ਵਾਸਤੇ ਆਉਂਦੇ ਨੇ ਜੇ ਤੁਹਾਡੇ ਐਕਟਰ ਨੇ ਤੇ ਐਕਟਰ ਜਿਹੜਾ ਹੈ ਉਹਦੇ 10 ਰਿਸ਼ਤੇਦਾਰ ਭੈਣ ਭਰਾ ਉਹ ਆ ਜਾਣਗੇ, ਜਾਂ ਜਿਹੜੇ ਸਹੀ ਥੀਏਟਰ ਦੇ ਲੋਕ ਨੇ ਉਹ ਘੱਟ ਨੇ। ਜਿਹੜੇ ਸਹੀ ਥੀਏਟਰ ਦੇਖਣ ਜਾਣਾ ਚਾਹੁੰਦੇ ਨੇ ਉਹ ਘੱਟ, ਉਹ ਤੇ ਆਉਣਗੇ ਹੀ ਆਉਣਗੇ। ਪਰ ਤੁਹਾਨੂੰ ਥੋੜੀ ਪੰਜਾਬੀ ਕਮਿਊਨਿਟੀ ਥੋੜੀ ਜਿਹੀ ਘੱਟ ਨਹੀਂ ਹੈ? ਜਿਵੇਂ ਕੈਨੇਡਾ ਦੇ ਵਿੱਚ ਥੀਏਟਰ ਕਾਫੀ ਫਲੋਰਿਸ਼ ਕਰ ਰਿਹਾ ਹੈ, ਟੋਰਾਂਟੋ ਦੇ ਵਿੱਚ, ਸਰੀ ਦੇ ਵਿੱਚ, ਐਡਮੰਟਨ ਦੇ ਵਿੱਚ। ਕਿਤੇ ਅਜਿਹਾ ਤਾਂ ਨਹੀਂ ਕਿ ਉੱਥੇ ਪੰਜਾਬੀਆਂ ਦੀ ਗਿਣਤੀ ਘੱਟ ਹੈ? ਕਿਉਂਕਿ ਹਿੰਦੀ ਮੈਂ ਦੇਖਿਆ ਉੱਥੇ ਗੁਜਰਾਤੀ, ਹਿੰਦੀ, ਬੰਗਾਲੀ ਕਮਿਊਨਿਟੀ US ਦੇ ਵਿੱਚ ਜ਼ਿਆਦਾ ਹੈ। ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਨੇ, ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਟੋਰਾਂਟੋ ਦੇ ਵਿੱਚ ਔਰ ਵੈਨਕੂਵਰ ਸਾਈਡ ਦੇ ਵਿੱਚ ਔਰ ਐਡਮੰਟਨ ਸਾਈਡ ਦੇ ਉੱਪਰ ਵੱਡੇ ਗਰੁੱਪ ਨੇ ਥੀਏਟਰ ਦੇ, ਔਰ ਥੀਏਟਰ ਕਾਫੀ ਹੁੰਦਾ ਉੱਥੇ। ਜੀ ਜਾਂ ਤੁਸੀਂ ਬਿਲਕੁਲ ਸਹੀ ਕਿਹਾ। ਉਹ ਡਿਫਰੈਂਸ ਕੈਨੇਡਾ ਦਾ ਤੇ US ਦਾ ਡਿਫਰੈਂਸ ਇਹ ਹੈਗਾ ਜੀ ਕਿ ਖਲਕਤ ਇੱਥੇ ਵੀ ਬੜੀ ਪੰਜਾਬੀ ਦੁਨੀਆ ਬਹੁਤ ਹੈਗੀ ਇੱਥੇ, ਇੱਥੇ ਸਕੈਟਰਡ ਨੇ। ਉੱਥੇ ਹੁਣ ਟੋਰਾਂਟੋ ਏਰੀਆ 'ਚ ਜਿਹੜੀ ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਆ ਉਹਦੀ ਪੈਰੀਫਰੀ 'ਚ ਹੈ। ਟੋਰਾਂਟੋ ਮੇਜਰ ਹੱਬ ਹੈ, ਉਧਰੋਂ ਵੈਨਕੂਵਰ ਮੇਜਰ ਹੱਬ ਹੈ। ਉੱਥੇ ਪੰਜਾਬੀ ਕਮਿਊਨਿਟੀ ਬਹੁਤ ਕੰਸਨਟ੍ਰੇਟਡ ਹੈ। ਹੁਣ ਬਲਜਿੰਦਰ ਲੈ ਲੈਣਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉੱਥੇ ਆਪਣਾ ਆਡੀਟੋਰੀਅਮ ਭਰਨ ਦੀ। ਤੁਸੀਂ ਦੇਖਿਆ ਸੀ, ਤੁਹਾਡਾ ਮੈਂ ਪਲੇ ਦੇਖਣ ਗਿਆ ਸੀ 2011 ਜਦੋਂ ਆਪਾਂ ਮਿਲੇ ਸੀ ਉੱਥੇ, ਮੀ ਐਂਡ ਮਾਈ ਸਟੋਰੀ। ਉੱਥੇ ਇਹੀ ਬਲਜਿੰਦਰ ਹੋਰਾਂ ਦਾ ਔਰ ਮਤਲਬ ਕਿ ਉਹਨਾਂ ਦਾ ਪੂਰਾ ਗਰੁੱਪ ਜਿਹੜਾ ਹੈ, ਬਹੁਤ ਵੱਡਾ ਗਰੁੱਪ ਹੈ ਲੇਨਾ ਹੋਰਾਂ ਦਾ, ਤਾਂ ਉਹ ਇਸੇ ਕਰਕੇ ਹੀ ਸਰਵਾਈਵ ਕਰ ਰਹੇ ਕਿਉਂਕਿ ਪੰਜਾਬੀ ਕਮਿਊਨਿਟੀ। ਔਰ ਥੋੜਾ ਜਿਹਾ ਇਹ ਵੀ ਹੈ ਕਿ ਤੁਸੀਂ ਹਜੇ, ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਮੁਲਤਾਨੀ ਸਾਹਿਬ ਤੁਹਾਡੇ ਐਫਰਟ ਜਿਹੜੇ ਨੇ ਹਜੇ ਸ਼ੁਰੂਆਤ ਹੈ ਪੰਜਾਬੀ ਦੀ ਲੈਵਲ। ਉਹਨਾਂ ਨੇ ਹਰ ਸਾਲ ਦੇ ਵਿੱਚ ਬਲਜਿੰਦਰ ਹੋਰਾਂ ਨੇ ਇੱਕ ਵਾਰੀ, ਕਈ ਵਾਰੀ ਤਾਂ ਇੱਕ ਸਾਲ ਦੇ ਵਿੱਚ 2 ਪ੍ਰੋਡਕਸ਼ਨਾਂ ਕੀਤੀਆਂ, ਔਰ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਥੀਏਟਰ ਕੀਤਾ, ਜਿਸ ਕਰਕੇ ਉੱਥੇ ਉਹ ਇੱਕ ਆਡੀਅנס ਪੈਦਾ ਕਰਨ 'ਚ ਸਫਲ ਵੀ ਹੋ ਗਏ। ਉਹ ਰੈਗੂਲਰਿਟੀ ਬਹੁਤ ਮੈਟਰ ਕਰਦੀ ਹੈ। ਵੈਨਕੂਵਰ ਸਾਈਡ ਦੇ ਉੱਪਰ ਕੋਈ ਐਡਾ ਵੱਡਾ ਗਰੁੱਪ ਨਹੀਂ ਹੈ ਜਿਹੜਾ ਰੈਗੂਲਰ ਥੀਏਟਰ ਕਰਦਾ ਹੋਵੇ। ਹੁਣ ਪ੍ਰੋਫੈਸਰ ਜਸਕਰਨ ਗਏ ਨੇ ਉੱਥੇ, ਉਹ ਇੱਕ ਸਾਲ ਦੇ ਵਿੱਚ 2 ਪ੍ਰੋਡਕਸ਼ਨ ਜਾਂ 1 ਪ੍ਰੋਡਕਸ਼ਨ ਜ਼ਰੂਰ ਕਰ ਰਹੇ ਨੇ। ਤਾਂ ਸ਼ਾਇਦ ਇਹ ਵੀ ਤਾਂ ਹੈ ਕਾਰਨ ਕਿ ਮੈਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਪੰਜਾਬੀ ਥੀਏਟਰ ਨੂੰ ਰੈਗੂਲਰਿਟੀ ਨਹੀਂ ਬਣਾ ਸਕੇ, ਜਿਸ ਕਰਕੇ ਸ਼ਾਇਦ ਮੇਬੀ ਸ਼ਾਇਦ ਆਡੀਅנס ਨਾ ਪੈਦਾ ਹੋਈ। ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਜਦੋਂ ਸਾਨੂੰ ਪਾਕਿਸਤਾਨੀ ਗਰੁੱਪ ਮਿਲਿਆ ਨਾ, ਲਾਹੌਰ ਵਾਲਾ ਗਰੁੱਪ ਜਦੋਂ ਸਾਨੂੰ ਮਿਲਿਆ ਤੇ ਮੈਨੂੰ ਪਰਸਨਲੀ ਬਹੁਤ ਖੁਸ਼ੀ ਹੋਈ ਕਿ ਚਲੋ ਸਾਨੂੰ ਲਾਈਕ ਮਾਈਂਡਡ ਬੰਦੇ ਮਿਲੇ ਨੇ ਪੰਜਾਬੀ ਵਾਲੇ, ਤੇ ਅਸੀਂ ਪੰਜਾਬੀ ਥੀਏਟਰ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਇਹਨਾਂ ਨਾਲ। ਜਦੋਂ ਅਸੀਂ ਉਹ ਬਾਬੇ ਨਾਨਕ ਦਾ ਪਲੇ ਕਰਨ ਦੀ ਗੱਲ ਕੀਤੀ ਤੇ ਉਹ ਵੀ ਦੌੜ ਗਏ ਉੱਥੋਂ। ਸੋ ਇਦਾਂ ਦੀਆਂ ਕਈ ਇਨਸੀਡੈਂਟਸ ਹੋਈਆਂ ਸਾਡੇ ਨਾਲ ਜਿਹੜੀਆਂ ਨਾ, ਜਿਹਨਾਂ ਦਿਲ ਟੁੱਟਣਾ ਜਿਹਾ ਸ਼ੁਰੂ ਹੋ ਗਿਆ। ਕਿ ਦੂਜੀ ਗੱਲ ਤੁਹਾਡੀ ਹੈ ਕਿ ਉਹਨਾਂ ਕੋਲ ਜਿਹੜੀ ਹੈ ਮੈਨ ਪਾਵਰ ਕਾਫੀ ਹੈ, ਬਲਜਿੰਦਰ ਲੈਣਾ ਉਹਨਾਂ ਕੋਲ, ਉਹਨਾਂ ਦਾ ਚੰਗਾ ਵੱਡਾ ਗਰੁੱਪ ਹੈ। ਤੇ ਉਹ ਹੁਣ ਮੇਰੇ ਖਿਆਲ ਨਹੀਂ, ਮੈਂ ਆਪਣਾ ਕੁਲਦੀਪ ਸਿੰਘ ਰੰਧਾਵਾ ਉਹਨਾਂ ਨੂੰ ਸਟੇਜ ਐਕਟਿੰਗ ਕਰਦਿਆਂ ਵੇਖਿਆ। ਹਾਂਜੀ, ਉਹ ਹੁਣ ਅਸੀਂ ਜਿਹੜੇ ਬੰਦੇ ਨਾਲ ਗੱਲ ਕਰਨੇ ਆ ਨਾ, ਉਹ ਬੰਦਾ ਕਹਿੰਦਾ ਹੈ ਕਿ ਮੇਰੇ ਵਾਸਤੇ ਰੋਲ ਹੈਗਾ। ਉਹ ਐਕਟਿੰਗ ਕਰਨ ਵਾਸਤੇ ਸਾਰਾ ਆਉਣਾ ਚਾਹੁੰਦੇ ਨੇ, ਪਰ ਜਦੋਂ ਹੁੰਦਾ ਉਹਨੂੰ ਮੈਨੇਜ ਕਰਨਾ, it's a huge effort, it's a huge undertaking. full length play ਕਰਨਾ is a huge undertaking. ਸਾਨੂੰ ਸਾਰਾ ਕੁਝ ਆਪਣੇ ਆਪ ਕਰਨਾ ਪੈਂਦਾ ਹੈ। ਇਸੇ ਕਰਕੇ ਮੈਂ ਜਿਹੜਾ ਨਾ, ਮੇਰਾ ਥੋੜਾ ਝੁਕਾਅ ਹਿੰਦੀ ਵਾਲੇ ਪਾਸੇ, ਕਿਉਂਕਿ ਉਹਨਾਂ 'ਚ ਇਹ ਸੈਂਸ ਹੈਗੀ, ਉਹ ਲੋਕ ਹੈਲਪ ਕਰਦੇ ਨੇ। ਹੁਣ ਬੰਗਾਲੀ ਗਰੁੱਪ ਨੇ, ਭਾਵੇਂ ਉਹਦੇ 'ਚ ਨਹੀਂ ਵੀ ਹੋਣ ਤਾਂ ਵੀ ਉਹ ਲੋਕ ਲੈ ਕੇ ਆਉਂਦੇ ਨੇ,
ਉਹ ਉਹਨਾਂ ਨੂੰ ਕਹੋ ਮੈਨੂੰ ਲਾਈਟ ਸਾਊਂਡ ਵਾਸਤੇ ਚਾਹੀਦਾ, ਉਹ ਕਹਿਣਗੇ ਠੀਕ ਹੈ ਦੱਸ ਦਿਓ ਕਦੋਂ ਆਣਾ, ਅਸੀਂ ਆ ਕੇ ਹੈਲਪ ਕਰਾਂਗੇ। ਸਾਨੂੰ ਇਦਾਂ ਦੇ ਬੰਦੇ, ਅਸੀਂ ਬੜੀ ਐਫਰਟ ਕੀਤੀ ਹੈ। ਗੋਲਡੀ, ਤੁਸੀਂ ਗੋਲਡੀ ਨੂੰ ਜਾਣਦੇ ਹੋ, ਗੋਲਡੀ ਦਾ ਮੇਰੀ ਇਹ ਤਕਰਾਰ ਹੁੰਦੀ ਹੈ ਹਮੇਸ਼ਾ, ਕਹਿੰਦਾ ਭਾਈ ਸਾਹਿਬ ਹਮਾਰਾ ਗਰੁੱਪ ਬਹੁਤ ਛੋਟਾ, ਹਮਾਰੇ ਪਾਸ ਬੰਦੇ ਨਹੀਂ ਹੈ। ਮੈਂ ਕਿਹਾ ਮੈਂ ਜਿਹੜੇ ਬੰਦੇ ਨਾਲ ਗੱਲ ਕਰਨਾ ਉਹ ਕਹਿੰਦਾ ਕਿ ਮੇਰੇ ਵਾਸਤੇ ਰੋਲ ਹੈਗਾ, ਹੁਣ ਉੱਥੇ ਕੀ ਕਰੋ ਦੱਸੋ ਤੁਸੀਂ। ਉੱਥੇ ਇੱਥੇ ਬੰਦੇ ਸੈਲਫਲੈਸ ਚਾਹੀਦੇ ਨੇ, ਜਿਨ੍ਹਾਂ ਨੂੰ ਪੈਸ਼ਨ ਹੈਗਾ। ਜ਼ਰੂਰੀ ਨਾ ਹੋਵੇ ਕਿ ਉਹਨਾਂ ਨੂੰ ਐਕਟਿੰਗ ਦਾ ਸ਼ੌਕ ਹੋਏ, ਪਰ ਉਹਨਾਂ ਨੂੰ ਹੈਲਪ ਕਰਨ ਦਾ, ਆਰਟ ਨੂੰ ਅੱਗੇ ਵਧਾਉਣ ਦਾ, ਉਹ ਬਲਜਿੰਦਰ ਲੱਲਾ ਹੋਣਾ ਕੋਲ ਹੈਗਾ। ਉਹਨਾਂ ਕੋਲ ਬੰਦੇ ਐਸੇ ਹੈਗੇ ਨੇ ਜਿਹੜੇ ਸਟੇਜ ਤੇ ਕਦੇ ਨਹੀਂ ਆਉਂਦੇ, ਪਰ ਉਹਨਾਂ ਦੀ ਬੈਕਗ੍ਰਾਉਂਡ ਚ ਨਾਲ ਉਹਨਾਂ ਦੀ ਕੁਲਦੀਪ ਸਿੰਘ ਰੰਧਾਵਾ ਵਰਗੇ ਬੰਦੇ। ਕੁਲਦੀਪ ਰੰਧਾਵਾ ਇਜ਼ ਦਾ ਮੈਨੇਜਰ, ਸੈਕਟਰੀ, ਪ੍ਰੈਜ਼ੀਡੈਂਟ, ਸਾਰਾ ਕੁਝ ਉਹ ਬੈਕ ਸਟੇਜ ਬਹੁਤ ਵਧੀਆ ਕੰਮ। ਹੋਰ ਵੀ ਬਲਜਿੰਦਰ ਉਹਨਾਂ ਦੀ ਟੀਮ ਸਾਰੇ, ਉਹਨਾਂ ਵਿੱਚ ਬਹੁਤ ਅੱਛੇ ਵਰਕਰ ਸਾਰੇ ਉਹਨਾਂ ਨੇ ਕ੍ਰੀਏਟ ਕੀਤੇ ਹੈਗੇ। ਜੀ ਜੀ ਜੀ। ਹੁਣ ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਸਾਡਾ ਟੈਰਰਿਸਟ ਕੀ ਪ੍ਰੇਮਿਕਾ। ਹਾਂਜੀ ਭਾਈ ਸਾਹਿਬ। ਹਾਂਜੀ ਹਾਂਜੀ, ਤੁਸੀਂ ਕੁਝ ਕਹਿ ਰਹੇ ਸੀ ਪਹਿਲੇ। ਮੈਂ ਉਹਨਾਂ ਨੂੰ ਬਲਜਿੰਦਰ ਨਾਲ ਗੱਲ, ਬਲਜਿੰਦਰ ਨੂੰ ਮੈਂ ਰਿਕਾਰਡਿੰਗ ਭੇਜੀ ਸੀ ਉਹਦੀ ਟੈਰਰਿਸਟ ਪ੍ਰੇਮਿਕਾ ਦੀ, ਮੇਰੇ ਗੂਗਲ ਡਰਾਈਵ ਤੇ ਉਹਨੇ ਦੇਖਿਆ, ਉਹ ਕਹਿੰਦਾ ਮੁਲਤਾਨੀ ਸਾਹਿਬ ਯੂ ਨੇਲਡ ਇਟ। ਪੰਜਾਬੀ ਚ ਹੋਏ ਤੇ ਪੰਜਾਬੀ ਚ ਅਸੀਂ ਤੇ ਥੀਏਟਰ ਭਰ ਦਿਆਂਗੇ, ਉਹ ਹਿੰਦੀ ਦਾ ਸਾਡਾ ਕਹਿੰਦੇ ਜਾਣਕਾਰ ਨਹੀਂ। ਹੁਣ ਦੈਟ ਇਜ਼ ਅਨਦਰ ਪ੍ਰੋਬਲਮ। ਜਿੱਦਾਂ ਤੁਸੀਂ ਰਵੀ ਜੀ ਕਹਿ ਰਹੇ ਹੋ, ਤੁਹਾਡੀ ਪੰਜਾਬੀ ਦੀ ਵੀ ਉਹੀ ਆਡੀਅנס ਹੈ, ਹਿੰਦੀ ਦੀ ਵੀ ਉਹੀ ਆਡੀਅנס ਹੈਗੀ ਹੈ। ਇੱਥੇ ਉਹ ਕੰਮ ਨਹੀਂ ਹੈਗਾ। ਇੱਥੇ ਅਸੀਂ ਪੰਜਾਬੀ ਦਾ ਕਰਾਂਗੇ ਤੇ ਹਿੰਦੀ ਵਾਲੇ ਜਿਹੜੇ ਨੇ ਬਹੁਤੇ ਕਹਿਣਗੇ, ਜਿਹੜੇ ਤੇ ਸਹੀ ਥੀਏਟਰ ਦੇ ਲੋਕ ਨੇ ਉਹ ਦੇਖਣ ਵਾਸਤੇ ਆਉਣਗੇ, ਉਹਨਾਂ ਨੂੰ ਸਮਝ ਆਏ ਨਾ ਆਏ ਉਹ ਦੇਖਣ ਵਾਸਤੇ ਆਉਣਗੇ। ਜਿੱਦਾਂ ਬੰਗਾਲੀ ਥੀਏਟਰ ਮੇਰੇ ਫਰੈਂਡਸ ਕਰਦੇ ਨੇ ਤੇ ਮੈਂ ਉਹਨਾਂ ਦੇ ਨਾਟਕ ਸਾਰੇ ਦੇਖਣ ਜਾਂਦਾ, ਮੈਨੂੰ ਸਮਝ ਆਏ ਨਾ ਆਏ ਪਰ ਮੈਂ ਦੇਖਣ ਜ਼ਰੂਰ ਜਾਣਾ। ਔਰ ਏਦਾਂ ਉਹ ਲੋਕ ਜਿਹੜੇ ਨਾ ਫਿਰ ਉਹ ਹੋਰ ਸ਼ਰਿੰਕ ਹੋ ਜਾਂਦੀ ਹੈ ਆਡੀਅנס ਜੇ ਅਸੀਂ ਉਹ ਕਰੀਏ ਪੰਜਾਬੀ ਦਾ। ਤੇ ਆਪਾਂ ਇਸ ਜਵਾਬ ਸਵਾਲ ਦਾ ਸਿਲਸਿਲਾ ਜਾਰੀ ਰੱਖਾਂਗੇ। ਸਾਡੇ ਨਾਲ ਪਟਿਆਲਾ ਤੋਂ ਜਗਜੀਤ ਸਰਵੀਨ ਜੀ ਹੋਏ ਨੇ। जगजीत जी मेरी आवाज पहुंच रही है? सरीन साहब मेरी आवाज पहुंच रही है? सरीन साहब साडे पटियाले बहुत चंगे रंगकर्मी है और काफी टाइम तो साडा थिएटर कर रहे ने। ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਮਲਨੀ ਸਾਹਿਬ ਕੋਲੋਂ। ਸਰੀਨ ਸਾਹਿਬ ਤੁਸੀਂ ਗੱਲ ਕਹਿਣਾ ਚਾਹੋਗੇ ਮੁਲਤਾਨੀ ਸਾਹਿਬ ਨੂੰ? ਹਾਂ, ਪਾਲੇ ਜੀ ਤੇ ਦਲਵਿੰਦਰ ਜੀ ਮੁਲਤਾਨੀ ਹੋਰਾਂ ਦੀ ਜਿਹੜੀ ਡਿਸਕਸ਼ਨ ਹੈ ਬਹੁਤ ਹੀ ਪ੍ਰਭਾਵਸ਼ਾਲੀ ਸੀ। ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਉੱਭਰ ਕੇ ਆਈਆਂ ਕਿਉਂਕਿ ਪਿਛਲੇ ਇਹ 3 ਮਹੀਨਿਆਂ ਤੋਂ ਜਿਹੜਾ ਲਾਕਡਾਊਨ ਪੀਰੀਅਡ ਹੈ ਇਹਦੇ ਵਿੱਚ ਵੱਖ-ਵੱਖ ਜਿੰਨੇ ਵੀ ਪ੍ਰੋਗਰਾਮ ਹੋਏ ਆ ਮੈਂ ਉਹਨਾਂ ਨਾਲ ਜੁੜਿਆ ਤੇ ਬਹੁਤ ਸਾਰੇ ਲੋਕਾਂ ਨੇ ਪਿੱਛੇ ਜੇ ਸ਼ਾਇਦ ਇੱਕ ਮਿਸਟਰ ਐਵੀ ਸਿੰਘ ਹੈ ਅਮਰੀਕਾ 'ਚ ਜੀ ਜੀ ਜੀ, ਉਹਨਾਂ ਨੇ ਕਾਫੀ ਡਿਸਕਸ਼ਨ ਕੀਤੀ ਸਾਰੇ ਇਸ ਟੌਪਿਕ ਦੇ ਉੱਤੇ। ਉਹਨਾਂ ਨੇ ਦੱਸਿਆ ਕਿ ਸਾਡੇ ਜਿਸ ਤਰ੍ਹਾਂ ਮੁਲਤਾਨੀ ਸਾਹਿਬ ਨੇ ਦੱਸਿਆ ਕਿ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਤੇ ਉੱਥੇ ਇਹਦਾ ਜਿਹੜਾ ਥੀਏਟਰ ਹੈ ਉੱਥੋਂ ਉੱਭਰ ਕੇ ਜਿਹੜੇ ਆਉਂਦੇ ਨੇ ਤੇ ਲੇਕਿਨ ਉਹ ਪੰਜਾਬੀ 'ਚ ਫਿਰ ਉਹੀ ਗੱਲ ਹੈ ਕਿ ਉਹ ਪੰਜਾਬੀ 'ਚ ਨਾਟਕ ਨਹੀਂ ਕਰ ਪਾ ਰਹੇ, ਉਹਨਾਂ ਨੂੰ ਇਹ ਡਿਫੀਕਲਟੀ ਆਈ ਹੈ। ਇਸੇ ਤਰ੍ਹਾਂ ਕੁਮਾਰ ਪਵਨਦੀਪ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਹੈ, ਬਾਰ-ਬਾਰ ਉਹਨਾਂ ਨੂੰ ਸੁਣਿਆ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਬਹੁਤ ਮੁਸ਼ਕਿਲ ਹੈ ਇੱਥੇ ਕੰਮ ਕਰਨਾ। ਪਰ ਜਿਸ ਤਰ੍ਹਾਂ ਮੁਲਤਾਨੀ ਸਾਹਿਬ ਨੇ ਦੱਸਿਆ ਕਿ ਇੰਨੇ ਸਾਲਾਂ ਤੋਂ ਇਹ ਗਏ ਨੇ, ਇਹਨਾਂ ਨੇ ਲੋਹਾ ਕੁੱਟ, ਕਣਕ ਦੀ ਬੱਲੀ, ਜਦ ਗਾਰਗੀ ਸਾਹਿਬ ਦੇ ਨਾਟਕ ਤੋਂ ਉਸ ਤੋਂ ਬਾਅਦ ਹੁਣ ਪਾਲੀ ਸਾਹਿਬ ਦੇ ਨਾਟਕ ਕਰਨੇ ਸ਼ੁਰੂ ਕੀਤੇ ਆ। ਤੇ ਜਿਹੜਾ ਪਾਲੀ ਸਾਹਿਬ ਦਾ ਸਵਾਲ ਹੈ ਕਿ ਜੇ ਸ਼ਾਇਦ ਅਸੀਂ ਕੰਟੀਨਿਊਸਲੀ ਅਸੀਂ ਇਹ ਪੰਜਾਬੀ ਦੇ ਨਾਟਕ ਉੱਤੇ ਕਰਦੇ ਰਹੀਏ ਤਾਂ ਸ਼ਾਇਦ ਆਡੀਅנס ਬਣ ਜਾਏ। ਮੇਰਾ ਵੀ ਵਿਚਾਰ ਇਹੀ ਹੈ ਕਿ ਬਿਲਕੁਲ ਲੱਗਦਾ ਕੁਛ ਇਸ ਤਰ੍ਹਾਂ। ਪਰ ਜਿਹੜੀ ਤੁਸੀਂ ਦਿੱਕਤ ਦੱਸੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਜਦੋਂ ਨਾਟਕ ਕਰਦੇ ਹਾਂ ਹਿੰਦੀ ਵੀ ਕਰਦੇ ਹਾਂ ਪੰਜਾਬੀ ਵੀ ਕਰਦੇ ਹਾਂ, ਆਡੀਅנס ਬਰਾਬਰ ਹੀ ਆਉਂਦੀ ਹੈ। ਜਿਹੜੀਆਂ ਪ੍ਰੋਬਲਮਸ ਤੁਸੀਂ ਇੱਥੇ ਦੱਸੀਆਂ ਨੇ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰੈਵਲੈਂਟ ਨੇ। ਇੱਥੇ ਵੀ ਸਾਨੂੰ ਦਰਸ਼ਕ ਲੱਭਣੇ ਬਹੁਤ ਮੁਸ਼ਕਲ ਹੋਏ ਆ। ਜੀ ਚਲੋ ਜੀ बीना जी ਸਾਡੇ ਨਾਲ ਜੁੜੀ ਹੈ। बीना जी क्योंकि रांच ਤੇ पीएचडी ਕਰ ਰਹੀ ਹੈ ਕੁਝ। बीना जी ਤੁਸੀਂ ਕੁਝ ਆਪਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਪਲੀਜ਼ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੁਲਤਾਨੀ ਸਿੰਘ ਮੇਰਾ ਇੱਕ ਸਵਾਲ ਹੈ ਕਿ ਜਦੋਂ ਤੁਸੀਂ ਇੱਧਰ ਦੇ ਰਾਈਟਰਸ ਦੇ बीना जी कोई वीडियो भी सर मेरे ना नेटवर्क च थोड़ी प्रॉब्लम है। चलो ठीक है, मैं गल करदी मैं बाद च हां जी बता सकते हो ਅਸੀਂ ਪਾਲੀ ਭੁਪਿੰਦਰ ਜੀ ਨਾਲ ਗੱਲ मैं इस करके हां
ਜੀ ਸਰ, ਮੁਲਤਾਨੀ ਸਰ, ਮੇਰਾ ਇੱਕ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਇੱਧਰ ਦੇ ਰਾਈਟਰਸ ਦੇ ਲਿਖੇ ਹੋਏ ਨਾਟਕ ਖੇਡਦੇ ਹੋ ਤੇ ਉਧਰ ਜਿਹੜੇ ਲੋਕ ਬੜੇ ਸਾਲਾਂ ਤੋਂ ਰਹਿ ਰਹੇ ਨੇ, ਕਿ ਉਹ ਇਸ ਚੀਜ਼ ਨੂੰ ਲਾਈਕ ਕਰਦੇ ਨੇ? ਜਿਹੜੇ ਸਰੋਕਾਰ ਉਹਨਾਂ ਨਾਲ ਜੁੜੇ ਨਹੀਂ ਹੋਏ, ਤਾਂ ਕੀ ਉਹ ਉਸ ਤਰ੍ਹਾਂ ਦੇ ਨਾਟਕ ਦੇਖਣਾ ਪਸੰਦ ਕਰਦੇ ਨੇ, ਜਾਂ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਗੱਲ ਜਿਹੜੀ ਹੈ ਉਹ ਰੰਗਮੰਚ ਦੇ ਰਾਹੀਂ ਆਏ ਤੇ ਫਿਰ ਉਹ ਉਸਨੂੰ ਪਸੰਦ ਕਰਨ ਜਾਂ ਉਹ ਦੇਖਣਾ? ਹਾਂਜੀ ਜੀ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹੈਗਾ। ਅਸੀਂ ਕੀ ਕਰਨੇ ਆ ਜੀ, ਜਿੱਦਾਂ ਹੁਣ ਪਾਲੀ ਜੀ ਦਾ ਨਾਟਕ ਅਸੀਂ RSVP ਚੁੱਕਿਆ ਸੀ, ਉਹ RSVP ਨਾਟਕ ਜਿਹੜਾ ਹੈਗਾ ਹੁਣ ਉਹ ਇਮੀਗ੍ਰੇਸ਼ਨ ਦੇ ਮਸਲੇ ਤੇ ਹੈ। ਠੀਕ ਹੈ। ਕਿੱਦਾਂ ਲੋਕ ਐਕਸਪਲੋਇਟ ਕਰਦੇ ਨੇ, ਕਿੱਦਾਂ ਬੈਕਡੋਰ ਦੇ ਥਰੂ ਜਾ ਕੇ ਤੇ ਬਾਹਰ ਆਣਾ ਚਾਹੁੰਦੇ ਹੈਗੇ ਨੇ। ਉਹਨੂੰ ਅਸੀਂ ਫਿਰ ਕੀ ਕਰਨੇ ਆ ਜੀ, ਉਹਨੂੰ ਥੋੜਾ ਜਿਹੜਾ ਨਾ ਆਪਣਾ ਲੋਕਲ ਟੱਚ ਦਿੰਨੇ ਆ ਅਸੀਂ, ਕਾਸਟਿਊਮਸ ਨਾਲ ਤੇ ਡਾਇਲੌਗਸ ਥੋੜੇ ਜਿਹੇ ਇੱਧਰ ਉੱਧਰ ਐਡਜਸਟ ਕਰਕੇ ਉਹਨੂੰ ਥੋੜਾ ਲੋਕਲ ਟੱਚ ਦਿੰਨੇ ਆ ਅਸੀਂ, ਉਹ ਆਡੀਅנס ਨੂੰ ਜਿਹੜਾ ਉਹਨਾਂ ਨੂੰ ਜਿਹਨੂੰ ਉਹ ਰਿਲੇਟ ਕਰ ਸਕਣ ਖੁਦ। ਜੀ ਸਰ। ਹੁਣ ਕਈ ਲੋਕਾਂ ਨੇ ਜਦੋਂ ਅਸੀਂ ਉਹ ਨਾਟਕ ਕੀਤਾ ਨਾ, ਕਈ ਲੋਕਾਂ ਨੇ ਮੈਨੂੰ ਕਿਹਾ, ਦੂਜੀਆਂ ਕਮਿਊਨਿਟੀਜ਼ ਜਿੱਦਾਂ ਬੰਗਾਲੀ ਕਮਿਊਨਿਟੀ ਹੈ ਜਾਂ ਕੋਈ ਹੋਰ ਦੂਜੀ ਕਮਿਊਨਿਟੀ ਹੈ, ਉਹਨਾਂ ਨੇ ਕਹਿੰਦੇ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ਾਂ ਹੁੰਦੀਆਂ ਨੇ। ਮੈਂ ਉਹਨਾਂ ਨੂੰ 4 ਐਗਜ਼ਾਮਪਲਾਂ ਦਿੱਤੀਆਂ ਕਿ ਜਿਹੜੇ ਬੰਦਿਆਂ ਨੂੰ ਮੈਂ ਜਾਣਨਾ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ, ਵਿਆਹ ਕਰਾ ਕੇ ਤੇ ਜਨਾਨੀ ਆਪਣੀ ਛੱਡ ਕੇ ਦੁਬਾਰਾ ਵਿਆਹ ਕਰਾ ਕੇ। I know at least 4 people। ਸੋ ਉਹ ਦੂਜਾ ਨਾਲੇ ਉਹ ਫਿਰ ਉਹ ਇਦਾਂ ਦੇ ਜਿਹੜੇ ਫਿਰ ਦੂਜਾ ਟੈਰਰਿਜ਼ਮ ਦਾ ਜਿਹੜਾ ਸਾਡੇ ਨਾਟਕ ਕਿਉਂ ਪਸੰਦ ਕੀਤੇ ਗਏ ਨੇ, ਟੈਰਰਿਸਟ ਦੀ ਪ੍ਰੇਮਿਕਾ ਜਿਹੜਾ ਹੈਗਾ, ਇਹ ਈਵਨ ਦੋ ਜੋ ਮੇਰੀ ਉਹਦੇ ਨਾਟਕ ਦੇ ਬਾਰੇ ਅੰਡਰਸਟੈਂਡਿੰਗ ਹੈਗੀ ਹੈ, ਉਹ ਹੈਗੀ ਹੈ ਕਿ ਉਹ ਬੰਦਾ ਜਿਹੜਾ ਉਹਦਾ ਨਾਟਕ ਦਾ ਨਾਂ ਟੈਰਰਿਸਟ ਦੀ ਪ੍ਰੇਮਿਕਾ ਹੈ, ਪਰ ਉਹ ਐਜ਼ ਅ ਟੈਰਰਿਸਟ ਨਹੀਂ ਆਂਦਾ ਉੱਥੇ। But since ਉਹਦਾ ਨਾਮ ਟੈਰਰਿਸਟ ਦੀ ਪ੍ਰੇਮਿਕਾ ਹੈ ਤੇ ਉਹ terrorism is such a prevalent issue these days, so people are interested in ਕੀ ਹੈਗਾ ਟੈਰਰਿਸਟ ਦੀ ਪ੍ਰੇਮਿਕਾ ਕੀ ਹੈਗਾ। so you know ਇਦਾਂ ਤੁਹਾਨੂੰ you have to pick the scripts ਜਿਹੜੀਆਂ ਉਹਨਾਂ ਦੀ intellectual curiosity ਹੈ, ਉਹਨੂੰ ਟੀਜ਼ ਕਰਨ, ਉਹਨੂੰ ਵਧਾਉਣ ਜੀ। ਸੋ ਇਸ ਤਰ੍ਹਾਂ ਜਿਹੜੇ ਹੁਣ ਪੁਰਾਣੇ ਜਿਹੜੇ ਆਪਣਾ ਜਿੱਦਾਂ ਬਲਵੰਤ ਗਾਰਗੀ ਦਾ ਲੋਹਾ ਕੁੱਟ ਨਾਟਕ ਹੈ, ਉਹ ਚੰਗਾ ਲੋਕਾਂ ਨੇ ਬਹੁਤ ਪਸੰਦ ਕੀਤਾ। ਪਰ ਕੁਝ ਲੋਕਾਂ ਨੇ ਜਿਹੜਾ ਇਹ ਵੀ ਕੀਤਾ, ਪੰਜਾਬੀ ਨਿਊਯਾਰਕ ਕਰਕੇ ਆਇਆ, ਨਿਊਯਾਰਕ 'ਚ ਬਹੁਤ ਜ਼ਿਆਦਾ ਪੰਜਾਬੀ ਕਮਿਊਨਿਟੀ ਹੈਗੀ ਹੈ, ਨਿਊਯਾਰਕ 'ਚ ਕੀਤਾ। ਉੱਥੋਂ ਇੱਕ ਕਮੈਂਟ ਸਾਨੂੰ ਮਿਲਿਆ ਜੀ, ਉਹ ਕਹਿੰਦੇ ਜੀ ਲੋਕਾਂ ਦੀਆਂ ਕੁੜੀਆਂ ਤੋਂ ਦੌੜ ਜਾਂਦੀਆਂ ਨੇ, ਤੁਸੀਂ ਉਹਦੀ ਜਨਾਨੀ ਵੀ ਦੌੜਾਤੀ। So it it does touch people। ਜਿਹੜੇ ਆਪਣਾ ਹੈਰੀਟੇਜ ਤਾਂ ਆਪਣੀ ਉਹੀ ਹੈ ਨਾ ਜੀ। ਸੋ ਮੇਰੇ ਸਾਧੂ ਸਾਹਿਬ ਵੱਡੇ ਨੇ, ਉਹ ਪ੍ਰੋਡਿਊਸਰ ਸੀ ਉਸ ਪਲੇ ਦੇ। ਉਹ ਕਹਿੰਦੇ ਕੰਜਰੋ ਨਾ ਮਾਰਿਆ ਕੁੱਟਿਆ ਕਰੋ ਜਨਾਨੀਆਂ ਨੂੰ, ਮਾਰੋ ਕੁੱਟੋਗੇ ਤੇ ਦੌੜਨਗੀਆਂ ਹੀ ਉਹ। So these are sort of everyday issues that touch people। ਹਾਂਜੀ ਸਰ, ਕੁਝ ਸਰੋਕਾਰ ਤਾਂ ਸੇਮ ਹੈਗੇ ਹੀ ਨੇ, ਜਿਹੜੇ ਲੋਕ ਇੱਧਰ ਗਏ ਹੋਏ ਨੇ ਉਹਨਾਂ ਉਹ ਤਾਂ ਟੱਚ ਕਰਦੇ ਹੀ ਨੇ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਕੁਝ ਰਾਈਟਰ ਹੈਗੇ ਨੇ ਸਰ, ਉਧਰ ਕੋਈ NRI ਰਾਈਟਰਸ ਵੀ ਹੈਗੇ ਨੇ ਪੰਜਾਬੀ ਜਿਹੜੇ ਨਾਟਕ ਲਿਖਦੇ ਨੇ? ਹਾਂਜੀ ਕੈਨੇਡਾ ਦੇ ਵਿੱਚ ਕੁਲਵਿੰਦਰ ਖਹਿਰਾ ਜੀ ਨੇ, ਨਾਹਰ ਔਜਲਾ ਜੀ ਨੇ, ਉਹ ਲਿਖਦੇ ਵੀ ਨੇ, ਡਾਇਰੈਕਟ ਵੀ ਕਰਦੇ ਨੇ। ਕੈਨੇਡਾ ਨੇ ਜੀ, ਉਹ ਸਾਰੇ ਕੈਨੇਡਾ ਨੇ। ਉਹ ਪੰਜਾਬੀ ਦੇ ਜਿਹੜੇ ਰਾਈਟਰ ਨੇ ਜੀ, ਉਹ ਮੋਸਟਲੀ ਕੈਨੇਡਾ 'ਚ ਨੇ। ਮੈਂ ਇੱਕ ਛੋਟੀ ਜਿਹੀ ਫਿਲਮ ਬਣਾਈ ਸੀ, ਇੱਕ ਆਪਣਾ ਰਾਈਟਰ ਨੇ ਅਜਮੇਰ ਰੋਡੇ ਜੀ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ 'ਚ। ਬਹੁਤ ਪੁਰਾਣੇ, ਕੋਈ 55 ਸਾਲ ਦੇ ਉੱਥੇ ਵਸੇ ਨੇ, ਬੜਾ ਅੱਛਾ ਲਿਖਦੇ ਨੇ। ਉਹਨਾਂ ਨੇ ਇੱਕ ਛੋਟੀ ਸਕ੍ਰਿਪਟ ਲਿਖੀ ਹੈ, ਇੱਕ ਕੁੜੀ ਇੱਕ ਸੁਪਨਾ। ਉਹ ਕੁੜੀ ਇੱਕ ਸੁਪਨਾ ਮੈਨੂੰ ਬਹੁਤ ਟੱਚ ਕੀਤੀ, ਬਹੁਤ ਪਸੰਦ ਆਈ। ਕਈ ਸਾਲ ਪਹਿਲਾਂ ਦੀ ਗੱਲ ਤੁਹਾਨੂੰ ਦੱਸ ਰਿਹਾ ਮੈਂ, ਮੈਨੂੰ ਐਗਜ਼ੈਕਟ ਨੰਬਰ ਯਾਦ ਨਹੀਂ, ਪਰ ਬਹੁਤ ਸਾਲ ਪਹਿਲਾਂ ਦੀ ਗੱਲ। ਉਹ ਮੈਨੂੰ ਬੜੀ ਟੱਚ ਕੀਤੀ ਸਕ੍ਰਿਪਟ ਉਹ। ਅੱਛਾ, ਉਹਦਾ ਨਾ ਮੈਂ ਇੱਕ ਕੀ ਕੀਤਾ, ਉਹਦਾ ਲੋਕਲ ਇੱਥੇ ਸ਼ੋਅ ਡਿਨਰ ਥੀਏਟਰ ਦੇ ਸੈਟਅਪ 'ਚ ਕੀਤਾ ਕਿ ਸਾਡੇ ਇੱਥੇ ਜਿਹੜੇ ਇੰਡੀਅਨ ਰੈਸਟੋਰੈਂਟਸ ਨੇ, ਉਹਨਾਂ ਨਾਲ ਛੋਟੇ ਬੈਂਕਟ ਹਾਲ ਨੇ ਉਹਨਾਂ ਦੇ, ਜਿਹਦੇ ਤੁਸੀਂ ਕੋਈ 100-125 ਬੰਦਾ ਬਿਠਾ ਸਕਦੇ ਹੋ। ਤੇ ਉਹਦਾ ਡਾਂਸ ਫਲੋਰ ਹੁੰਦਾ ਵਿੱਚ, ਡਾਂਸ ਫਲੋਰ ਦੇ ਦੁਆਲੇ ਤੁਸੀਂ ਉਹਦੇ ਕੁਰਸੀਆਂ ਲਾ ਕੇ, ਟੇਬਲ ਲਾ ਕੇ, ਤੇ ਸੋ ਦੈਟ ਤੁਸੀਂ ਉਹਨਾਂ ਨੂੰ ਜਿਹੜਾ ਨਾ ਪੂਰੀ ਈਵਨਿੰਗ ਦਿਓ ਉਹਨਾਂ ਨੂੰ। ਤੁਸੀਂ ਆਰਡਰਸ ਦੇ ਨਾਲ ਡਿਨਰ ਤੇ ਡਰਿੰਕਸ ਤੇ ਸਾਰਾ ਉਹਨਾਂ ਨੂੰ ਸਰਵ ਕਰੋ, ਤੇ ਜਿੰਨਾ ਚਿਰ ਨਾਟਕ ਹੋਣਾ ਉਹਨਾਂ ਚਿਰ ਤੁਸੀਂ ਬਾਹਰ ਬੰਦ ਕਰ ਦਿਓ।
ਉਹ ਨਾਟਕ ਜਿਹੜਾ ਜੀ ਉਹਨਾਂ ਦਾ ਪੰਜਾਬੀ 'ਚ ਮੈਂ ਕੀਤਾ, ਬੜਾ ਲੋਕਾਂ ਨੇ ਪਸੰਦ ਕੀਤਾ। ਉਹਦੇ ਫਿਰ ਅਸੀਂ 4-5 ਸ਼ੋਅ ਕੀਤੇ, ਫਲੋਰੀਡਾ ਕਰਕੇ ਆਏ, ਹੋਰ ਇੱਧਰ ਉੱਧਰ ਅਸੀਂ ਉਹਦੇ ਸ਼ੋਅ ਕੀਤੇ। ਉਹ ਫਿਰ ਅਸੀਂ 2 ਸਾਲ ਪਹਿਲਾਂ 2016 'ਚ, ਉਹ ਮੇਰਾ ਮਿੱਤਰ ਹੈ ਜਿਹਦੇ ਨਾਲ ਮੈਂ ਬਹੁਤ ਕਲੋਜ਼ਲੀ ਕੰਮ ਕਰਦਾ, ਡਾਕਟਰ ਸਾਹਿਬ ਮਿਲੇ ਨੇ ਉਹਨੂੰ, ਗੋਲਡੀ ਮਨੋਚਾ, ਉਹਨੂੰ ਫਿਲਮਿੰਗ ਦਾ ਵੀ ਥੋੜਾ ਸ਼ੌਕ ਹੈ। ਉਹ ਮੈਨੂੰ ਕਹਿੰਦਾ ਭਾਈ ਸਾਹਿਬ ਮੇਰੇ को कोई स्क्रिप्ट दो जो जिसकी छोटी फिल्म बनाए। ਉਹਦੀ ਅਸੀਂ ਫਿਰ ਨਾ ਛੋਟੀ ਜਿਹੀ ਫਿਲਮ ਬਣਾਈ 2 ਆਈਪੈਡਸ ਨਾਲ, ਸਾਡੇ ਕੋਲ ਰਿਸੋਰਸਸ ਨਹੀਂ ਸੀ ਹੈਗੀਆਂ, ਤਾਂ 2 ਆਈਪੈਡਸ ਨਾਲ ਅਸੀਂ ਨਾ ਉਹ ਫਿਲਮ ਸ਼ੂਟ ਕੀਤੀ। ਤੇ ਉਹ ਜ਼ਿਆਦਾ ਥੀਏਟਰ ਫੈਸਟੀਵਲ 'ਚ ਨਹੀਂ ਦਿਖਾ ਸਕੇ ਕਿਉਂਕਿ ਉਹਦੀ ਲੈਂਥ ਜਿਹੜੀ ਕੋ 45 ਮਿੰਟ ਦੀ ਸੀ, ਤੇ ਉਹ ਯੂਜੂਲੀ 20-25 ਮਿੰਟ ਤੋਂ ਥੱਲੇ ਦੀਆਂ ਮੰਗਦੇ ਨੇ ਥੀਏਟਰ ਫੈਸਟੀਵਲਸ ਵਾਲੇ। ਪਰ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ, ਬਹੁਤ ਪਸੰਦ ਕੀਤੀ ਲੋਕਾਂ ਨੇ। ਸੋ ਇਦਾਂ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਕੈਨੇਡਾ 'ਚ ਪੰਜਾਬੀ ਦੇ ਰਾਈਟਰ ਹੈਗੇ ਨੇ, ਯੂਐਸ 'ਚ ਨੇ, ਯੂਐਸ 'ਚ ਜਿਹੜੇ ਰੰਗਕਰਮੀ ਨੇ ਉਹ ਘੱਟ ਨੇ। ਇੱਥੇ ਜਿਹੜਾ ਅਸੀਂ ਥੋੜਾ ਬਹੁਤ ਕਰਨੇ ਆ, ਤੇ ਵੈਸਟ ਕੋਸਟ ਤੇ ਸਾਡੇ ਕੈਲੀਫੋਰਨੀਆ 'ਚ ਇੱਕ ਸੁਰਿੰਦਰ ਸਿੰਘ ਧਨੋਆ ਨੇ, ਉਹ ਕਰਦੇ ਨੇ ਕਦੇ ਕਦਾਰ, ਜਾਂ ਫਿਰ ਅਸ਼ੋਕ ਟਾਂਗਰੀ ਹੈ, ਸ਼ਾਇਦ ਤੁਸੀਂ ਉਹਨਾਂ ਨੂੰ ਜਾਣਦੇ ਹੋ, ਪੁਰਾਣੇ ਪੰਜਾਬ ਦੇ ਥੀਏਟਰ ਆਰਟਿਸਟ ਨੇ। ਅਸ਼ੋਕ ਟਾਂਗਰੀ ਨੇ, ਉਹ ਉੱਥੇ ਕੈਲੀਫੋਰਨੀਆ 'ਚ ਕਰਦੇ ਨੇ, ਉਹ ਵੀ ਉਧਰ ਸੈਨ ਫ੍ਰਾਂਸਿਸਕੋ ਬੇ ਏਰੀਆ 'ਚ ਜ਼ਿਆਦਾ ਐਕਟੀਵਿਟੀ ਉੱਥੇ ਹੈਗੀ ਹੈ। ਉੱਥੇ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਏਰੀਆ 'ਚ ਬਿਲਕੁਲ ਕੋਈ ਐਕਟੀਵਿਟੀ ਨਹੀਂ ਹੈ, ਐਟਲੀਸਟ ਮੇਰੀ ਨੌਲੇਜ ਕੋਈ ਨਹੀਂ ਹੈ ਉੱਥੇ ਐਕਟੀਵਿਟੀ। ਤੋ ਹਿੰਦੀ ਦੇ ਰਾਈਟਰ ਹੈਗੇ ਨੇ ਇੱਥੇ ਜਿਹੜੇ ਲਿਖਦੇ ਨੇ ਇੱਥੇ, ਤੇ ਉਹ ਆਪਣੀਆਂ ਜਿਹੜੀਆਂ ਰਾਈਟਿੰਗਸ ਨੇ ਉਹਨਾਂ ਨੂੰ ਇਨੈਕਟ ਵੀ ਕਰਦੇ ਨੇ। ਹੋਰ ਵੀ ਸਾਡੀ ਆਡੀਅנס ਸ਼ਾਮਿਲ ਹੈ ਰਵੀ ਜੀ, ਹੋਰ ਕੌਣ ਲੋਕ ਸ਼ਾਮਿਲ ਨੇ ਸ਼ਾਇਦ ਗੱਲ ਕਰਨਾ ਚਾਹੁੰਦੇ ਹੋਣਗੇ? मैं देख रहा ਸੈਸ਼ਨ ਓਪਨ ਹੈ, ਜੇ ਕਿਸੇ ਨੇ ਕਰਨੀ ਹੈ, ਕੋਈ ਸਵਾਲ ਪੁੱਛਣਾ ਹੋਏ, ਸਵਾਲ ਤੁਸੀਂ ਪਾਲੀ ਜੀ ਪੁੱਛ ਸਕਦੇ ਹੋ, ਸਵਾਲ ਤੁਸੀਂ ਮੁਲਤਾਨੀ ਸਾਹਿਬ ਪੁੱਛ ਸਕਦੇ ਹੋ, ਔਰ ਸਵਾਲ ਤੁਸੀਂ ਮੇਰੇ ਨਾਲ ਵੀ ਪੁੱਛ ਸਕਦੇ ਹੋ। ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੈ ਤਾਂ ਜ਼ਰੂਰ ਪੁੱਛ ਸਕਦਾ, ਕੋਈ ਹੈ ਐਸਾ? ਚਲੋ ਪਾਲੀ ਸਾਹਿਬ ਇੱਕ ਗੱਲ ਦੱਸੋ, ਕਿਆ ਕਦੇ ਐਸਾ ਮੌਕਾ ਆ ਤੁਹਾਨੂੰ ਕਿ ਤੁਹਾਨੂੰ ਲੱਗਿਆ ਕਿ ਮੈਂ ਤੇਰੀ ਸ਼ੋਅ ਦੀ ਢੋਗੀ ਸਾਹਮਣੇ ਆ ਗਈ ਔਰ ਮੇਰੀ ਪ੍ਰੋਬਲਮ ਆ ਗਈ ਹੈ, ਤੁਹਾਨੂੰ ਸ਼ੋਅ ਬੰਦ ਕਰਨਾ ਪਿਆ ਹੈ, ਤੁਹਾਨੂੰ ਸ਼ੋਅ ਵਿੱਚ ਛੱਡਣਾ ਪਿਆ ਹੋਵੇ, ਕਿ ਐਸਾ ਕਦੇ ਮੌਕਾ? ਜੀ ਮੈਂ ਤੁਹਾਨੂੰ ਉਹ ਵੀ ਕਿੱਸਾ ਸੁਣਾਣਾ ਕਿ ਇੱਕ ਨਾਟਕ ਹੈ ਕਾਮਲੂਸ ਦੀਆਂ ਮੱਛੀਆਂ, ਡਾਕਟਰ ਆਤਮਜੀਤ ਸਿੰਘ ਨੇ ਲਿਖਿਆ। ਹਾਂਜੀ, ਉਹ ਮੈਂ ਇੰਟਰਨੈਟ ਤੇ ਮੈਂ ਸਰਫ ਕਰਦਾ ਰਹਿਣਾ, ਦੇਖਦਾ ਰਹਿਣਾ ਕੀ ਹੋ ਰਿਹਾ, ਕਿੱਥੇ ਹੋ ਰਿਹਾ, ਕੀ ਹੋਇਆ। ਉਹਨਾਂ ਨੇ ਆ ਕੇ ਉਹ ਨਾਟਕ ਜਿਹੜਾ ਹੈ ਉੱਥੇ ਲਿਖਿਆ ਸੀ, ਕੈਨੇਡਾ 'ਚ ਆ ਕੇ ਤੇ ਉੱਥੇ ਕੀਤਾ ਸੀ। ਉਹ ਨਾਟਕ ਦਾ ਉਹਨਾਂ ਨੂੰ ਆਈਡੀਆ ਕਿੱਦਾਂ ਆਇਆ ਸੀ ਕਿ ਉੱਥੇ ਉਸ ਏਰੀਆ 'ਚ ਇੱਕ ਫਰੇਜ਼ਰ ਦਰਿਆ ਹੈ, ਉਹਨਾਂ ਦੇ ਜਿਹੜੇ ਹੋਸਟ ਸੀ ਉਹਨਾਂ ਨੂੰ ਉਹ ਦਰਿਆ 'ਚ ਲੈ ਗਏ ਨਾ, ਛੋਟੇ ਕਰੂਜ਼ ਤੇ ਲੈ ਗਏ, ਤੇ ਉਹਨਾਂ ਨੇ ਦੇਖਿਆ ਉੱਥੇ ਕਿ ਉੱਥੇ ਸ਼ੈਲੋ ਪਾਣੀ 'ਚ ਮੱਛੀਆਂ ਮਰੀਆਂ ਪਈਆਂ ਨੇ। ਸੈਮਨ ਮੱਛੀ ਜਿਹੜੀ ਨਾ, ਇਹਦਾ ਪਿੰਕਿਸ਼ ਜਿਹਾ ਰੰਗ ਹੁੰਦਾ, ਉਹ ਸਾਰਾ ਲਾਲ ਜਿਹਾ ਪਿੰਕ ਜਿਹਾ ਫਲੋਰ ਉਹਦਾ ਆਇਆ ਦਰਿਆ ਦਾ। ਉਹਨਾਂ ਨੇ ਉਹ ਨਾਟਕ ਜਿਹੜਾ ਸੀ ਜੀ, ਉਹ ਨਾਟਕ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਮੱਛੀ ਜਿਹੜੀ ਨਾ ਜਿੱਥੇ ਜੰਮਦੀ ਹੈ ਉੱਥੇ ਹੀ ਆ ਕੇ ਨਾ ਤੇ ਇਹ ਮਰਦੀ ਹੈ। ਇਹ ਉਹਦਾ ਨਟਸ਼ੈਲ ਇਹ ਸੀ। ਉਹ ਉਹਨਾਂ ਦੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਹੈ ਇੱਥੇ, ਪੰਜਾਬੀ ਇਮੀਗ੍ਰੈਂਟ ਕਮਿਊਨਿਟੀ ਹੈ, ਉਹਨਾਂ ਨਾਲ ਉਹ ਮੈਟਾਫੋਰ ਜੋੜਿਆ ਸੀ ਕਿ ਜਿਹੜੇ ਸਾਡੇ ਲੋਕ ਨੇ ਜਿਹੜੇ ਇੱਥੇ, ਉਹ ਇੰਡੀਆ ਆ ਕੇ ਮਰਨਾ ਚਾਹੁੰਦੇ ਨੇ, ਉਹ ਆ ਕੇ ਜਾ ਕੇ ਤੇ ਇੰਡੀਆ ਜਾ ਕੇ। ਮੈਂ ਤੁਹਾਨੂੰ ਕਲਾਸਿਕ ਐਗਜ਼ਾਮਪਲ ਦੇਣਾ ਕਿ ਮੇਰੇ ਵੱਡੇ ਸਾਧੂ ਸਾਹਿਬ ਜਿਹੜੇ ਨੇ, ਉਹ ਰੱਬ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ, ਉਹ 1963 'ਚ ਇੱਥੇ ਆਏ ਸੀ ਜੀ। ਉਹਨਾਂ ਨੇ ਕੋਈ ਇੱਥੋਂ ਮਕੈਨੀਕਲ ਇੰਜੀਨੀਅਰਿੰਗ ਡਿਗਰੀ ਕਰਕੇ ਕੋਈ 32-33 ਸਾਲ US ਨੇਵੀ ਨਾਲ ਕੰਮ ਕੀਤਾ ਐਸ ਸਿਵਿਲੀਅਨ ਇੰਜੀਨੀਅਰ। ਉਸ ਤੋਂ ਬਾਅਦ 4 ਟੂਰਸ ਆਫ ਡਿਊਟੀ ਉਹਨਾਂ ਨੇ ਅਫਗਾਨਿਸਤਾਨ 'ਚ US ਕੋਰ ਆਫ ਇੰਜੀਨੀਅਰਸ ਨਾਲ ਕੀਤੀਆਂ। ਤੇ ਉਹ ਬੰਦੇ ਬਹੁਤ ਲਿਟਰਰੀ ਬੰਦੇ ਸੀ, ਲਿਖਦੇ ਰਹਿੰਦੇ ਸੀ, ਪੜ੍ਹਦੇ ਬਹੁਤ ਸੀ। ਉਹਨਾਂ ਨੂੰ ਹੁਣ ਜਦੋਂ ਆਣੀ ਹੁੰਦੀ ਹੈ ਨਾ, ਤੇ ਉਹਨਾਂ ਨੂੰ ਤਾਂ ਗਾਉਣੀ ਸ਼ੁਰੂ ਹੋ ਗਈ। ਮੇਰੇ ਛੋਟੇ ਸਾਲੇ ਦੇ ਬੇਟੇ ਦਾ ਵਿਆਹ ਸੀ ਜਲੰਧਰ, ਤੇ ਭਾਈ ਸਾਹਿਬ ਦੀ ਜਿਹੜੀ ਆ ਉਹਨਾਂ ਦੀ ਓਪਨ ਹਾਰਟ ਸਰਜਰੀ ਹੋਈ ਸੀ ਕੁਛ ਚਿਰ ਪਹਿਲਾਂ। ਉਹ ਕਹਿੰਦੇ ਵੀ ਮੈਂ ਵਿਆਹ ਤੇ ਜਾਣਾ ਹੀ ਜਾਣਾ। ਉਹਨਾਂ ਨੂੰ ਅੰਮ੍ਰਿਤਸਰ ਦੇ ਸੀ, ਉਹ ਅੰਮ੍ਰਿਤਸਰ ਨਾਲ ਉਹਨਾਂ ਦਾ ਬੜਾ ਉੱਥੇ ਜੰਮਪਲ ਸੀ। ਉੱਥੇ ਜੰਮੇ ਤਾਂ ਖੈਰ ਪਾਕਿਸਤਾਨ ਦੇ ਸੀ, ਪਰ ਉੱਥੇ ਅੰਮ੍ਰਿਤਸਰ ਬਹੁਤ ਸਾਲ ਰਹੇ ਨੇ। ਤੇ ਉਹ ਜਿਹੜੇ ਦੇਖੋ ਉਹ ਗਏ ਉੱਥੇ, ਉਹਨਾਂ ਦਾ ਉਹ ਫੀਲਿੰਗ ਜਿਹੜੀ ਉਹਨਾਂ ਨੂੰ ਉੱਥੇ ਲੈ ਗਈ। ਇੰਨੇ ਸਾਲ ਇੱਥੇ ਰਹਿਣ ਤੋਂ ਬਾਅਦ ਉਹ ਲੈ ਗਈ ਉੱਥੇ ਉਹਨਾਂ ਨੂੰ। ਤੇ ਉਹ ਜਿੱਦਣ ਉਹਨਾਂ ਦੀ ਅਗਲੇ ਦਿਨ ਫਲਾਈਟ ਸੀ ਇੱਥੇ ਆਉਣ ਦੀ, ਦਿੱਲੀ 에ਅਰਪੋਰਟ ਦੇ ਕੋਲ ਹੋਟਲ 'ਚ ਠਹਿਰੇ ਨੇ, ਤੇ ਰਾਤ ਨੂੰ ਉੱਥੇ ਉਹ ਚਲਾਣਾ ਕਰ ਗਏ।
ਸੋ ਇਹ ਜਿਹੜਾ ਨਾ ਇਹ ਮੇਰੇ ਬਜ਼ੁਰਗ ਮੇਰੇ ਕੋਲ ਫਾਦਰ ਮੇਰੇ ਕੋਲ ਰਹਿੰਦੇ ਸੀ, ਉਹਨਾਂ ਨੂੰ ਵੀ ਲਾਸਟ ਦਿਨਾਂ 'ਚ ਉਹਨਾਂ ਨੂੰ ਹੁੰਦਾ ਸੀ ਕਿ ਮੈਨੂੰ ਕਾਕਾ ਇੱਕ ਵਾਰੀ ਲੈ ਚੱਲ। ਮੈਂ ਉਹਨਾਂ ਨੂੰ ਕਹਿਣਾ ਕਿ ਪਿਤਾ ਜੀ ਤੁਸੀਂ ਹੁਣ ਇਸ ਉਮਰ 'ਚ ਟਰੈਵਲ ਨਹੀਂ ਕਰ ਸਕਦੇ, ਬਾਈ ਚਾਂਸ ਮਿਡ ਏਅਰ ਕੁਝ ਹੋ ਜਾਏ ਤੇ ਬੜੀ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ, ਸੋ ਤੁਸੀਂ ਟਰੈਵਲ ਨਹੀਂ। ਸੋ ਅੱਛਾ ਉਹ ਨਾਟਕ ਜਿਹੜਾ ਜੀ ਉਹ ਫਿਰ ਮੈਂ ਕਿਹਾ ਵੀ ਇਹ ਸਕ੍ਰਿਪਟ ਲੱਭਣੀ ਹੈ। ਮੈਨੂੰ ਅਜੇ ਪਤਾ ਨਹੀਂ ਸੀ ਇੰਨੀ ਡਿਟੇਲ ਦਾ ਕਿ ਨਾਟਕ 'ਚ ਕੀ ਹੈਗਾ। ਉਹ ਮੈਂ ਸਕ੍ਰਿਪਟ ਜਿਹੜੀ ਹੈ ਜੀ ਇੰਡੀਆ ਤੋਂ ਸਕ੍ਰਿਪਟ ਮੰਗਵਾਈ, ਉਹ ਅਸੀਂ ਮੈਂ ਨਾਟਕ ਡਾਇਰੈਕਟ ਕੀਤਾ ਸੀ। ਉਹ ਨਾਟਕ ਸਾਡਾ ਪੂਰਾ ਤਿਆਰ ਹੋ ਗਿਆ, ਟਿਕਟਾਂ ਉਹਦੀਆਂ ਜਿੰਨੀਆਂ ਕਿ ਵਿਕਣੀਆਂ ਸੀ, ਬਾਕੀ ਉੱਥੇ ਆ ਕੇ ਲੋਕੀ ਲੈਂਦੇ ਨੇ ਟਿਕਟਾਂ। ਤੇ ਉਹ ਰਾਤ ਨੂੰ ਸੈਟਰਡੇ ਸਾਡਾ ਸ਼ੋਅ ਸੀ ਤੇ ਫਰਾਈਡੇ ਰਾਤ ਨੂੰ ਮੈਨੂੰ ਜਿਹੜੇ ਸਾਡੇ ਉੱਚ ਲੀਡ ਐਕਟਰ ਸੀ ਆਪਣਾ ਜਵਾਹਰ ਕਲਸੀ ਜੀ, ਫੈਂਟੈਸਟਿਕ ਐਕਟਰ, ਹੀ ਵਾਸ ਵਨ ਆਫ ਦ ਬੈਸਟ ਆਰਟਿਸਟ ਇਨ ਆਵਰ ਏਰੀਆ। ਜਵਾਹਰ ਕਲਸੀ ਜੀ ਤਾਂ ਰਾਤ ਨੂੰ ਮੈਨੂੰ ਅਸੀਂ ਰਿਹਰਸਲ ਕਰਕੇ ਆਏ ਆ, ਉੱਥੋਂ ਫਾਈਨਲ ਰਿਹਰਸਲ ਕਰਕੇ ਆਏ, ਟੈਕਨੀਕਲ ਰਿਹਰਸਲ ਕਰਕੇ ਆਏ ਆ, ਥੋੜਾ ਬਹੁਤ ਖਾਧਾ ਪੀਤਾ, ਉਹ ਘਰ ਚਲੇ ਗਏ ਨੇ। ਕੋਈ 12:30 ਮੈਨੂੰ ਉਹਨਾਂ ਦੀ ਕਾਲ ਆ ਗਈ ਤੇ ਉਹ ਰੋਣ ਲੱਗ ਗਏ। ਉਹ ਕਲਸੀ ਜੀ ਮੇਰੇ ਨਾਲੋਂ ਵੱਡੇ ਸੀ ਉਮਰ 'ਚ, ਪਰ ਮੈਨੂੰ ਭਰਾ ਜੀ ਕਹਿੰਦੇ ਹੁੰਦੇ ਸੀ। ਉਹ ਰੋਣ ਲੱਗ ਗਏ, ਉਹ ਕਹਿੰਦੇ ਭਰਾ ਜੀ ਮੈਂ ਤੁਹਾਡੇ ਕੋਲ ਬਹੁਤ ਮਾਫੀ ਮੰਗਣਾ ਚਾਹੁੰਦਾ। ਮੈਂ ਕਿਹਾ ਵੀ ਕਲਸੀ ਜੀ ਕੀ ਗੱਲ ਹੋ ਗਈ? ਕਹਿੰਦੇ ਮੈਂ ਹਸਪੀਟਲ 'ਚ ਆਇਆ ਐਮਰਜੈਂਸੀ 'ਚ। ਉਹਨਾਂ ਨੂੰ ਹਾਰਟ ਦਾ ਇਸ਼ੂ ਹੋਇਆ ਜੀ, ਉਹਨਾਂ ਦਾ ਪੋਟੈਸ਼ੀਅਮ ਖਬਰ ਡ੍ਰੌਪ ਕਰ ਗਿਆ। ਉਹਨਾਂ ਦਾ ਅਗਲੇ ਦਿਨ ਸਾਡਾ ਸ਼ੋਅ ਹੈ। ਉਹ ਅਸੀਂ ਜਿਹੜਾ ਨਾ ਅਗਲੇ ਦਿਨ ਜਾ ਕੇ, ਕਲਸੀ ਜੀ ਹਸਪੀਟਲ 'ਚ ਨੇ, ਅਸੀਂ ਅਗਲੇ ਦਿਨ ਜਾ ਕੇ ਲੋਕ ਜਿਹੜੇ ਆਏ ਉਹਨਾਂ ਦੇ ਪੈਸੇ ਵਾਪਸ ਕੀਤੇ, ਉਹਨਾਂ ਕੋਲ ਮਾਫੀ ਮੰਗੀਆਂ, ਤੇ ਉਹ ਸਾਡਾ ਡਰਾਮਾ ਨਹੀਂ ਹੋ ਸਕਿਆ ਜੀ। ਉਹ ਅਸੀਂ ਬਿਲਕੁਲ ਡਰਾਮਾ ਨਹੀਂ ਕਰ ਸਕਦੇ। 2 ਮਹੀਨੇ ਬਾਅਦ 2 ਮਹੀਨੇ ਕਲਸੀ ਜੀ ਹਸਪੀਟਲ 'ਚ ਰਹੇ ਨੇ ਤੇ ਕਲਸੀ ਜੀ ਚੱਲ ਬਸੇ। ਉਹ ਮੈਨੂੰ ਪਰਸਨਲੀ, ਮੈਂ ਕਲਸੀ ਜੀ ਨੂੰ ਕਹਾ ਵੀ ਕਲਸੀ ਜੀ ਮੈਨੂੰ ਡਰਾਮੇ ਨੂੰ ਗੋਲੀ ਮਾਰੋ, ਮੈਂ ਤੇ ਆਮ ਯੂਰ ਵੈਲ ਵਿਸ਼ਰ, ਮੇਰਾ ਦਿਲ ਰੋ ਰਿਹਾ ਕਿ ਮੇਰਾ ਇੱਕ ਬਹੁਤ ਅੱਛਾ ਦੋਸਤ, ਇੱਕ ਬਹੁਤ ਅੱਛਾ ਆਰਟਿਸਟ ਸਾਨੂੰ ਛੱਡ ਕੇ ਜਾ ਰਿਹਾ। ਸੋ ਉਹ ਜਿਹੜੀ ਇਵੈਂਟ ਹੈ ਜੀ, ਉਹ ਐਡੀ ਗਹਿਰੀ ਛਾਪ ਛੱਡ ਗਈ ਮੇਰੇ ਦਿਲ ਤੇ। ਉਹ ਤਾਂ ਮੈਂ ਕਿਹਾ ਵੀ ਨਾਟਕ ਨਹੀਂ ਛੱਡਣਾ, ਨਾਟਕ ਹੁੰਦਾ ਰਹਿਣਾ ਚਾਹੀਦਾ, ਭਾਵੇਂ ਕੋਈ ਛੋਟੀ ਜਿਹੀ ਚੀਜ਼ ਕਰੋ, ਭਾਵੇਂ ਵੱਡੀ ਕਰੋ, ਦਰਮਿਆਨੀ ਕਰੋ, ਜਿੰਨੀ ਮਰਜ਼ੀ ਕਰੋ, ਕੁਛ ਨਾ ਕੁਛ ਨਾਟਕ ਦਾ ਹੁੰਦਾ ਰਹਿਣਾ ਚਾਹੀਦਾ। ਇੱਕ ਇਹ ਵਾਕਿਆ, ਇੱਕ ਮੈਂ ਤੁਹਾਨੂੰ ਹੋਰ ਛੋਟਾ ਜਿਹਾ ਵਾਕਿਆ ਸੁਣਾਉਣਾ ਕਿ ਉਹ ਮੁਲਤਾਨੀ ਸਾਹਿਬ ਜਿਹੜੇ ਮੇਰੇ ਸਾਂਢੂ ਸੀ, ਉਹ ਹੀ ਵਾਸ ਪਾਰਟ ਆਫ ਅ ਜਿਮਖਾਨਾ ਕਲੱਬ। ਇੱਥੇ ਕੁਝ ਜਿਹੜੇ ਲੋਕਲ ਰਿਚ ਡਾਕਟਰ ਸੀ, ਉਹਨਾਂ ਨੇ ਇੱਕ ਜਗ੍ਹਾ ਖਰੀਦੀ ਸੀ ਜਿੱਥੇ ਉਹ ਇਕੱਠੇ ਮਿਲਦੇ ਖਾਂਦੇ ਪੀਂਦੇ ਸੀ। ਉਹ ਕਹਿੰਦੇ ਵੀ ਇੱਥੇ ਅਸੀਂ ਪਾਰਟੀ ਕਰਨੀ ਤੇ ਇੱਥੇ ਇੱਕ ਛੋਟਾ ਨਾਟਕ ਕਰੋ। ਅੱਛਾ ਉਹ ਨਾਟਕ ਜਿਹੜਾ ਮੈਨੂੰ ਕਿਹਾ ਵੀ ਤੂੰ ਇਹ ਨਾਟਕ ਜਿਹੜਾ ਕੋਈ ਲੱਭ ਤੇ ਨਾਟਕ ਤਿਆਰ ਕਰਾ ਦੇ। ਮੈਂ ਨਾਟਕ ਲੱਭਿਆ, ਤਿਆਰ ਕਰਾਤਾ। ਉਹ ਸਾਡਾ ਐਕਟਰ ਸੀ ਜਿਹੜਾ ਉਹ ਚ ਲੀਡ ਐਕਟਰ ਸੀ, ਜਸਬੀਰ ਸਿੱਧੂ। ਉਹ ਮੁੰਡਾ ਉੱਥੇ ਅੱਜ ਕੱਲ ਐਰੀਜ਼ੋਨਾ 'ਚ ਹੈ। ਅੱਛਾ ਉਹ ਇੱਕ ਰੈਸਟੋਰੈਂਟ ਮੈਨੇਜ ਕਰਦਾ ਸੀ ਤੇ ਉਹਨੇ ਨਾ ਸਵੇਰੇ 4 ਵਜੇ ਜਾ ਕੇ ਤੇ ਰੈਸਟੋਰੈਂਟ ਖੋਲਣਾ ਸੀ। ਉਹਦੀ ਜੀ ਉਦਣ ਸ਼ਾਮ ਨੂੰ ਸਾਡੀ ਪਰਫਾਰਮੈਂਸ ਹੈ ਤੇ ਉਹਦੀ ਨਾ ਮਿਡ ਮਾਰਨਿੰਗ ਉਹਦੀ ਵਾਈਫ ਦੀ ਮੈਨੂੰ ਕਾਲ ਆ ਗਈ, ਕਹਿੰਦੀ ਭਾਜੀ ਪ੍ਰੋਬਲਮ ਹੋ ਗਈ। ਮੈਂ ਕਿਹਾ ਕੀ ਗੱਲ ਹੋ ਗਈ? ਉਹ ਕਹਿੰਦੀ ਵੀ ਜਸਬੀਰ ਤੇ ਅਰੈਸਟ ਹੋ ਗਿਆ। ਮੈਂ ਕਿਹਾ ਕਿਉਂ, ਕੀ ਗੱਲ? ਉਹਨੇ ਕੰਜਰ ਨੇ ਕਿਤੇ ਟਿਕਟਾਂ ਨਹੀਂ ਸੀ ਇਹਦੀਆਂ ਨਾ, ਟ੍ਰੈਫਿਕ ਟਿਕਟਾਂ ਨਹੀਂ ਸੀ ਪੇ ਕੀਤੀਆਂ, ਟ੍ਰੈਫਿਕ ਜਿਹੜੇ ਫਾਈਨ ਹੁੰਦੇ ਨੇ ਉਹ ਪੇ ਨਹੀਂ ਸੀ ਕੀਤੇ। ਉਹ ਕਿਤੇ ਉਹਨੇ ਪੁਲਿਸ ਵਾਲੇ ਨੇ 4 ਵਜੇ ਉਹਦੀ ਲਾਇਸੈਂਸ ਪਲੇਟ ਰਨ ਕੀਤੀ ਤੇ ਉਹਨੇ ਦੇਖਿਆ ਕਿ ਇਹ ਆਪਣਾ ਇਹਦੇ ਅਗੇਂਸਟ ਕੇਸਿਸ ਹੈ, ਉਹਨੂੰ ਅਰੈਸਟ ਕਰ ਲਿਆ। ਉਹ ਬੰਦਾ ਲੀਡ ਰੋਲ ਹੈ। ਉਹ ਮੈਂ ਉਦੋਂ ਹੀ ਫਿਰ ਭਾਈ ਸਾਹਿਬ ਨੂੰ, ਮੁਲਤਾਨੀ ਸਾਹਿਬ ਨੂੰ ਕਾਲ ਕੀਤੀ। ਮੈਂ ਕਿਹਾ ਭਾਈ ਸਾਹਿਬ ਇਹ ਹੋ ਗਿਆ ਜੇ। ਉਹ ਕਹਿੰਦੇ ਉਹ ਤੇਰਾ ਬੇੜਾ ਪੈ ਜੇ, ਹੁਣ ਕੀ ਕਰੀਏ? ਕਹਿੰਦੇ ਮੈਂ ਗੋਲਡੀ ਨੂੰ ਲੱਗਾ ਕਾਲ ਕਰਨ, ਗੋਲਡੀ ਮਨੋਚਾ, ਗੋਲਡੀ ਬਹੁਤ ਟੈਲੈਂਟਡ ਐਕਟਰ ਹੈ। ਗੋਲਡੀ ਨੂੰ ਲੱਗਾ ਕਾਲ ਕਰ, ਉਹਨੂੰ ਕਹਿਣ ਲੱਗਾ ਵੀ ਤੇਰੇ ਘਰ ਆ ਜਾਏ, ਉਹਨੂੰ ਉਦੋਂ ਤੱਕ ਨਾ ਜਾਣਦੇ ਜਦ ਤੱਕ ਉਹ ਟ੍ਰੇਨ ਨਾ ਹੋ ਜਾਏ। ਉਹਨੂੰ ਭਾਈ ਸਾਹਿਬ 3-4 ਘੰਟੇ ਜਿਹੜਾ ਹੈ ਨਾ ਦੁਪਹਿਰ ਨੂੰ ਗੋਲਡੀ ਨੂੰ ਸਾਰੇ ਡਾਇਲੌਗ ਯਾਦ ਕਰਾਏ, ਉਹਨੂੰ ਸਾਰਾ ਉਹਦੇ ਕੋਲੋਂ ਕਰੈਕਟਰ ਕਰਾਇਆ, ਸਾਰਾ ਉਹਨੂੰ ਕਰਾ ਕੇ ਤੇ ਦੈਟਸ ਹਾਊ ਵੀ ਮੈਨੇਜਡ ਇਟ। ਸੋ ਕਈ ਸਿਚੁਏਸ਼ਨ ਤੇ ਜਿਹੜੀਆਂ ਨੇ ਉਹ ਅਸੀਂ ਕਰ ਲਈਆਂ ਨੇ ਦਾ ਮੈਨੇਜ ਕੋਈ, ਤੇ ਜਾਂ ਕਈ ਦਫਾ ਸਾਨੂੰ ਉਹ ਕਰੈਕਟਰ, ਜੇ ਛੋਟਾ ਕੋਈ ਕਰੈਕਟਰ ਹੈ ਉਹਨੂੰ ਕਰੈਕਟਰ ਨੂੰ ਹੀ ਰਿਮੂਵ ਕਰਨਾ ਪੈਂਦਾ ਹੈ ਇਮੀਡੀਏਟਲੀ। ਤੇ ਪਰ ਜਵਾਹਰ ਕਲਸੀ ਜੀ ਦੇ ਇਹ ਪ੍ਰੋਬਲਮਸ ਥੀਏਟਰ ਦੇ ਵਿੱਚ ਪਾਰਟ ਬਣ ਜਾਂਦੀਆਂ ਨੇ ਔਰ ਇਹ ਚੱਲਦੀਆਂ ਰਹਿੰਦੀਆਂ ਨੇ। ਯਾਰ ਲੱਕੀ ਕਿ ਤੁਸੀਂ ਇਹੋ ਜਿਹੇ ਦੇਸ਼ ਵਿੱਚੋਂ ਜਿੱਥੇ ਘੱਟੋ ਘੱਟ ਇਹੋ ਜਿਹੀਆਂ ਫਿਜ਼ੀਕਲ ਪ੍ਰੋਬਲਮਸ ਹੈਗੀਆਂ। ਸਾਡੇ ਇੰਡੀਆ ਵਿੱਚ ਤਾਂ ਬੋਲਣ ਵਾਲਿਆਂ ਲਈ
ਹੋਰ ਵੀ ਬੜੀ ਕਿਸਮ ਦੀਆਂ ਪ੍ਰੋਬਲਮਸ ਹੁੰਦੀਆਂ ਨੇ। ਰਵੀ ਜੀ ਜਾਣਦੇ ਨੇ, ਸਰੀਨ ਸਾਹਿਬ ਜਾਣਦੇ ਨੇ, ਹੈ ਨਾ। ਸਾਡੇ ਤੇ ਤਾਂ ਸਰਕਾਰਾਂ ਵੀ ਬੜੀਆਂ ਮਿਹਰਬਾਨ ਰਹਿੰਦੀਆਂ ਨੇ, ਤੁਸੀਂ ਕੀ ਬੋਲਦੇ ਹੋ ਕੀ ਨਹੀਂ ਬੋਲਦੇ। ਇੱਥੇ ਤੁਹਾਡੇ ਲਈ ਚੰਗੀ ਗੱਲ ਹੈ ਕਿ ਤੁਸੀਂ ਘੱਟੋ ਘੱਟ ਉਸ ਚੀਜ਼ ਨੂੰ ਨਹੀਂ ਫੀਅਰ ਮਹਿਸੂਸ ਨਹੀਂ ਕਰਦੇ। जी जी। ਸੋ ਸਰੀਨ ਸਾਹਿਬ, ਮੈਡਮ ਰੀਨਾ ਅਰੋੜਾ। अच्छा, एक सवाल मैं और पूछना चाहूंगा मल्टी साहब, हाँ जी। ਤੁਸੀਂ ਕਿੰਨੇ ਕੁ ਪੰਜਾਬੀ ਰਾਈਟਰ ਪੜ੍ਹੇ ਆ? ਕਿਹੜੇ ਵੀ ਰਾਈਟਰ ਤੁਸੀਂ ਪੜ੍ਹੇ ਆ? ਪਲੇ ਰਾਈਟ। ਮੈਂ ਤੁਹਾਨੂੰ ਓਨੈਸਟਲੀ ਦੱਸਾਂਗਾ ਕਿ ਮੈਂ ਬਲਵੰਤ ਗਾਰਗੀ ਨੂੰ ਪੜ੍ਹਿਆ, ਅਜਮੇਰ ਔਲਖ ਨੂੰ ਪੜ੍ਹਿਆ, ਆਤਮਜੀਤ ਦੇ ਕੁਝ ਪਲੇ ਪੜ੍ਹੇ ਨੇ ਮੈਂ। ਆਤਮਜੀਤ ਤੇ ਅਜਮੇਰ ਔਲਖ ਜਿਹੜੇ ਨਾ ਉਹ ਪਲੇ ਲਿਖਦੇ ਨੇ ਆਪਣੇ ਵੈਰੀ ਸਪੈਸੀਫਿਕ ਟੂ ਦ ਦਿਹਾਤੀ এনवायरमेंट, ਜਿਹੜੇ ਜਿੰਨੀ ਮੇਰੀ ਨੌਲੇਜ ਹੈ ਉਹ ਕਰਦੇ ਨੇ। ਸਮਟਾਈਮਸ ਉਹ ਸੀ ਇੱਥੇ ਕ੍ਰੀਏਟ ਕਰਨਾ ਜਿਹੜਾ ਨਾ, ਜਾਂ ਉਹ ਬੜਾ ਉਹਨਾਂ ਦੇ ਐਕਟਰ ਲੱਭਣੇ ਜਿਹੜੇ ਉਸ ਏਰੀਆ ਦੀ ਬੋਲੀ ਬੋਲ ਸਕਣ ਜਾਂ ਕਰ ਸਕਣ, ਉਹ ਐਕਸੀਕਿਊਟ ਕਰਨਾ ਬੜਾ ਡਿਫਿਕਲਟ ਹੈ। ਉਹਨਾਂ ਦਾ ਕਾਮਲੂਸ ਦੀਆਂ ਮੱਛੀਆਂ ਪਲੇ ਥੋੜਾ ਡਿਫਰੈਂਟ ਸੀ, ਇਸ ਕਰਕੇ ਮੈਂ ਉਹ ਪਲੇ ਚੁੱਕਿਆ ਸੀ। ਤੇ ਤੀਜਾ ਮੈਂ ਭਾਈ ਸਾਹਿਬ ਨੂੰ, ਡਾਕਟਰ ਸਾਹਿਬ ਨੂੰ ਪੂਰਾ ਪੜ੍ਹਿਆ। ਇਹਨਾਂ ਦੇ ਤਕਰੀਬਨ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਰਾਈਟਿੰਗਸ ਮੇਰੇ ਕੋਲ ਹੈਗੀਆਂ ਨੇ। ਤੇ ਮੇਰਾ ਇੰਨੀ ਕੀ ਲਿਮਿਟ ਹੈਗੀ ਜੀ। ਮੈਂ ਆਪਣਾ ਆਈ ਨੋ ਤੁਸੀਂ ਚਰਨਦਾਸ ਸਿੱਧੂ ਉਹਨਾਂ ਦੇ ਉਹਨਾਂ ਨੂੰ ਗੁਰੂ ਮੰਨਦੇ ਹੋ, ਤੁਸੀਂ ਉਹਨਾਂ ਦਾ ਬਹੁਤ ਥੀਏਟਰ ਕੀਤਾ, ਪਰ ਮੈਂ ਉਹਨਾਂ ਦੀ ਇੱਕ ਵੀ ਸਕ੍ਰਿਪਟ ਨਹੀਂ ਅਜੇ ਪੜ੍ਹੀ ਜੀ, ਕਿਉਂਕਿ ਮਿਲਦੀਆਂ ਨਹੀਂ, ਅਵੇਲੇਬਿਲਿਟੀ ਨਹੀਂ ਹੈ। ਚਲਿए, और हिंदी ਵਿੱਚ क्या ਪੜ੍ਹਿਆ? ਕਿਹੜੇ ਰਾਈਟਰ ਪੜ੍ਹੇ ਆ ਹਿੰਦੀ ਚ? ਆਪਣਾ ਅਜੇ ਸ਼ੁਕਲਾ ਦੇ ਪਲੇ ਤਾਜ ਮਹਿਲ ਕਾ ਟੈਂਡਰ, KP ਸਕਸੈਨਾ ਦਾ ਤੁਹਾਡਾ ਮੈਂ ਤੁਹਾਨੂੰ ਸਕ੍ਰਿਪਟ ਵੀ ਸ਼ਾਇਦ ਭੇਜੀ ਸੀ, ਉਹ ਬੱਕਰੀ। ਹਾਂ, ਬੱਕਰੀ ਠੀਕ ਹੈ। ਗਜ ਫੁੱਟ ਇੰਚ। ਹਾਂ ਯਾਦ ਹੈ। ਹਾਂਜੀ, ਫਿਰ ਆਪਣਾ ਗਜ ਫੁੱਟ ਇੰਚ। ਹਾਂਜੀ, ਆਧੇ ਅਧੂਰੇ ਆਪਣਾ ਮੋਹਨ ਰਾਕੇਸ਼ ਪਾਲੇਕਰ ਨੇ ਡਾਇਰੈਕਟ ਕੀਤਾ ਸੀ ਤੁਹਾਨੂੰ? ਹਾਂ ਹਾਂਜੀ, ਅਮੋਲ ਪਾਲੇਕਰ ਨੇ ਡਾਇਰੈਕਟ ਕੀਤਾ ਸੀ ਉਹ। ਹਾਂਜੀ, ਉਹਨੂੰ ਅਸੀਂ ਮਹੀਨੇ ਵਾਸਤੇ ਇੱਥੇ ਲਿਆਂਦਾ ਸੀ। ਨਾਟਯ ਭਾਰਤੀ ਆਰਗੇਨਾਈਜੇਸ਼ਨ ਦਾ 30 ਸਾਲਾ ਉਹਨਾਂ ਦਾ ਸੀ ਥੀਏਟਰ ਫੈਸਟੀਵਲ, ਤੇ ਉਹਨੇ ਪਲੇ ਡਾਇਰੈਕਟ ਕੀਤਾ ਸੀ। ਤੇ ਉਹਨੇ ਮੈਨੂੰ 2011 ਚ ਸ਼ਾਇਦ ਇੱਕ ਮੈਂ ਛੋਟਾ ਥੀਏਟਰ ਫੈਸਟੀਵਲ ਛੋਟਾ ਪੰਜਾਬੀ ਦਾ ਪਲੇ ਕੀਤਾ ਸੀ, ਉੱਥੇ ਉਹਨੇ ਮੈਨੂੰ ਦੇਖਿਆ ਸੀ। ਤੇ ਉਹਦੇ ਚੋਂ ਜਿਹੜਾ ਹੈਗਾ ਕਿ ਉਹ ਜਿਹੜਾ ਆਮ ਪਲੇ ਹੋਇਆ, ਉਹ ਮੇਰੇ ਖਿਆਲ ਲਿਖਿਆ ਗਿਆ ਇੱਕ ਐਕਟਰ ਜਿਹੜਾ ਉਹ ਚਾਰੋਂ ਮੇਲ ਕੈਰੈਕਟਰ ਪਲੇ ਕਰਦਾ ਹੈ। ਪੰਜ ਹਾਂ, ਮੇਨ ਆਪ ਮੋਹਨ ਰਕਾਬੀ ਹੈਗਾ ਉਹਦੇ। ਹਾਂਜੀ, ਪੰਜ ਪਲੇ ਕਰਦਾ ਹੈ। ਪਰ ਉਹ ਫਿਰ ਅਮੋਲ ਪਾਲੇਕਰ ਨੂੰ ਜਿਹੜੇ ਆਰਗੇਨਾਈਜ਼ਰ ਸੀ ਨਾਟਯ ਭਾਰਤੀ, ਤੇ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਜ਼ਿਆਦਾ ਐਕਟਰਾਂ ਨੂੰ ਚਾਂਸ ਦੇਣਾ ਚਾਹੁੰਦੇ ਹਾਂ, ਤੇ ਇਜ਼ ਇਟ ਪੋਸੀਬਲ ਕਿ ਤੁਸੀਂ ਜਿਹੜਾ ਹੈਗਾ ਡਿਫਰੈਂਟ ਐਕਟਰ ਲੈ ਕੇ ਕਰੋ। ਉਹਦੇ ਲਈ ਫਿਰ ਮੈਨੂੰ ਉਹਨੇ ਸਟੇਜ ਤੇ ਦੇਖਿਆ ਸੀ, ਤੇ ਉਹਨੇ ਮੈਨੂੰ ਕਿਹਾ ਕਿ ਸਿੰਘਾਨੀਆ ਦਾ ਕੈਰੈਕਟਰ ਜਿਹੜਾ ਹੈਗਾ ਤੂੰ ਪਲੇ ਕਰ, ਛੋਟਾ ਕੈਰੈਕਟਰ ਹੈ, ਤੇ ਸਿੰਘਾਨੀਆ ਦਾ ਕੈਰੈਕਟਰ ਤੂੰ ਪਲੇ ਕਰ। ਸੋ ਉਹ ਮੈਂ ਕੀਤਾ, ਉਹਦੇ ਕੋਲੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਸੀ। ਜਿੱਦਾਂ ਤੁਹਾਡੇ ਮੈਂ ਪਲੇ ਦੇਖੇ ਤੇ ਨਹੀਂ ਹੈਗੇ, ਮੈਂ ਤੁਹਾਡੇ ਬਾਰੇ ਪੜ੍ਹਦਾ ਰਹਿਣਾ, ਦੇਖਦਾ ਰਹਿਣਾ। ਤੁਹਾਡੇ ਤਸਵੀਰਾਂ ਇੰਨੀਆਂ ਇੰਪ੍ਰੈਸਿਵ ਹੁੰਦੀਆਂ ਨੇ ਤੁਹਾਡੇ ਐਕਟਰਾਂ ਦੀਆਂ, ਸਟੇਜ ਦੀਆਂ, ਕਲਾਕਾਰਾਂ ਦੀਆਂ, ਕਿ ਇਟ ਲੁਕਸ ਵੈਰੀ ਇੰਪ੍ਰੈਸਿਵ। ਤੇ ਪਾਲੀ ਜੀ ਨਾਲ ਤਾਂ ਗੱਲ ਹੁੰਦੀ ਰਹਿੰਦੀ ਹੈ, ਇਹਨਾਂ ਨੂੰ ਮੈਂ ਪੜ੍ਹਿਆ ਹੈ, ਇਹਨਾਂ ਨਾਲ ਡਿਸਕਸ ਕੀਤਾ ਹੈ। ਤੇ ਉਹਦੇ ਕੋਲੋਂ, ਅਮੋਲ ਪਾਲੇਕਰ ਕੋਲੋਂ, ਪਾਲੀ ਜੀ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਮੋਲ ਪਾਲੇਕਰ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ। ਉਹਦੇ ਨਾਲ ਰੋਜ਼ ਸ਼ਾਮ ਨੂੰ ਜਿਹੜਾ ਰਿਹਰਸਲ ਹੁੰਦੀ ਸੀ, 1 ਮਹੀਨੇ ਚ ਪਲੇ ਤਿਆਰ ਕੀਤਾ ਸੀ। ਮੈਂ ਆ ਰਿਹਾ 2021 ਚ ਫੇਰ ਤੁਹਾਡੇ ਕੋਲੇ, ਤੁਸੀਂ ਉੱਥੇ ਕਰਾ ਲਈਓ ਮੇਰੇ ਕੋਲ ਰਿਹਰਸਲ। ਐਬਸੋਲੂਟਲੀ ਤੁਹਾਨੂੰ ਤੇ ਓਪਨ ਇਨਵੀਟੇਸ਼ਨ ਹੁੰਦਾ ਹੈਗਾ, ਤੁਸੀਂ ਜਦੋਂ ਤੁਹਾਡਾ ਜੀ ਕਰਦਾ। ਪਰ ਹੁਣ ਕੋਵਿਡ ਕਰਕੇ ਨਹੀਂ, ਤੇ ਮੈਂ ਤੇ ਇੱਕ ਮੇਰੀ ਬਹੁਤ ਵੱਡੀ ਤਮੰਨਾ ਹੈ ਜੀ, ਮੈਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਪੜ੍ਹਿਆ, ਤੇ ਟੈਗੋਰ ਥੀਏਟਰ ਚ ਨਾਟਕ ਦੇਖਣ ਚਾਹੀਦਾ ਸੀ। ਇੱਕ ਮੇਰੀ ਤਮੰਨਾ ਹੈ ਕਿ ਮੈਂ ਟੈਗੋਰ ਥੀਏਟਰ ਚ ਆ ਕੇ ਚੰਡੀਗੜ੍ਹ ਨਾਟਕ ਕਰਾਂ। ਇੱਕ ਪਾਲੀ ਸਾਹਿਬ ਕਰਾ ਸਕਦੇ, ਤੂੰ ਚਿੰਤਾ ਨਾ ਕਰੋ। ਤੁਸੀਂ ਆਉਣ ਦਾ ਪ੍ਰੋਗਰਾਮ ਆਜੋ ਬਣਾ ਲਓ, ਫਿਰ ਪਾਲੀ ਸਾਹਿਬ ਕਰਾ ਦਿਆਂਗੇ ਚੰਡੀਗੜ੍ਹ ਆਉਣ ਲਈ। ਪਾਲੀ ਸਾਹਿਬ ਮੇਰੀ ਰਿਕੁਐਸਟ ਮੰਨ ਜਾਂਦੇ, ਤੂੰ ਕਰਵਾ ਦਿੰਦੇ। ਮੈਂ ਤਾਂ ਆਪ ਥੀਏਟਰ ਚੋਂ ਭੱਜਿਆ ਹੋਇਆ। ਮੈਨੂੰ ਤਾਂ ਇੱਕ ਸਵਾਲ ਮੈਂ ਪਾਲੀ ਸਾਹਿਬ ਇੱਕ ਪਰਮਿਸ਼ਨ, ਇੱਕ ਸਵਾਲ ਪੁੱਛਾਂਗਾ ਮੈਂ, ਕੀ ਤੁਸੀਂ ਆਪਣੇ ਐਕਟਰਾਂ ਦੀ ਐਕਟਿੰਗ ਨਾਲੋਂ ਖੁਸ਼ ਹੁੰਦੇ ਹੋ, ਜਾਂ ਤੁਸੀਂ ਪਲੇ ਡਾਇਰੈਕਟ ਕਰਦੇ ਹੋ?
क्या ਤੁਸੀਂ ਆਪਣੇ ਐਕਟਰਾਂ ਦੀ ਐਕਟਿੰਗ ਨਾਲ ਖੁਸ਼ ਹੁੰਦੇ ਹੋ? ਮੁਲਤਾਨੀ ਸਾਹਿਬ ਤੁਹਾਨੂੰ ਪੁੱਛ ਰਹੇ ਜੀ। ਮੁਲਤਾਨੀ ਜੀ ਮੇਰੀ ਆਵਾਜ਼ ਪਹੁੰਚੀ ਤੁਹਾਨੂੰ? ਹਾਂਜੀ 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 ਹਾਂਜੀ। ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਨਾਟਕ ਜੋ ਚੁੱਕਣਾ ਨਾ, ਤੇ ਨਾਟਕ ਮੇਰੀ ਜ਼ਿਹਨ 'ਚ ਕਲਾਕਾਰ ਹੁੰਦੇ ਨੇ, ਕਿਹੜਾ ਨੂੰ ਮੈਂ ਲੈ ਕੇ ਤੇ ਜਸਟੀਫਾਈ ਕਰ ਸਕਣਾ। ਹਾਂਜੀ, ਤੁਹਾਡਾ ਸਵਾਲ ਹੈ ਕਿ ਮੈਂ ਉਹਦੇ ਨਾਲ ਖੁਸ਼ ਹੋਣਾ। 100% ਤੇ ਕਦੇ ਵੀ ਕੋਈ ਵੀ ਡਾਇਰੈਕਟਰ ਕਿਸੇ ਆਰਟਿਸਟ ਦੀ ਐਕਟਿੰਗ ਤੋਂ ਖੁਸ਼ ਨਹੀਂ ਹੋਇਆ। ਕੁਛ ਨਾ ਕੁਛ ਕਮੀਆਂ, देयर इज ऑलवेज रूम फॉर इंप्रूवमेंट। ਪਰ ਕੁਝ ਜਿਹੜੇ ਕਲਾਕਾਰ ਹੈਗੇ ਨੇ ਤੁਹਾਨੂੰ ਦੰਗ ਕਰ ਦਿੰਦੇ ਨੇ ਜਦੋਂ ਸਟੇਜ ਤੇ ਜਾਂਦੇ ਨੇ, ਜਦੋਂ ਪਰਫਾਰਮ ਕਰਦੇ ਨੇ, ਜਦੋਂ ਕੈਰੈਕਟਰ ਚ ਆਉਂਦੇ ਨੇ, ਤੇ ਉਹ ਤੁਹਾਨੂੰ ਸਰਪ੍ਰਾਈਜ਼ ਕਰ ਦਿੰਦੇ ਨੇ ਵੀ ਇਹ ਬੰਦਾ ਕੀ ਕਰ ਗਿਆ ਜਾਂ ਕੁੜੀ ਕੀ ਕਰ ਗਈ ਹੈ। ਜਿਹੜੇ ਟੈਰਰਿਸਟ ਪ੍ਰੇਮਿਕਾ ਦਾ ਜਿਹੜੇ ਫੀਮੇਲ ਲੀਡ ਸੀ ਸ਼ਾਂਪਾ ਬਾਸੂ, ਬੰਗਾਲੀ ਕੁੜੀ ਹੈ, ਉਹਦੀ ਇਹ ਜਿਹੜਾ ਟੈਰਰਿਸਟ ਦੀ ਪ੍ਰੇਮਿਕਾ ਪਹਿਲੀ ਮੇਜਰ ਸਟੇਜ ਪ੍ਰੋਡਕਸ਼ਨ ਸੀ। ਉਸ ਤੋਂ ਪਹਿਲਾਂ ਮੈਂ ਉਹਨੂੰ ਦੇਖਿਆ ਸੀ, ਇੱਕ ਅੰਗਰੇਜ਼ੀ ਦਾ ਪਲੇ ਉਹਨਾਂ ਨੇ ਕੀਤਾ ਸੀ, ਕੀਪ ਯੂਰ ਫਿੰਗਰਸ ਟੂ ਯੋਰਸੈਲਫ। ਮੈਂ ਉਹਦੇ 'ਚ ਦੇਖਿਆ ਸੀ ਉੱਥੋਂ ਉਹਦਾ ਜਿਹੜਾ ਡਮੀਨਾ ਸੀ, ਸਟੇਜ ਪ੍ਰੈਜ਼ੈਂਸ ਸੀ, ਸਟੇਜ ਗ੍ਰਿਪ ਸੀ, ਉਹਦੀ ਡਿਲੀਵਰੀ ਸੀ ਜਿਹੜੀ, ਉਹ ਤੋਂ ਮੈਂ ਬੜਾ ਇੰਪ੍ਰੈਸ ਹੋਇਆ ਸੀ। ਉਹ ਦਰਅਸਲ ਉਹਦੀ ਪਹਿਲੀ ਸਟੇਜ ਐਫਰਟ ਸੀ। ਉੱਥੋਂ ਮੈਂ ਉਹਨੂੰ ਦੇਖਿਆ ਸੀ ਤੇ ਉਹਨੂੰ ਮੇਰੇ ਜ਼ਿਹਨ 'ਚ ਬਹਿ ਗਈ ਸੀ। ਮੈਂ ਕਿਹਾ ਵੀ ਇਹ ਕੁੜੀ ਨੂੰ ਕੋਈ ਜਦੋਂ ਪਲੇ ਹੋਇਆ ਨਾ, ਤੇ ਇਹ ਕੁੜੀ ਨੂੰ ਟਰਾਈ ਕਰਨਾ ਵੀ। ਐਂਡ ਉਸ ਕੁੜੀ ਨੇ ਮੈਨੂੰ ਵਾਕਈ ਪਲੇਜ਼ੈਂਟਲੀ ਸਰਪ੍ਰਾਈਜ਼ ਕੀਤਾ ਵੀ ਜੋ ਉਹਨੇ ਪਰਫਾਰਮੈਂਸ ਦਿੱਤੀ ਹੈ, ਟੈਰਰਿਸਟ ਦੀ ਪ੍ਰੇਮਿਕਾ, ਜੋ ਉਹ ਕੁੜੀ ਨੇ ਪਰਫਾਰਮੈਂਸ ਦਿੱਤੀ ਹੈ। ਤੇ ਨਾਓ ਸ਼ੀ ਵਾਂਟਸ ਟੂ ਵਰਕ ਵਿਦ ਮੀ। ਹੁਣ ਮੈਂ ਇੱਕ ਛੋਟੀ ਜਿਹੀ ਸਕ੍ਰਿਪਟ ਲਿਖੀ ਹੈ, ਇੱਕ ਛੋਟਾ ਜਿਹਾ ਲਿਖਿਆ, ਕਿਉਂਕਿ ਹੁਣ ਬਾਹਰ ਤਾਂ ਜਾ ਨਹੀਂ ਸਕਦੇ, ਕੋਈ ਥੀਏਟਰ ਹੋ ਨਹੀਂ ਰਿਹਾ, ਸੋ ਸੋਚਦੇ ਆ ਛੋਟੇ ਛੋਟੇ 5-5 ਮਿੰਟ ਦੇ ਕੋਈ ਵੀਡੀਓ ਕਰਕੇ, ਕੋਈ ਹਟ ਕੇ ਚੀਜ਼ ਹੋਏ, ਨਾ ਜਿਹੜੇ ਲੋਕਾਂ ਨੇ ਪਹਿਲਾਂ ਦੇਖਿਆ ਜਾਂ ਕੀਤਾ ਉਹਨਾਂ ਦੀ ਚੀਜ਼ ਨਾ ਹੋਏ, ਕੋਈ ਹਟ ਕੇ ਚੀਜ਼ ਹੋਏ ਤੇ ਉਹ ਕਰੋ ਲੋਕਾਂ ਨੂੰ ਥੋੜਾ ਬਹੁਤ। ਚਲੋ 100 200 400 ਬੰਦਾ ਵੀ ਆਨਲਾਈਨ ਦੇਖਦਾ ਤੇ ਉਹ ਵੀ ਸਾਡੀ ਖੁਸ਼ਕਿਸਮਤੀ ਹੈ। ਹੁਣ ਉਹਦੇ ਲਈ ਮੈਂ ਇੱਕ ਸਕ੍ਰਿਪਟ ਲਿਖੀ ਹੈ, ਉਹ ਸਿੰਗਲ ਕੈਰੈਕਟਰ ਦੀ ਹੈ, ਜਿਹੜੀ ਅਸੀਂ ਅਗਲੇ 2-3-4 ਹਫ਼ਤੇ ਦੇ ਵਿੱਚ ਟਾਈਮ ਜਦੋਂ ਸਾਰਿਆਂ ਦਾ ਸਕੇਜੂਲ ਸੂਟ ਕੀਤਾ ਤੇ ਅਸੀਂ ਸ਼ੂਟ ਕਰਾਂਗੇ। ਕੀ ਹੁਣ ਕੋਵਿਡ ਦੇ ਵਿੱਚ ਉੱਥੇ ਬ੍ਰੌਡਵੇ ਬੰਦ ਹੈ? ਬ੍ਰੌਡਵੇ ਆਈ ਥਿੰਕ ਸੋਸ਼ਲ ਡਿਸਟੈਂਸਿੰਗ ਨਾਲ ਕੁਝ ਹੋ ਰਿਹਾ, ਪਰ ਨਾਟ ਐਟ ਦ ਸੇਮ ਮੈਗਨੀਟਿਊਡ ਜਿੱਦਾਂ ਥੀਏਟਰ ਹੁੰਦਾ ਹੈਗਾ, ਉਦਾਂ ਨਹੀਂ ਹੈਗਾ। ਹਾਂਜੀ, ਘੱਟ ਹੈ। ਪਰ ਇੱਕ ਜਿਹੜੀ ਨਾ ਕੋਵਿਡ ਨਾਲ ਇੱਕ ਜਿਹੜੀ ਬਹੁਤ ਵਧੀਆ ਗੱਲ ਹੋਈ ਹੈ, ਉਹ ਇਹ ਹੋਈ ਹੈ ਕਿ ਦੁਨੀਆ ਭਰ ਦੇ ਜਿਹੜੇ ਰੰਗਕਰਮੀ ਨੇ ਨਾ, ਉਹ ਆਨਲਾਈਨ ਆਪਸ ਚ ਇੱਕ ਦੂਜੇ ਨਾਲ ਜੁੜੇ ਨੇ। ਉਹ ਤੋਂ ਪਹਿਲਾਂ ਜਿੱਦਾਂ ਹੁਣ ਅਸੀਂ ਜਿਹੜੀ ਅਸੀਂ ਪੈਨਲ ਡਿਸਕਸ਼ਨ ਕਰ ਰਹੇ ਹਾਂ, ਤੁਸੀਂ ਮੈਨੂੰ ਦੱਸੋ ਕਿੰਨੀਆਂ ਪੈਨਲ ਡਿਸਕਸ਼ਨਸ ਇਦਾਂ ਇੰਟਰਨੈਸ਼ਨਲੀ ਹੁੰਦੀਆਂ ਸੀ? ਵੈਰੀ ਵੈਰੀ ਰੇਅਰ। ਲੋਕਲ ਹੁੰਦੀਆਂ ਹੋਣਗੀਆਂ, ਹਿੰਦੁਸਤਾਨ 'ਚ ਹੁੰਦੀਆਂ ਹੋਣਗੀਆਂ, ਲੋਕਲ ਸਾਡੇ ਇੱਥੇ ਹੁੰਦੀਆਂ ਸੀ, ਪਰ ਜਿੰਨੀ ਆਨਲਾਈਨ ਐਕਟੀਵਿਟੀ ਹੋਈ ਹੈ ਨਾ, ਜਿੰਨੀ ਕਨਵਰਸੇਸ਼ਨ ਹੋਈ ਹੈ ਆਨਲਾਈਨ ਥੀਏਟਰ ਦੇ ਬਾਰੇ ਕੋਵਿਡ ਕਰਕੇ, ਉਨੀ ਮੈਂ ਪਹਿਲਾਂ ਕਦੇ ਇੰਨੀ ਐਕਟੀਵਿਟੀ ਕਦੇ ਨਹੀਂ ਦੇਖੀ ਮੈਂ। ਤਾਂ ਤੁਸੀਂ ਜਿਹੜਾ ਗਰੁੱਪ, ਤੁਹਾਡੇ ਗਰੁੱਪ ਦੀ ਨਾਂ ਹੈਗਾ, ਗਰੁੱਪ ਦਾ ਨਾਂ ਤੁਸੀਂ ਦੱਸਿਆ ਸੀ ਜਿਹੜੇ ਬੈਨਰ ਦੇ ਥੱਲੇ ਮੈਂ ਪਲੇ ਕਰਨਾ, ਜੋ ਈਸ਼ਾ ਇੰਟਰਨੈਸ਼ਨਲ ਸਿੱਖ ਹੈਰੀਟੇਜ ਐਸੋਸੀਏਸ਼ਨ। ਤੁਹਾਨੂੰ ਲੱਗਦਾ ਹੈ ਕਿ ਇਹ ਗਰੁੱਪ ਚੱਲੇਗਾ? ਇਹ ਜਿੰਨਾ ਚਿਰ ਜਿਉਂਦੇ ਆ ਜੀ, ਉਹਨਾਂ ਚਿਰ ਤੇ ਇਹਨੂੰ ਮਰਨ ਨਹੀਂ ਦਿੰਦੇ। And that is a promise from one theater person to another theater person. And after you? After me, मैं कुछ नहीं कह सकता। गोल्डी मनोचा है, वो बिजनेसमैन है, ਉਹਦੇ ਕੋਲ ਟਾਈਮ, ਮੇਰੇ ਕੋਲ, ਮੈਂ ਸਰਕਾਰੀ ਕਰਮਚਾਰੀ ਹਾਂ, ਮੇਰੇ ਵੀਕਐਂਡ ਫ੍ਰੀ ਹੁੰਦੇ ਨੇ, ਮੇਰੇ ਕੋਲ ਵੀਕਐਂਡ ਤੇ ਕਾਫੀ ਟਾਈਮ ਹੁੰਦਾ। ਬੱਚੇ ਪੜ੍ਹ ਲਿਖ ਗਏ ਨੇ ਤੇ ਮੀਆਂ ਬੀਵੀ ਘਰ ਹੈ, ਸੋ ਮੇਰੇ ਕੋਲ ਕਾਫੀ ਲਿਖਣ ਦਾ, ਪੜ੍ਹਨ ਦਾ, ਕੁਛ ਨਾ ਕੁਛ ਕਰਨ ਦਾ ਬਹੁਤ ਵਕਤ ਹੁੰਦਾ ਹੈ, ਸੋ ਮੈਂ ਕਰਦਾ ਰਹਿਣਾ। ਉਹ ਬਿਜ਼ਨਸ ਵਾਲਾ ਉਹਦਾ ਪਤਾ ਨਹੀਂ ਹੁਣ ਇਹ ਤੋਂ ਬਾਅਦ ਕਿੰਨਾ ਕਰ ਸਕੇ, ਕਿ ਇੱਕ ਦੂਜੇ ਦੀ ਸਪੋਰਟ ਨਾਲ ਅਸੀਂ ਦੋਨੋਂ ਜਣੇ, ਅਸੀਂ ਵੀ ਆਰ ਇਕੁਅਲ ਪਾਰਟਨਰਸ ਇਨ ਵਾਟ ਵੀ ਡੂ। ਤੇ ਜਿਹੜੇ ਕਲਾਕਾਰ ਨੇ ਇੱਧਰੋਂ ਉੱਧਰੋਂ ਲਈਦੇ ਨੇ, ਲਿਆ ਕੇ ਤੇ ਕਰੀਦਾ, ਆਪਣੇ ਘਰਾਂ 'ਚ ਰਿਹਰਸਲ ਕਰੀਦੀ ਹੈ। ਪਰ ਇਸ ਤੋਂ ਬਾਅਦ ਜਿਹੜਾ ਹੈਗਾ ਮੈਂ ਕਹਿ ਨਹੀਂ ਸਕਦਾ, ਕਿਉਂਕਿ ਸਾਡੀ ਵੱਡੀ ਆਰਗੇਨਾਈਜੇਸ਼ਨ ਨਹੀਂ ਹੈਗੀ। ਜੇ 5-7-10 ਬੰਦੇ ਹੋਣ ਨਾ, ਫਿਰ ਉਹਨਾਂ 'ਚੋਂ ਕੋਈ ਨਾ ਕੋਈ ਟਾਰਚ ਅੱਗੇ ਚੱਕੀ ਲੈ ਜਾਂਦਾ, ਪਰ ਜੇ ਨਾ ਹੋਏ ਤੇ ਫਿਰ ਉੱਥੇ ਖਤਮ ਹੋ ਜਾਂਦਾ। ਕਹਿੰਦੇ ਨੇ ਉਮਰ ਦੇ ਮੁਤਾਬਿਕ ਦੀਆਂ ਪੀੜ੍ਹੀ ਨੂੰ ਸੁਣਨੀ ਚਾਹੀਦੀ। ਕਿਆ
ਕਿਸੇ ਬੰਦੇ ਨੂੰ ਐਸਾ ਟ੍ਰੇਨਡ ਕੀਤਾ ਹੋਇਆ ਜਿਹੜਾ ਤੇ ਪਲੇ ਡਾਇਰੈਕਟ ਕਰ ਸਕੇ? ਗੋਲਡੀ ਚੰਗਾ ਡਾਇਰੈਕਟਰ ਹੈਗਾ। ਗੋਲਡੀ ਦਾ ਹੈਗਾ ਜੀ ਕਿ ਗੋਲਡੀ ਹੀ ਇਜ਼ ਬੇਸਿਕਲੀ ਅ ਕਮੇਡੀਅਨ। ਗੋਲਡੀ ਜਿਹੜਾ ਕਾਮੇਡੀ ਪਲੇਸ ਨੇ ਬਹੁਤ ਅੱਛੇ ਡਾਇਰੈਕਟ ਕਰਦਾ। ਗੱਜ ਫੁੱਟ ਇੰਚ ਪਲੇ ਜਿਹੜਾ ਉਹਨੇ, ਮੈਂ ਉਹਦੇ ਚ ਵਨ ਆਫ ਦ ਲੀਡ ਕੈਰੈਕਟਰਸ, ਉਹ ਉਹਦੇ ਕੋਲ ਡਾਇਰੈਕਟ ਕਰਾਇਆ ਸੀ ਮੈਂ। ਹੀ ਡਿਡ ਅ ਫੈਂਟੈਸਟਿਕ ਜੌਬ। ਉਹਨੂੰ ਜਿਹੜਾ ਸੀਰੀਅਸ ਡਰਾਮੇ ਵਾਸਤੇ ਜਿਹੜਾ ਹੈਗਾ, ਉਹਨੇ ਮੇਰੇ ਖਿਆਲ ਪਹਿਲਾ ਉਹਦਾ ਰੋਲ ਹੋਣਾ ਹੈ ਜਦੋਂ ਮੈਂ ਉਹਨੂੰ ਮਿਲਿਆ, ਸੀਰੀਅਸ ਰੋਲ ਜਿਹੜਾ ਉਹਨੂੰ DSP ਦਾ ਉਹਦੇ ਕੋਲੋਂ ਅਸੀਂ ਟੈਸਟ ਪ੍ਰੇਮਕਾ ਚ ਕਰਵਾਇਆ ਕੈਰੈਕਟਰ, and he did a fantastic job. He did very, very well. So yeah, Goldie, you know, since we only two of us, mere to baad only if we, you know, continue the efforts, then he's the person who will torch. मेरे को जिन्ने बैंक अकाउंट ने, मैं ईशा ਦੇ ਨਾਂ ਤੇ ਅਕਾਊਂਟ ਹੈਗਾ। सवाल ਮੁਲਤਾਨ ਸਾਹਿਬ, ਆਪ ਕੁਝ ਕਹਿਣਾ ਚਾਹੋ ਸਾਨੂੰ? ਤੁਹਾਡੇ ਐਕਟਰਸ ਤੁਸੀਂ ਲੈਂਦੇ ਹੋ, ਹਾਂਜੀ, ਉਹ ਐਕਟਰਸ ਪੇਡ ਹੁੰਦੇ ਆ ਕਿ ਉਹ ਵੀ ਸ਼ੌਕੀਆ ਹੀ ਆਉਂਦੇ ਆ? ਸਾਰੇ ਸ਼ੌਕੀਆ ਜੀ। ਪੇਡ ਦਾ ਜਿਹੜਾ ਹੈਗਾ ਨਾ, ਕਿਉਂਕਿ ਸੱਚੀ ਗੱਲ ਹੈ ਕਿ ਅਸੀਂ ਆਪਣੀ ਪੱਲਿਓਂ ਖਰਚ ਕਰਕੇ ਥੀਏਟਰ ਕਰ ਰਹੀਦਾ, ਸੋ ਉਹ ਵੀ ਦਿੱਕਤ ਆਉਂਦੀ ਹੈ। ਹੁਣ ਤੁਸੀਂ ਜੇ ਕਿਸੇ ਨੂੰ ਪੈਸੇ ਨਹੀਂ ਦੇ ਰਹੇ ਕਿਸੇ ਐਕਟਰ ਨੂੰ, ਤਾਂ ਤੁਸੀਂ ਉਹਦੇ ਨਾਲ ਔਖੇ ਸੌਖੇ ਵੀ ਨਹੀਂ ਬਹੁਤੇ ਹੋ ਸਕਦੇ। ਹਾਂਜੀ, ਸਭ ਤੋਂ ਵੱਡੀ ਟਾਈਮ ਦੇ ਰਿਹਾ ਬਹੁਤ ਵੱਡੀ ਗੱਲ ਹੈ। ਟਾਈਮ ਦੇ ਰਿਹਾ ਬਹੁਤ ਵੱਡੀ ਗੱਲ ਹੈ। ਟਾਈਮ ਦੇ ਰਹੇ ਜੀ, ਜਿਹੜਾ ਟਾਈਮ ਦੇ ਰਹੇ ਨਾ, ਕਿਉਂਕਿ ਮੈਂ ਆਮ 68 years old. I don't know how many more theatre years I have left in me. ਸੋ ਮੇਰਾ ਹੁਣ ਇਹ ਹੈਗਾ ਜੀ ਕਿ ਮੈਂ ਉਹ ਨਾਟਕ ਚੁੱਕਾਂ ਜਿਹਦੇ ਲਈ ਮੈਨੂੰ ਚੰਗੇ ਆਰਟਿਸਟ ਮਿਲਣ, ਸੋ ਦੈਟ ਮੇਰਾ ਵੀ ਕੋਈ ਨਾਂ ਰਹਿ ਜਾਏ, ਮੇਰੇ ਜਾਣ ਤੋਂ ਬਾਅਦ ਥੋੜਾ ਬਹੁਤ ਨਾਂ ਰਹਿ ਜਾਏ ਵੀ ਉਹ ਬੰਦਾ ਨਾਟਕ ਕਰਕੇ ਗਿਆ ਸੀ। ਸੋ ਉਸ ਕਰਕੇ ਮੈਂ ਹੁਣ ਜਿਹੜਾ ਨਾ, ਜਿਹੜੇ ਕਮਜ਼ੋਰ ਐਕਟਰ ਨੇ, ਮੈਂ ਉਹਨਾਂ ਨੂੰ, ਜਾਂ ਜਿਹੜੇ ਬਿਗਿਨਰ ਨੇ, ਜਿਹੜਾ ਹਾਂ ਕੋਈ ਆ ਕੇ ਟੈਕਨੀਕਲੀ ਹੈਲਪ ਕਰਨਾ ਚਾਹੁੰਦਾ ਹੈ, ਤੇ ਮੈਂ I always welcome, ਜਾਂ ਮੈਨੂੰ ਲੱਗੇ ਕਿ ਇਹ ਬੰਦੇ ਕੋਲ ਟੈਲੈਂਟ ਹੈਗਾ and that can be developed, I will work with that actor. ਪਰ ਜਿਹੜਾ ਕੋਈ ਬਿਲਕੁਲ ਬਲੈਂਕ ਹੈ ਜਾਂ ਉਦਾਂ ਸ਼ੌਕੀਆ ਹੀ ਆਉਂਦਾ, ਸ਼ੌਕੀ ਬੰਦਿਆਂ ਨਾਲ ਮੈਂ, until you have passion ਮੇਰੇ ਨਾਲ ਕੰਮ ਕਰਨ ਲਈ ਪੈਸ਼ਨ ਬਹੁਤ ਜ਼ਰੂਰੀ ਹੈ। ਜਿਹੜੇ ਬੰਦੇ ਨੂੰ ਪੈਸ਼ਨ ਨਹੀਂ ਹੈਗਾ ਨਾ, ਉਹ ਆਪਣਾ 100% ਕਦੇ ਵੀ ਨਹੀਂ ਦੇਗਾ। ਸਹੀ ਹੈ। थैंक यू सर। वाली साहब कुछ पूछना या मैं इसमें सम अप करना अपना? नहीं, बस शुक्रिया जी, बहुत मुल्तानी ठीक है। साहब साडा प्रोग्राम में एक आखिरी सूत्र होंदा एक्टिंग टिप्स, ਅਸੀਂ ਸ਼ੁਰੂ ਕੀਤਾ ਹੋਇਆ ਕਾਫੀ ਟਾਈਮ। ਹਾਲਾਂਕਿ ਤੁਸੀਂ ਆਪ ਬਹੁਤ ਐਕਟਰ ਹੈਗੇ, ਤੁਸੀਂ ਮੈਂ ਜ਼ਰੂਰੀ ਸੁਣੀ, ਪਰ ਵੀ ਤੁਹਾਡੀ ਕਿ ਐਕਟਿੰਗ ਟਿਪਸ ਜਿਹੜੀ ਹੈ ਉਹ ਆਪਾਂ ਇੱਕ ਆਡੀਅנס ਜਿਹੜੇ ਆਪ ਵਿੱਚ ਇੰਟਰਸਟਡ ਹੁੰਦੇ, ਉੱਤੇ ਮੈਂ ਆਖਰੀ ਸਾਡਾ ਜਿਹੜਾ ਟੌਪਿਕ ਹੁੰਦਾ एक्टिव्स साडे अज दा हैगा, नाटक का मतलब है विकास, बदलाव, एक नुक्ते से दूसरे नुक्ते तक का सफर। हर बड़े पात्र के अंदर विकास अवश्य होना चाहिए, डेवलपमेंट अवश्य होनी चाहिए। क्या आपने किरदार को अब भी उसी निभा रहे हैं जिस तरह आपने अपनी पहली एंट्री निभाया था, या नाटक के शुरू में निभाया था? क्या नाटक की तीसरी चौथी एंट्री आप एक पुख्ता मुख्तलिफ इंसान नहीं बन चुके? अपनी उम्र के कारण, तजुर्बे के कारण, कड़वाहट, निराशा, कामयाबी की वजह से क्या एक्टर अलग किस्म नहीं हो गया अपने किरदार के अंदर? एक एक्टर को इस तरह की देखनी चाहिए कि क्या उसने डेवलपमेंट की है, क्या उसकी एक्टिंग में एक ग्रोथ की है, वो उसे देखना चाहिए। दूसरा, अरस्तु ने हमेशा कहा है कि एक एक्टर को अपनी जर्नी करनी चाहिए जिस तरह हम घर से निकल किसी जगह पहुंचते हैं। जब मैं घर निकलता हूं, मुझे 10 किलोमीटर के बाद कहीं पहुंचना है, मुझे नहीं मालूम कि रास्ते में कितनी मुश्किलें आ सकती है वहां तक पहुंचने में, और क्या रुकावटें हो सकती हैं। एक एक्टर को भी अपनी जर्नी इसी तरह लेनी चाहिए कि जब वो शुरू कर ले के अंदर उसे नहीं मालूम हो चाहिए कि रास्ते क्या क्या रुकावटें आएंगी, तो बड़ा अच्छी तरीके से इस रुकावट पूरा कर हुआ एंड तक पहुंचेगा। एक एक्टिंग सूत्र है। मैं डॉक्टर पाली भूपिंदर जी का शुक्रिया अदा कर रहा हूँ। वही मैं
दलविंदर मुल्तानी का भी बहुत बहुत शुक्रिया अदा करता हूँ कि आपकी संगठन के साथ लोग साथी में अपने बहुत चाहते अपने कहीं यार के बारे में, अपने डाउन्स के बारे में की। और ये बात सच है कि जो मुझे एक था एक कि अमेरिका में थिएटर करना, पंजाब थिएटर करना आसान था, लेकिन ਤੁਹਾਡੀ ਗੱਲ पता लग रहा है कि ये उन्नी मुश्किल है जिन्ना दिल्ली या पंजाब या फिर हिंदुस्तान दे कर रहे हैं, खासकर रिलीजियस भाषा थिएटर, दूजी भाषा थिएटर का। और हिंदी तुसी क्या कि आसान है करना, ऑडियंस बनती है। कुछ मामले च बहुत सुखी हैं, कुछ मामले तुसी बहुत सुखी हो, पर एक्टर एक गल ठीक है कि एक्टिंग थिएटर करना पैशन का काम है, ये पैशन है, तुसी कर सको किते नहीं। और लेकिन मैं ये गल भी बहुत चंगी तरह मैं कन्फर्म हाँ अपने 40 साल दे कि अच्छा नाटक तुसी अपनी मां बो विच कर सकते, अच्छा नाटक तुहानू अपनी मां दी विच करना चाहिए, क्योंकि जिस भाषा में तुम सोचते हो उस भाषा में तुसी चंगा लिखते, चंगा कर सकते हो। मिलना तक आप इसनू समाप्त करना। मुल्तानी जे कोई गल रह गई हो विच, क्योंकि ये साडा डॉक्यूमेंट हो किता हिस्सा बने, रंगकर्मी कोश जिहड़ा रहा उहदा हिस्सा बने तुहाडा। जे तुहानू लगदा कोई भी गल तुसी दसनी रह गई ते तुसी मैनू लिख के भेज के मेल कर सकते हो, वो साडा हिस्सा हो जाएगा। तो जो तुसी बोलिया वो रिजल्ट हैगा, इसकी कॉपी तुहानू जाएगी और तुहाडे जो कुछ तुसी बोले आपां लिख और किताब दा हिस्सा बनांगे। फिर भी जे तुहानू कोई गल ऐसी रही तुसी दसना चाहोगे तो तुसी मैनू कर सकते हो, अपनी वो पूरी घटना पूरी गल कोई भी रहेगी। तुहाडा बहुत बहुत शुक्रिया, तुसी साडे मेरे कहन पे और इस मैं तमाम ऑडियंस का भी शुक्रगुजार जिन्होंने सानू मौका बख्शिया। मुल्तानी जी ने मुल्तानी जी आप जाने अमेरिका दे आप जाने जे मुल्तानी लगता है कि कोई बंदा अमेरिका में जे वो इत्थे आना मीन साडे मंच ते आना चाहे और तुसी समझदे हो मैनू मंच ते आना ही दा, और जिहड़ा अंगोला है जिन्होंने हाल तक लोग जाने ही लेकिन काम बहुत कर रहा कि तुसी ऐसे बंदे का नाम लेना होगे, तुसी जरूर लेना, आपां गल करना मेरे नाल। इन्हां सारे नाल मैं एक बार फिर पूरी दा डॉक्टर और दलविंदर मुल्तानी दा बहुत बहुत थैंक यू मुल्तानी साहब। बहुत बहुत धन्यवाद ਤੁਹਾਡਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ, ਮੇਰੇ ਲਈ ਬਹੁਤ ਬਹੁਤ ਮਾਣ ਦੀ ਗੱਲ ਹੈ। वेलकम सर, वेलकम। मौका तुसी आप लभ्या, मैनू 40 साल हो गए मुल्तानी साहब प्ले कर रहे थिएटर कर रहे 1978 तो मैं शुरू की था एंड स्टिल जब तक हैगी कोशिश कर ही रहे हैं। एक्टर लोग साथ देंगे या ग्रुप साथ दे, उनका जी भी साथ दे रहे हैं, मेरा एक पहचान बन रही है, चल रही है सिलसिला। नहीं ਤੁਹਾਡੀ ਤੇ ਬਹੁਤ ਵੱਡੀ ਪਹਿਚਾਨ ਹੈ, ਜਿੱਦਾਂ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਹਮੇਸ਼ਾ ਫੋਲੋ ਕਰਨਾ। ਹਾਂਜੀ ਹਾਂਜੀ, ਫਿਰ ਇੱਕ ਦਫਾ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ। वेलकम वेलकम वेलकम, मैं ਤੁਹਾਨੂੰ ਫਾਲੋ ਕਰਦਾ ਸਰ। थैंक यू, चलो थैंक यू सर, थैंक यू वेरी मच, ऑलराइट, बाय बाय, थैंक यू, बाय बाय।